शाम के दोस्तों कीमती गल्लां ते पंजाबी लिखण दे साझे मकसद ते चढ़दे लैंदे पंजाब दे सब दर्शਕਾਂ ਨੂੰ ਪਿਆਰ ਕਰਦੇ ਸਿੱਖਣਾ ਕਹਿੰਦੇ ਫਰਕ ਕਰਨਾ ਥੋੜੀ ਜੀ ਦੇਰੀ ਲਈ ਜੀ ਮੋਢੇ ਦਰਸ਼ਕਾਂ ਤਾਂ ਸੱਜਣੋ ਅੱਜ ਦੀ ਸਾਡੀ ਅਗਲੀ ਮਿਹਨਤ ਦਾ ਰੋਸ਼ਨ ਜਨਾਬ ਕਿਸੇ ਜਾਣ ਪਛਾਣ ਆਦਮੀ ਇਹਨਾਂ ਦੀ ਹੱਥ ਜਨਾਬ ਪ੍ਰਤੀ ਪਛਾਣ ਬਣ ਕੇ ਉਹਨਾਂ ਦੇ ਨਾਮ ਨਾਲ ਛੋਟੀ ਰਹੀ ਹੈ ਜਦੋਂ ਸਾਡੇ ਨਾਮ ਦੀ ਗਿਆਨ ਦੀ ਸੰਸਥਾ ਹੋਵੇ ਜਦੋਂ ਲਾਲ ਦੀ ਮਾਲਕ ਦੀ ਗਿਆਨ ਦੀ ਸੰਸਥਾ ਹੋਵੇ ਇਸੇ ਤਰੀਕੇ ਨਾਲ ਜਦੋਂ ਮੈਂ ਜਾਣੇ ਜਾਂਦੇ ਕਿ ਇਸ ਤਰੀਕੇ ਨਾਲ ਇੰਨੀ ਵਧੀਆ ਰਚਨਾ करके जितना अच्छा करके आज के ये बहुत सारे हमारे आज ਅਸੀਂ ਜਿਹਦੇ ਨਾਲ ਜੋ ਕਿ ਪੰਜਾਬੀ जिन्होंने कहानियां नाटक बात ये सफलता में कविता भी लिखी है आओ जी अच्छा बलदेव बहुत बहुत मेहरबानी। ਤੁਹਾਡੀ ਸਾਊਂਡ ਨਹੀਂ ਠੀਕ ਹੋ ਰਹੀ ਸਰਾਂ ਸਾਹਿਬ, ਤੁਹਾਡੀ ਸਾਊਂਡ ਨਹੀਂ ਸਹੀ ਮੇਰੇ ਕੋਲ ਪਹੁੰਚ ਰਹੀ। ਸਾਊਂਡ ਨੂੰ ਸੈਟ ਠੀਕ ਕਰੋ ਪਲੀਜ਼। ਹਾਂਜੀ ਹਾਂਜੀ ਹਾਂ ਹੁਣ ਠੀਕ ਹੋ ਰਹੀ ਹੈ। ਹੁਣ ਠੀਕ ਹੋ ਰਹੀ ਹੈ ਜੀ? ਹੁਣ ਠੀਕ ਹੋ ਰਹੀ ਹੈ ਜੀ? ਬਿਲਕੁਲ ਹੁਣ ਠੀਕ ਹੈ, ਪਹਿਲਾਂ ਗੜਬੜ ਸੀ ਕੋਈ। ਅੱਛਾ ਜੀ, ਉਹ ਹੈਡਫੋਨ ਨਾਲ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਜੀ। ਅੱਛਾ 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 ਅੱਛਾ, ਨਹੀਂ ਹੁਣ ਬਹੁਤ ਵਧੀਆ ਆ ਰਹੀ ਹੈ ਔਰ ਪਲੀਜ਼ ਕੰਟੀਨਿਊ ਕਰੋ ਇਹਦੇ ਨਾਲ। ਹਾਂਜੀ ਸਰ ਹਾਂਜੀ ਹਾਂਜੀ ਹਾਂਜੀ, ਮੇਰੀ ਆਵਾਜ਼ ਠੀਕ ਪਹੁੰਚਦੀ ਤੁਹਾਡੇ ਕੋਲੇ? ਹਾਂਜੀ ਬਿਲਕੁਲ ਬਸ ਠੀਕ ਹੈ, ਫਿਰ ਪਲੀਜ਼ ਕੰਟੀਨਿਊ। ਹਾਂਜੀ ਸਰ, ਤਾਂ ਸਰ ਜੀ ਸਾਨੂੰ ਸ਼ੁਰੂ ਦੇ ਵਿੱਚ ਵੀ ਆਪਾਂ ਗੱਲ ਸਟਾਰਟ ਕਰਦੇ ਹਾਂ ਤੁਹਾਡੇ ਘਰ ਪਰਿਵਾਰ ਤੋਂ, ਮੁੱਢਲੇ ਜੀਵਨ ਤੋਂ। ਥੋੜੀ ਸਾਡੀ ਜਿਹੜੀ ਜਾਣ ਪਛਾਣ ਹੈ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਕਰਵਾਓ। ਅੱਛਾ, ਪਰਿਵਾਰ ਤਾਂ ਗੱਲਾਂ ਨਾਲ ਹੀ ਕਰਾਉਣਾ ਪੈਣਾ ਹੁਣ ਤਾਂ ਮੈਨੂੰ। ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਣੇ ਮਾਤਾ ਪਿਤਾ ਬਾਰੇ ਜਿਹੜਾ ਹੈਗਾ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਤੁਹਾਡੀਆਂ ਕਹਾਣੀਆਂ ਦੇ ਵਿੱਚੋਂ। ਹਾਂਜੀ, ਮੇਰੇ ਬਾਪੂ ਜੀ ਦਾ ਨਾਮ ਹਰਦਿਆਲ ਸਿੰਘ ਸੀ ਜੀ, ਮਾਤਾ ਦਾ ਨਾਮ ਸ਼੍ਰੀਮਤੀ ਬਚਿੰਤ ਕੌਰ। ਉਹਨਾਂ ਦੇ 4 ਬੱਚੇ ਸਨ, 2 ਬੇਟੇ ਤੇ 2 ਬੇਟੀਆਂ। ਇੱਕ ਮੇਰੇ ਤੋਂ ਛੋਟਾ ਭਾਈ ਹੈ, ਉਹ ਵੀ MA BEd ਔਰ ਪ੍ਰਿੰਸੀਪਲ ਰਿਟਾਇਰ ਹੋਇਆ ਆਪਣੀ ਸਰਵਿਸ ਚੋਂ। ਇੱਕ ਮੈਂ ਸੀ ਨਲਾਇਕ ਜਿਹੜਾ BEd ਕਰਕੇ ਟਰੱਕ ਚਲਾਉਂਦਾ ਰਿਹਾ। 2 ਭੈਣਾਂ ਨੇ, ਔਰ 2 ਭੈਣਾਂ ਦੀ ਡੈਥ ਹੋ ਚੁੱਕੀ ਹੈ, ਦੋਨੇ ਟੀਚਰ ਸੀਗੇ ਜੀ। ਉਸ ਤੋਂ ਬਾਅਦ ਮੇਰੇ 4 ਬੱਚੇ ਨੇ, 3 ਲੜਕੇ ਨੇ, 1 ਬੇਟੀ ਹੈ। ਇੱਕ ਮੈਂ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਜਦੋਂ ਜਿਹੜੇ ਸੁਣਨਗੇ ਵੀ ਇਹੋ ਜਿਹੇ ਸਮੇਂ ਵਿੱਚ 4 ਬੱਚੇ। ਕਈ ਪਰਿਵਾਰ ਇਹੋ ਜਿਹੇ ਮੈਂ ਦੇਖੇ ਨੇ ਸਾਡੇ ਸਮਾਜ ਦੇ ਵਿੱਚ ਵੀ, ਉਹ ਲੜਕਾ ਭਾਲਦੇ ਭਾਲਦੇ ਪਰਿਵਾਰ ਵੱਡਾ ਕਰ ਲੈਂਦੇ ਨੇ, ਔਰ ਅਸੀਂ ਬੇਟੀ ਭਾਲਦੇ ਭਾਲਦੇ ਪਰਿਵਾਰ ਵੱਡਾ ਕਰ ਲਿਆ। ਬੇਟੀ ਸਭ ਤੋਂ ਛੋਟੀ ਹੈ ਤੇ 3 ਬੇਟੇ ਨੇ ਵੱਡੇ, ਤੇ ਅਸੀਂ ਇਹੀ ਸਾਡੀ ਮਨ ਚ ਸੀ ਵੀ ਇੱਕ ਬੇਟੀ ਹੋ ਜਾਏ ਤਾਂ ਪਰਿਵਾਰ ਰੱਖੀਏ, ਸੀਮਤ ਇੱਕ ਹੋ ਜਾਏ। ਤੇ ਉਹ ਬਸ ਕੁਦਰਤ ਵੱਲੋਂ ਜਿਸ ਤਰ੍ਹਾਂ ਸੀ, ਉਹ ਬੇਟੀ ਸਭ ਤੋਂ ਲਾਸਟ ਹੋਈ ਸਾਡੀ, ਔਰ ਉਹ ਵੀ ਡਾਕਟਰ ਹੈ ਲਾਅ ਦੀ। ਬੇਟੀ ਲਾਅ ਦੀ ਡਾਕਟਰ ਹੈ, ਸਭ ਤੋਂ ਛੋਟੀ ਫਰੀਦਕੋਟ ਲਾਅ ਕਾਲਜ ਦੇ ਵਿੱਚ ਪੜ੍ਹਾਉਂਦੀ ਹੈ। ਜਿਵੇਂ ਮੇਰਾ ਖਿਆਲ ਹੈ ਵੀ ਮੋਗੇ ਦੇ 20-25 ਵਕੀਲ ਤਾਂ ਉਹਦੇ ਪੜ੍ਹਾਏ ਆਏ ਹੋਣੇ ਨੇ ਹੁਣ। ਤੇ 3 ਬੇਟੇ ਨੇ ਜਿਹੜੇ, ਸਭ ਤੋਂ ਵੱਡਾ ਬੇਟਾ ਤਾਂ ਡਾਕਟਰ ਹੈ BAMS। ਉਸ ਤੋਂ ਛੋਟਾ ਜਲੰਧਰ ਤੁਸੀਂ ਸੁਣਿਆ ਹੋਣਾ ਮੇਹਰਚੰਦ ਪੋਲੀਟੈਕਨਿਕ ਕਾਲਜ, ਬੜਾ ਰਿਪਿਊਟਡ ਕਾਲਜ ਹੈ ਏਸ਼ੀਆ ਦਾ, ਉਹਦਾ ਪ੍ਰਿੰਸੀਪਲ ਹੈ। ਤੇ ਸਭ ਤੋਂ ਛੋਟਾ ਬੇਟਾ ਸਵਰਨਜੀਤ ਸਿੰਘ, ਉਹ ਡਾਕਟਰ ਹੈ, ਉਹ ਵੀ BAMS ਹੈ ਆਯੁਰਵੈਦ ਦਾ।
ਔਰ ਜਲੰਧਰ ਦੂਰਦਰਸ਼ਨ ਦਾ ਨਿਊਜ਼ ਰੀਡਰ ਆ ਉਹ। ਠੀਕ ਹੈ ਜੀ। ਅੱਜ ਉਹ ਖਬਰਾਂ ਪੜ੍ਹ ਕੇ ਵੀ ਆਇਆ, ਬੁੱਧਵਾਰ ਸੀ ਉਹਦਾ, ਸ਼ਨੀਚਰਵਾਰ ਨੂੰ ਖਬਰਾਂ ਉਹਦੀਆਂ ਹੁੰਦੀਆਂ ਵੈਸੇ ਪੱਕੀਆਂ ਹੀ, ਤੇ ਅੱਜ ਉਹਨਾਂ ਨੇ ਬੁਲਾਇਆ ਸੀ ਸਪੈਸ਼ਲ। ਹਾਂਜੀ, ਇਹ ਪਰਿਵਾਰ ਆ ਸਾਡਾ, ਇੱਕ ਮੇਰੀ ਪਤਨੀ ਹੈ ਇੱਕ। ਹਾਂਜੀ, ਤੇ ਉਹ ਬਸ ਸਮਝ ਲਓ ਵੀ ਹਾਊਸ ਵਾਈਫ ਹੈ। ਜੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸ਼ਾਇਦ ਇਹ ਕੋਈ ਕਿਸਮਤ ਹੀ ਸੀ ਵੀ ਉਹ ਹਾਊਸ ਵਾਈਫ ਸੀ, ਜਿਹਦੇ ਨਾਲ ਬੱਚੇ ਜਿਹੜੇ ਆ ਉਹ ਬਹੁਤ ਵਧੀਆ ਆਪਣੀ ਤਾਲੀਮ ਲੈ ਸਕੇ। ਕਿਉਂਕਿ ਮੈਂ ਤਾਂ ਟਰੱਕ ਲੈ ਕੇ ਚਲਾ ਜਾਂਦਾ ਸੀ 15-15 ਦਿਨ ਕਲਕੱਤੇ, ਤੇ ਉਸੇ ਨੇ ਸਕੂਲ ਲੈ ਕੇ ਜਾਣੇ, ਉਸੇ ਸਕੂਲ ਲੈ ਕੇ ਆਉਣੇ, ਪੜ੍ਹਾਉਣਾ, ਉਹਨਾਂ ਨੂੰ ਨੈਤਿਕ ਸਿੱਖਿਆਵਾਂ ਦੇਣੀਆਂ, ਸਾਰਾ ਉਸੇ ਦਾ ਹੀ ਇਹ ਜਿਹੜਾ ਹੈ ਪ੍ਰਤਾਪ ਸੀਗਾ। ਇਹ ਹੈ ਜੀ ਸਾਡਾ ਫੈਮਿਲੀ ਹਿਸਟਰੀ। ਮਾਂ ਬਾਪ ਦੋਨੇ ਹੀ ਜਿਹੜੇ ਆ ਉਹ ਸਾਡੇ ਸਿਰਾਂ ਤੋਂ ਉਹਨਾਂ ਦੇ ਹੱਥ ਚਲੇ ਗਏ ਨੇ, ਤੇ ਅਸੀਂ ਹੁਣ ਇੱਥੇ ਮੋਗੇ ਹੀ ਰਹਿ ਰਹੇ ਹਾਂ ਸਾਰਾ ਪਰਿਵਾਰ। ਛੋਟੇ ਬੇਟੇ ਨਾਲ ਮੈਂ ਰਹਿ ਰਿਹਾ, ਦੂਜੇ ਆਪਣੇ ਉਹ ਜਲੰਧਰ ਹੈ, ਇੱਕ ਬੇਟਾ, ਇੱਕ ਜਲੰਧਰ ਸਾਡੇ ਮੋਗੇ ਕੋਲੇ ਹੀ ਹੈ ਸਿੰਘਾਂ ਵਾਲਾ, ਉੱਥੇ ਉਹਦਾ ਆਪਣਾ ਕਲੀਨਿਕ ਹੈ, ਆਪਣਾ ਘਰ ਹੈ, ਸਾਰਾ ਕੁਝ ਉੱਥੇ ਆਪਣਾ। ਆਉਂਦੇ ਜਾਂਦੇ ਨੇ, ਮਿਲਦੇ ਗੱਲਦੇ ਰਹਿੰਦੇ। ਚਲੋ ਜੀ, ਬਹੁਤ ਵਧੀਆ ਗੱਲ ਹੈ। ਪਰਮਾਤਮਾ ਤੰਦਰੁਸਤੀ ਬਖਸ਼ੇ ਸਭ ਨੂੰ ਆਪਣੀ ਆਪਣੀ ਜਗ੍ਹਾ ਤੇ ਬੱਚਿਆਂ ਨੇ। ਬਾਕੀ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਵੀ ਮੇਰੀ ਕਿਸਮਤ ਸ਼ਾਇਦ ਅਧਿਆਪਕ ਨਹੀਂ ਲਿਖੀ ਸੀ, ਮੈਂ ਪ੍ਰਿੰਸੀਪਲ ਨਹੀਂ ਸੀ ਬਣਨਾ, ਪਰ ਮੇਰੀਆਂ ਦੋ ਨੂੰਹਾਂ ਪ੍ਰਿੰਸੀਪਲ ਨੇ ਮੇਰੀਆਂ। ਸੀਨੀਅਰ ਸੈਕੰਡਰੀ ਸਕੂਲ ਜਿਹੜੇ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਦੋਨੇ ਸਰਵਿਸ ਚ ਨੇ, ਔਰ ਦੋਨੇ ਮੌਜੂਦਾ ਜਿਹੜੀਆਂ ਉਹ ਪ੍ਰਿੰਸੀਪਲ ਦੀ ਪੋਸਟ ਤੇ। ਜੀ ਬਹੁਤ ਅੱਛੀ ਗੱਲ ਹੈ ਜੀ। ਅੱਛਾ ਸਰ, ਤੁਸੀਂ ਪੜ੍ਹਾਈ ਮਤਲਬ ਕੀਤੀ, MA BEd ਕੀਤੀ ਹੈ ਨਾ ਜੀ, ਇੱਧਰ ਸਰਵਿਸ ਕੀਤੀ, ਫਿਰ ਤੁਸੀਂ ਹਿਮਾਚਲ ਦੇ ਵਿੱਚ ਵੀ ਕੀਤੀ ਹੈ ਸਰਵਿਸ, ਤੇ ਫਿਰ ਤੁਸੀਂ ਇੱਕਦਮ ਮਤਲਬ ਪੰਜਾਬ ਤੋਂ ਵਾਇਆ ਕਲਕੱਤਾ ਹੁੰਦੇ, ਹਿਮਾਚਲ ਹੁੰਦੇ ਹੋਏ ਕਲਕੱਤਾ ਪਹੁੰਚ ਗਏ। ਹਾਂਜੀ, ਤੇ ਇਹ ਕੀ ਹਾਂਜੀ ਸਬੱਬ ਬਣਿਆ? ਇਹ ਸਬੱਬ ਤਾਂ ਮੇਰਾ ਤਾਂ ਖਿਆਲ ਜਿਹੜਾ ਮੈਂ ਜਿਹੜੀ ਸੱਚ ਗੱਲ ਦੱਸਣੀ ਹੋਵੇ ਤਾਂ ਉਹ ਇਹ ਸੀਗਾ ਵੀ ਜਿਸ ਤਰ੍ਹਾਂ ਦੇ ਪਰਿਵਾਰ ਵਿੱਚੋਂ ਮੈਂ ਆਇਆ ਸੀਗਾ, ਮਿਹਨਤਕਸ਼ ਪਰਿਵਾਰ ਸੀ, ਔਰ ਮੇਰਾ ਖਿਆਲ ਹੈ ਵੀ ਜਦੋਂ ਜਿੰਨੀ ਕੁ ਮੈਨੂੰ ਸੁਰਤ ਸੀ ਬਚਪਨ ਦੀ, ਤੇ ਲਗਭਗ ਇਹ ਸੀ ਵੀ ਮੈਂ ਆਪਣੇ ਬਾਪ ਨੂੰ ਮਿਹਨਤ ਕਰਦੇ ਦੇਖਿਆ ਹੈ, ਔਰ ਕਿੱਤਿਆਂ ਵਜੋਂ ਵੀ, ਹਾਲਾਂਕਿ ਸਾਡਾ ਜਿਹੜਾ ਜੱਦੀ ਪੁਸ਼ਤੀ ਕਿੱਤਾ ਸੀ ਉਹ ਸੋਨੇ ਚਾਂਦੀ ਵਾਲਾ ਸੀਗਾ, ਔਰ ਬਹੁਤ ਵੱਡੇ ਵੱਡੇ ਸਰਾਫ ਲੋਕ ਵੀ ਸੀ, ਪਰ ਮੈਂ ਉਹਨਾਂ ਨੂੰ ਹਮੇਸ਼ਾ ਮਾਮਲੇ ਤੇ ਲੈ ਕੇ ਜ਼ਮੀਨ ਖੇਤੀ ਕਰਦਿਆਂ ਦੇਖਿਆ, ਔਰ ਉਹਨਾਂ ਨੂੰ ਇੰਨੇ ਕਿੱਤੇ ਕਰਦਿਆਂ ਦੇਖਿਆ ਵੀ ਮੈਂ ਉਹ ਕੰਮ ਬਹੁਤ ਘੱਟ ਕਰਦੇ ਸੀ, ਬਾਕੀ ਜਿਹੜੇ ਕੰਮ ਸੀ ਜ਼ਿਮੀਂਦਾਰੀ ਦੇ ਉਹ ਬਹੁਤ ਜ਼ਿਆਦਾ ਕਰਦੇ ਸੀ, ਔਰ ਸਾਨੂੰ ਵੀ ਨਾਲ ਜੋੜਦੇ ਸੀ। ਖੇਤਾਂ ਨੂੰ ਪਾਣੀ ਲਾਉਣਾ ਹੈ, ਗੋਡੀ ਕਰਨ ਜਾਣਾ ਹੈ, ਹਾੜੀ ਵੱਢਣੀ ਹੈ, ਜਾਣਾ, ਸਾਨੂੰ ਨਾਲ ਖੇਤਾਂ ਵਿੱਚ ਜਾਣੀ ਘੜੀਸੀ ਰੱਖਦੇ ਸੀ, ਮੈਂ ਕਹਿ ਸਕਦਾ। ਤੇ ਜੇ ਮੇਰਾ ਅੰਨਦਾਤਾ ਨਾਵਲ ਲਿਖਿਆ, ਉਹ ਮੇਰੇ ਆਪਣੇ ਨਿੱਜੀ ਤਜਰਬੇ ਚੋਂ ਨਿਕਲਿਆ ਹੈਗਾ ਨਾਵਲ ਉਹ। ਤੇ ਇਸ ਤਰ੍ਹਾਂ ਉਸ ਤੇ ਜਿਸ ਤਰ੍ਹਾਂ ਦੇ ਮੈਂ ਪਰਿਵਾਰ ਚੋਂ ਆਇਆ ਸੀਗਾ, ਉਦੋਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਜਦੋਂ ਖੈਰ ਪਹਿਲਾਂ ਅੱਜ ਵਾਂਗੂ ਇਸ ਡਿਗਰੀਆਂ ਝੋਲਿਆਂ ਚ ਪਾ ਕੇ ਜਾਂ ਕੱਛਾਂ ਚ ਲੈ ਕੇ ਚੌਂਕਾਂ 'ਚ ਬੈਠਣ ਦੀ ਲੋੜ ਨਹੀਂ ਸੀਗੀ। ਮੇਰਾ ਰਿਜ਼ਲਟ ਅਜੇ ਆਉਣਾ ਸੀਗਾ ਤੇ ਮੈਨੂੰ ਝੋਰੜ ਪੋਸਟ ਮਿਲ ਗਈ ਜੁਆਇਨ ਕਰਨ ਦੀ। ਤੇ ਤਨਖਾਹ ਸੀ ਉਦੋਂ ਸਾਰੀ 166 ਰੁਪਏ, ਸਾਰਾ ਕੁਝ ਮਿਲਾ ਬਣੂ ਕੇ ਇੰਨੀ ਸੀਗੀ ਉਦੋਂ। ਇਹ 1963 ਦੀਆਂ 64 ਦੀਆਂ ਗੱਲਾਂ ਨੇ। ਤੇ ਮੈਂ ਇਹੀ ਸੋਚਦਾ ਸੀ ਵੀ ਜੇ ਮੇਰਾ ਉੱਥੋਂ ਦੇਖੋ ਹੁਣ ਮਲੋਟ ਦੇ ਨੇੜੇ ਪਿੰਡ ਆ ਉਹ ਝੋਰੜ, ਮੁਕਤਸਰ ਤੋਂ ਲੰਘ ਕੇ, ਤੇ ਆਉਣਾ ਜਾਣਾ ਵੀ ਖਰਚਾ ਵੀ ਹੋਣਾ, ਉਹਦੇ ਚੋਂ ਬਚਾਉਣਾ, ਕੋਸ਼ਿਸ਼ ਵੀ ਕਰਨੀ ਵੀ ਪਰਿਵਾਰ ਦੀ ਕੁਛ ਮਦਦ ਕਰੀਏ, ਇਹਨਾਂ ਨੇ ਜਿਹੜੇ ਹਾਲਾਤ ਚ ਪੜਾਇਆ ਸਾਨੂੰ। ਤੇ ਉਹ ਫਿਰ ਮੈਂ ਇਹੀ ਮਨ ਚ ਆਉਂਦਾ ਸੀ ਵੀ ਇੰਨੇ ਨਾਲ ਬਣਦਾ ਵੀ ਕੁਛ ਦਿਸਦਾ ਨਹੀਂ ਸੀ। ਮੇਰੇ ਨਾਲ ਇੱਕ ਹੋਰ ਮਾਸਟਰ ਸੀ, ਉਹਦਾ ਨਾਮ ਹਰਦਿਆਲ ਸਿੰਘ ਸੀਗਾ। ਅਸੀਂ ਰਾਏ ਕੀਤੀ ਵੀ ਹਿਮਾਚਲ ਚ ਅਸੀਂ ਸੁਣਿਆ ਡਬਲ ਤਨਖਾਹ ਮਿਲਦੀ ਆ ਉੱਥੇ, ਉਹਨਾਂ ਦੇ ਪਹਾੜੀ ਅਲਾਉਂਸ ਵਗੈਰਾ ਪੈ ਜਾਂਦੇ ਸੀਗੇ। ਅਸੀਂ ਉੱਥੇ ਮੈਂ ਉਹ ਗਿਆ ਨਾ, ਪਰ ਮੈਂ ਉੱਥੇ ਇੱਕ ਦਿਨ ਐਤਵਾਰ ਨੂੰ ਗਿਆ, ਉੱਥੇ ਅਗਲੇ ਦਿਨ ਸੋਮਵਾਰ ਸੀ, ਮੈਂ ਉੱਥੋਂ ਦੇ ਜਿਹੜਾ DPI ਹੁੰਦਾ ਸੀਗਾ ਸ਼ਿਮਲੇ ਸੀ ਉਹ, ਮੈਂ ਉਹਨੂੰ ਜਾ ਕੇ ਮਿਲਿਆ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਉਹ ਕਹਿੰਦਾ ਕਾਕਾ ਆਉਂਦੇ ਤਾਂ ਹੈਗੇ ਆ ਸਾਰੇ ਪੰਜਾਬ ਤੋਂ, ਪਰ 15-20 ਦਿਨ ਮਹੀਨਾ ਲਾ ਕੇ ਭੱਜ ਜਾਂਦੇ ਆ। ਕਹਿੰਦਾ ਸਾਡਾ ਤਾਂ ਸਾਰਾ ਸਿਸਟਮ ਵੀ ਖਰਾਬ ਹੋ ਜਾਂਦਾ, ਅਸੀਂ ਕੋਈ ਖਾਲੀ ਪੋਸਟ ਭਰਦੇ ਆ, ਤੁਸੀਂ ਚਲੇ ਜਾਂਦੇ ਆ। ਮੈਂ ਕਿਹਾ ਜੀ ਬੱਸ ਜਾਂਦੀ ਹੋਵੇ ਮੈਂ ਨਹੀਂ ਜਾਂਦਾ, ਤੁਸੀਂ ਮੈਨੂੰ ਦਿਓ ਪੋਸਟ। ਉਹ ਕਹਿੰਦੇ ਚਲੋ ਫਲਾਣੇ ਜੁਖਾਲਾ ਹੈ ਬਿਲਾਸਪੁਰ ਜ਼ਿਲ੍ਹੇ ਵਿੱਚ, ਜੁਖਾਲਾ ਪਿੰਡ ਹੈ, ਉੱਤੇ ਹਾਈ ਸਕੂਲ ਸੀ ਉਸ ਵੇਲੇ, ਅੱਜ ਕੱਲ ਤਾਂ ਮੈਂ ਦੇਖ ਕੇ ਆਇਆ ਬਾਅਦ ਚ, ਸੀਨੀਅਰ ਸੈਕੰਡਰੀ ਸਕੂਲ ਹੈਗਾ ਉਹ। ਉੱਥੇ ਮੈਨੂੰ ਉਹਨੇ ਬਾਈ ਹੈਂਡ
ਜਾਣੀ ਸਮਝ ਲਓ ਵੀ ਟਾਈਪ ਕਰਕੇ ਦੇ ਦੇ, ਕਹਿੰਦੇ ਜਾ ਕੇ ਜੁਆਇਨ ਕਰ ਲਾ। ਮੈਂ ਕਿਹਾ ਜੀ ਮੈਨੂੰ 2 ਦਿਨ ਦਾ ਦੇ ਦਿਓ, ਮੈਂ ਕੱਪੜੇ ਕੁੱਪੜੇ ਬਿਸਤਰਾ ਚੁੱਕ ਲਿਆਵਾਂ ਪਿੰਡੋਂ। ਉਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ, ਤੂੰ ਆ 2 ਦਿਨ ਬਾਅਦ ਜਾ ਕੇ ਜੁਆਇਨ ਕਰ ਲਈ, ਚਿੱਠੀ ਜਾ ਕੇ ਉੱਥੇ ਹੈਡਮਾਸਟਰ ਨੂੰ ਦੇ ਦੀ, ਜੁਆਇਨ ਕਰਾ ਲਈ। ਇੱਕ ਤਾਂ ਇਹ ਸਬੱਬ ਸੀ ਵੀ ਉੱਥੇ ਤਨਖਾਹਾਂ ਡਬਲ ਸੀ। ਫਿਰ ਮੈਂ ਉੱਥੇ 3 ਸਾਲ ਤਾਂ ਮੈਂ ਉੱਥੇ ਵੀ ਨੌਕਰੀ ਕੀਤੀ, ਪਰ ਫਿਰ ਵੀ ਮੇਰੇ ਮਨ ਵਿੱਚ ਉਹ ਜਿਹੜਾ ਕੀੜਾ ਸੀ ਨਾ ਕੁਝ ਕਰਨ ਦਾ, ਉਹ ਨਿਕਲਿਆ ਨਹੀਂ। ਮੇਰੇ ਸਾਡੇ ਪਿੰਡ ਦੇ ਵੀ ਕਲਕੱਤੇ ਸੀਗੇ ਲੋਕ, ਤੇ ਮੇਰੇ ਰਿਸ਼ਤੇਦਾਰ ਵੀ ਸੀ, ਮੇਰੇ ਤਾਏ ਦੇ ਮੁੰਡੇ ਵੀ, ਮੇਰੇ ਭਰਾ ਵੀ ਉੱਥੇ ਸੀਗੇ, 2-3 ਭਰਾ। ਇੱਕ ਤਾਂ ਮੇਰੇ ਨਾਲ ਹੀ ਪੜ੍ਹਦਾ ਸੀ, 10ਵੀਂ ਚੋਂ ਫੇਲ ਕੇ ਉੱਥੇ ਚਲਾ ਗਿਆ ਸੀ। ਜਦੋਂ ਉਹਨੇ ਆਉਣਾ, ਉਹਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਸੁਣਾਉਣੀਆਂ। ਮੈਂ ਸਾਡੇ ਪਿੰਡ ਦਾ ਇੱਕ ਅਨਪੜ੍ਹ ਸੀਗਾ ਲੜਕਾ, ਜਦੋਂ ਮੈਂ ਗਿਆ ਹਿਮਾਚਲ ਚੋਂ ਪਿੰਡ ਛੁੱਟੀ, ਤੇ ਉਹ ਆਇਆ ਹੋਇਆ ਸੀ ਕਲਕੱਤੇ। ਅੱਛਾ ਜੀ। ਛਾਪਾਂ, ਕੜੇ ਕੁੜੇ ਤੇ ਜੁੱਤੀ, ਚੀਰੇ ਵਾਲੀਆਂ ਪੱਗਾਂ ਦਾ ਬਹੁਤ ਰਿਵਾਜ ਸੀ ਪੰਜਾਬ ਚ, ਕਲਕੱਤੇ ਆਉਂਦੇ ਹੁੰਦੇ ਸੀ, ਖਾਸ ਸੀ ਉਹ। ਤੇ ਉਹ ਮੈਨੂੰ ਪੁੱਛਦਾ ਵੀ ਤੈਨੂੰ ਤਨਖਾਹ ਕਿੰਨੀ ਕੁ ਮਿਲ ਜਾਂਦੀ ਹੈ? ਮੈਂ ਕਿਹਾ ਮਿਲ ਜਾਂਦੀ 250-300 ਰੁਪਇਆ। ਕਹਿੰਦੇ ਯਾਰ ਇੰਨੇ ਤਾਂ ਅਸੀਂ ਇੱਕ ਢਾਬੇ ਤੇ ਬੈਠੇ ਰੋਟੀ ਖਾ ਜਾਂਦੇ ਸਾਰੇ ਜਾਣੇ, ਕੱਲੇ ਕੱਲੇ ਹੀ। ਤੇ ਮੈਂ ਸੋਚੀ ਜਾਵਾਂ 12-13 ਸਾਲ ਪੜ੍ਹਾਈ ਤੇ ਵੀ ਖਰਾਬ ਕਰਤੇ, 15 ਸਾਲ ਤਨਖਾਹ ਤੈਨੂੰ ਮਿਲਦੀ ਆ 250-300। ਇਹ ਬੰਦਾ ਅਨਪੜ੍ਹ ਹੈ ਔਰ ਜ਼ਿੰਦਗੀ ਚ ਇਹ ਸਮਝਦਾ, ਕਹਿੰਦਾ ਅਸੀਂ 250-300 ਦੀ ਰੋਟੀ ਇੱਕ ਵਾਰੀ ਖਾ ਜਾਂਦੇ। ਮੈਂ ਮਨ ਚ ਮੇਰੇ ਉਦੋਂ ਬੈਠ ਗਿਆ, ਮੈਂ ਕਿਹਾ ਯਾਰ ਕਲਕੱਤਾ ਇੱਕ ਵਾਰੀ ਦੇਖ ਕੇ ਤਾਂ ਜ਼ਰੂਰ ਆਉਣਾ, ਮੇਰੇ ਭਾਈ ਵੀ ਉੱਥੇ ਹੀ ਹੈ। ਮੈਂ ਉੱਥੋਂ ਨਿਕਲ ਗਿਆ ਕਲਕੱਤੇ ਨੂੰ, ਬਸ ਫਿਰ ਸਮਝੋ ਵੀ ਜ਼ਿੰਦਗੀ ਉੱਥੋਂ ਜਾ ਕੇ ਫਿਰ ਜ਼ੀਰੋ ਤੋਂ ਸ਼ੁਰੂ ਕੀਤੀ। ਇੱਕ ਕੁਦਰਤੀ ਮੈਨੂੰ ਇੱਕ ਪੁਰਾਣਾ ਡਰਾਈਵਰ ਮਿਲ ਗਿਆ, ਟੀਚਰਾਂ ਮੈਂ ਬਹੁਤ ਲੋਕਾਂ ਦੀਆਂ ਸਹੀਆਂ, ਬਹੁਤ ਜ਼ਿਆਦਾ ਹੀ। ਇੱਕ ਤਾਂ ਉਮਰ ਇਹੋ ਜਿਹੀ ਸੀ ਵੀ ਉੱਥੇ ਜਾਂਦੇ ਹੁੰਦੇ ਆ ਬੱਚੇ ਸਿੱਖਣ। ਮੈਂ ਹੁਣ ਸਮਝ ਲਓ ਵੀ ਮੇਰਾ ਤਾਂ ਉਦੋਂ ਵਿਆਹ ਵੀ ਹੋ ਚੁੱਕਿਆ ਸੀਗਾ, 2 ਬੱਚੇ ਸੀਗੇ ਮੇਰੇ। 63 ਚ ਮੇਰੀ ਮੈਰਿਜ ਹੋ ਗਈ ਸੀ, ਤੇ ਮੈਂ ਗਿਆ 69 ਚ, 68 ਚ। ਤੇ ਉਹ ਮੈਨੂੰ ਟੀਚਰਾਂ ਕਰਿਆ ਕਰਨ ਵੀ ਇਹ ਕੁਛ ਕਰਕੇ ਆਇਆ ਉਹ, ਉਹਨੇ ਕੋਈ ਪੰਗਾ ਲਿਆ ਹੋਊ ਸਕੂਲ ਚ, ਜਾਂ ਕੋਈ ਹੋਰ ਕੋਈ ਉੱਪ ਕੀਤਾ ਹੋਊ। ਫਿਰ ਉਹ, ਪਰ ਕੁਝ ਬੱਚੇ ਬੰਦੇ ਉੱਥੇ ਸਾਡੇ ਭਾਈਚਾਰੇ ਵਿੱਚ ਨਾ ਬਹੁਤ ਸਾਊ ਤੇ ਸਮਝਦਾਰ ਵੀ ਹੁੰਦੇ ਆ। ਉਹ ਮੈਨੂੰ ਕਹਿੰਦੇ ਵੀ ਹੁਣ ਤੂੰ ਆ ਤਾਂ ਗਿਆ, ਪਿੱਛੇ ਮੁੜ ਕੇ ਨਾ ਦੇਖੀ ਕਦੇ। ਠੀਕ ਹੈ, ਜਿਹੜਾ ਕੁਝ ਹੈ ਤੂੰ ਬਸ, ਤੂੰ ਹੁਣ ਇੱਥੋਂ ਮੁੜਨਾ ਤਾਂ ਕੁਝ ਬਣ ਕੇ ਮੁੜਨਾ। ਬਸ ਉਹ ਮੈਂ ਉਹਦੀ ਗੱਲ ਜਿਹੜੀ ਉਹਦੀ ਸਿੱਖਿਆ ਸਮਝ ਲਓ ਪੱਲੇ ਬੰਨ ਲਈ। ਔਰ ਫਿਰ ਮੈਂ ਸਮਝ ਲਓ ਵੀ ਚੱਕੇ ਵੀ ਧੋਤੇ, ਤੇ ਤਰਪਾਲਾਂ ਵੀ ਕੱਸੀਆਂ, ਤੇ ਮੀਂਹ ਪੈਂਦਿਆਂ ਵਿੱਚ ਲੋਡ ਟਰੱਕਾਂ ਦੇ ਟਾਇਰ ਵੀ ਬਦਲੇ, ਡਰਾਈਵਰੀ ਸਿੱਖੀ, ਡਰਾਈਵਰੀ ਕੀਤੀ, ਮਾਲਕ ਬਣਿਆ, ਟਰਾਂਸਪੋਰਟ ਆਪਣੀ ਖੜੀ ਕੀਤੀ। ਇਹ ਸਾਰਾ ਕੁਛ ਉੱਥੋਂ ਕਲਕੱਤੇ ਦੀ ਦੇਣ ਹੈਗੀ ਹੈ। ਤੇ ਇਸ ਕਰਕੇ ਫਿਰ ਮੈਂ ਕੁਝ ਬਣਨ ਗਿਆ ਸੀ, ਪਰ ਮੈਂ ਸਮਝੋ ਵੀ ਆਪਣੇ ਜਿਹੜੇ ਮੇਰੇ ਮਨ ਵਿੱਚ ਇੱਛਾਵਾਂ ਸੀ, ਉਹ ਪੂਰੀਆਂ ਉੱਥੇ ਕਲਕੱਤੇ ਜਾ ਕੇ ਹੋਈਆਂ। ਚਲੋ ਬਹੁਤ ਚੰਗੀ ਗੱਲ ਹੈ ਜੀ। ਤੇ ਉੱਥੇ ਜਾ ਕੇ ਹੀ ਤੁਹਾਡੇ ਮਤਲਬ ਸਾਹਿਤ ਦੇ ਬੀਜ ਫੁੱਟੇ, ਹਾਂ, ਇਹ ਖੈਰ ਮੇਰਾ ਕੋਈ, ਮੈਂ ਸਮਝਦਾ ਨਾ ਵੀ ਸੁਪਨਾ ਤਾਂ ਕੋਈ ਹੈ ਨਹੀਂ ਸੀ ਮੇਰਾ। ਨਾ ਮੈਂ ਕਦੇ ਸੋਚਿਆ ਸੀ ਲੇਖਕ ਬਣਨ ਬਾਰੇ, ਕਦੇ ਵੀ ਮਨ ਵਿੱਚ ਇਸ ਤਰ੍ਹਾਂ ਦਾ ਮੇਰੇ ਵਿਚਾਰ ਨਹੀਂ ਸੀ ਆਇਆ ਹੈਗਾ ਜੀ। ਸਾਹਿਤ ਪੜ੍ਹਨ ਦਾ ਸ਼ੌਕ ਬਹੁਤ ਸੀ ਮੈਨੂੰ, 10ਵੀਂ ਵਿੱਚ ਵੀ ਸ਼ੌਕ ਪੈਦਾ ਹੋ ਗਿਆ ਸੀਗਾ। ਸਬੱਬ ਨਾਲ ਮੇਰੀ ਵੱਡੀ ਸਿਸਟਰ ਢੁੱਡੀ ਕੇ ਵਿਆਹੀ ਸੀ, ਤੇ ਜਸਵੰਤ ਸਿੰਘ ਕੰਵਲ ਨੂੰ ਮਿਲਣ ਦੇ ਮੌਕੇ ਮੈਨੂੰ ਮਿਲਦੇ ਸੀਗੇ ਉਦੋਂ। ਮੇਰੇ ਜੀਜਾ ਜੀ ਮੈਨੂੰ ਲੈ ਜਾਂਦੇ ਸੀ, ਕੰਵਲ ਨੂੰ ਮਿਲਣਾ। ਇੱਕ ਵਾਰੀ ਉੱਥੇ ਬਲਰਾਜ ਸਾਹਨੀ ਆਇਆ ਸੀ, ਉਹਨੇ ਕਹਿਣਾ ਬਲਰਾਜ ਸਾਹਨੀ ਨੂੰ ਦੇਖਣਾ, ਮਿਲਣਾ। ਉਦੋਂ ਦੇਖਣੇ, ਕਿਉਂਕਿ ਐਕਟਰ ਵੱਡੇ ਸੀ, ਉਹ ਦੇਖਣਾ ਹੀ ਕਹਿੰਦੇ ਸੀ, ਬਲਰਾਜ ਸਾਹਨੀ ਦੇਖਣਾ। ਤੋ ਇਹ ਜੇ ਉਹ, ਔਰ ਉਹਦੇ ਨਾਵਲ ਕਮਲ ਦੇ ਲਿਆਉਣੇ, ਪੂਰਨਮਾਸ਼ੀ, ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਇਹ ਮੈਂ 12ਵੀਂ ਤੋਂ ਪਹਿਲਾਂ ਹੀ ਸਾਰੇ ਪੜ੍ਹ ਚੁੱਕਿਆ ਸੀਗਾ। ਪੜ੍ਹਨ ਦਾ ਸ਼ੌਕ ਜ਼ਰੂਰ ਮੈਨੂੰ ਲੱਗ ਗਿਆ ਸੀਗਾ। ਔਰ ਮੈਂ ਸਮਝਦਾ ਵੀ ਕਿਤਾਬਾਂ ਨਾਲ ਜੇ ਮੈਂ ਜੁੜਿਆ ਸੀ, ਔਰ ਅੱਜ ਵੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਕਿਤੇ ਮੌਕਾ ਮਿਲਦਾ ਵੀ ਕਿਤਾਬਾਂ ਨਾਲ ਜੁੜੇ ਹੋਣ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਆ ਬਦਲ ਜਾਂਦੀ ਆ। ਤੇ ਉਹ ਮੈਂ ਬੇਸ਼ੱਕ ਬੜੇ ਰੁੱਖੇ ਜਿਹੇ ਕਿੱਤੇ ਵਿੱਚ ਸੀਗਾ ਟਰਾਂਸਪੋਰਟ ਦੇ ਵਿੱਚ, ਪਰ ਮੇਰੇ ਸਮਝ ਲਓ ਵੀ ਗੱਡੀ ਦੇ ਕੈਬਨ ਦੇ ਵਿੱਚ ਹਮੇਸ਼ਾ ਕੋਈ ਕਿਤਾਬ, ਕੋਈ ਮੈਗਜ਼ੀਨ ਹੁੰਦੀ ਸੀਗੀ ਹਮੇਸ਼ਾ। ਜੇ ਢਾਬਿਆਂ ਦੇ ਉੱਤੇ ਵੀ ਕਿਤੇ ਮੈਨੂੰ ਮੌਕਾ ਮਿਲਣਾ, ਹਾਲਾਂਕਿ ਡਰਾਈਵਰ ਇਕੱਠੇ ਹੋ ਕੇ ਇੱਥੇ ਜੂਆ ਖੇਡਦੇ ਸੀ, ਸ਼ਰਾਬਾਂ ਪੀਂਦੇ ਸੀ, ਤਾਸ਼ ਖੇਡਦੇ ਸੀ, ਹੋਰ ਬੜੀਆਂ ਖੜਮਸਤੀਆਂ ਕਰਦੇ ਸੀ। ਖੈਰ ਵਿੱਚ ਸ਼ਾਮਲ ਤਾਂ ਵਿੱਚ ਮੈਂ ਵੀ ਹੁੰਦਾ ਸੀ ਕਦੇ ਕਦੇ, ਪਰ ਹਮੇਸ਼ਾ ਮੇਰਾ ਜੋ ਠੀਕ ਲੱਗਣਾ, ਮੈਂ ਆਪਣਾ ਪਾਸੇ ਉੱਡ ਕੇ ਕੋਈ ਮੈਗਜ਼ੀਨ ਜਾਂ ਕੋਈ ਕਿਤਾਬ ਪੜ੍ਹਦੇ ਰਹਿਣਾ। ਤੇ ਇਸ ਤਰ੍ਹਾਂ, ਹਾਂਜੀ। ਤੇ ਫਿਰ ਮੈਨੂੰ ਇੱਕ ਦਿਨ ਇਹ ਮਹਿਸੂਸ ਹੋਇਆ ਵੀ ਜਿਸ ਤਰ੍ਹਾਂ ਦਾ ਅਸੀਂ ਜੀਵਨ ਹੰਢਾਉਂਦੇ ਆ ਡਰਾਈਵਰ, ਜਿਸ ਤਰ੍ਹਾਂ ਦੀ ਜੂਨ ਭੋਗਦੇ ਨੇ, ਔਰ ਜਿਸ ਤਰ੍ਹਾਂ ਦਾ ਸਮਾਜ ਵਿੱਚ ਸਾਡੇ ਡਰਾਈਵਰ ਭਾਈਚਾਰਿਆਂ ਦੀ
ਜਿਹੜਾ ਲੋਕ ਜਿਹੜੇ ਜਿਸ ਤਰ੍ਹਾਂ ਦੀਆਂ ਧਾਰਨਾ ਸਾਡੇ ਬਾਰੇ ਬਣਾਈਆਂ ਹੋਈਆਂ ਉਹਨਾਂ ਦੀਆਂ, ਇਹ ਮੈਨੂੰ ਬੜੀ ਕਈ ਵਾਰੀ ਤਕਲੀਫ ਹੋਣੀ ਵੀ ਸਾਡੀ ਜ਼ਿੰਦਗੀ ਤਾਂ ਹੁਣ ਘਰੋਂ ਤਾਂ ਸਮਝ ਲਓ ਅਸੀਂ ਕਹਿ ਚੱਲੇ ਆ ਵੀ ਆਉਨੇ ਆ, ਪਰ ਗਾਰੰਟੀ ਕੀ ਹੈ ਵੀ ਇਹ ਵਾਕਈ ਅਸੀਂ ਮੁੜ ਆਵਾਂਗੇ? ਜਦੋਂ ਅੱਜ ਦੇਖ ਲਓ ਅੱਜ ਦੇ ਹਾਦਸੇ ਜਾਂ ਉਦੋਂ ਦੇ ਹਾਦਸੇ ਜਿਹੜੇ ਹੁੰਦੇ ਸੀਗੇ, ਤੇ ਮੈਂ ਤਾਂ 15-15 ਦਿਨ ਜਾਣਾ, ਸ਼ਾਮ ਜਾਣਾ, ਉਧਰੋਂ ਮਾਲ ਜਨ ਨਹੀਂ ਮਿਲਣਾ, ਉੱਥੇ ਖੜ ਜਾਣਾ, ਇੱਧਰ ਉੜੀਸਾ ਜਾਣਾ, ਬਿਹਾਰ ਜਾਣਾ, ਸਾਰੇ ਉਧਰਲਾ ਸਾਰਾ ਏਰੀਆ ਜਿਹੜਾ ਉਹ ਟਰੱਕਾਂ ਰਾਹੀਂ ਸੜਕਾਂ ਰਾਹੀਂ ਮੇਰਾ ਗਾਇਆ ਸੀ। ਤੇ ਮਨ ਚ ਇਹ ਹੁੰਦਾ ਸੀ ਵੀ ਸਾਡਾ ਜੀਵਨ ਜਿਹੜਾ ਬੜਾ ਅਸੁਰੱਖਿਅਤ ਹੈ, ਇੱਕ ਪਲ ਦਾ ਭਰੋਸਾ ਨਹੀਂ, ਇੱਕ ਢਾਬੇ ਤੇ ਚਾਹ ਪੀਤੀ ਆ, ਦੂਜੇ ਤੇ ਰੋਟੀ ਖਾਣ ਤੇ ਪਹੁੰਚਣਾ ਨਹੀਂ ਪਹੁੰਚਣਾ, ਪਰ ਸਮਾਜ ਦੇ ਵਿੱਚ ਸਾਡਾ ਇਮੇਜ ਬਹੁਤ ਮਾੜਾ ਹੈ। ਤੇ ਦੇਖੋ ਜ਼ਿੰਦਗੀ ਵਿੱਚ ਨਾ ਕਈ ਵਾਰੀ ਤੁਹਾਨੂੰ ਇਹੋ ਜਿਹੇ ਮੋੜ ਆਉਂਦੇ ਨੇ ਵੀ ਸੋਚ ਹੀ ਨਹੀਂ ਸਕਦੇ ਹੁੰਦੇ ਵੀ ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾਣੀ ਹੈਗੀ ਹੈ। ਬਿਲਕੁਲ। ਮੈਂ ਇੱਕ ਦਿਨ ਕੋਈ ਐਤਵਾਰ ਦਾ ਦਿਨ ਸੀ ਤੇ ਬੈਠਾ ਹੋਇਆ ਸੀ ਉੱਤੇ, ਸਾਡੇ ਭਵਾਨੀਪੁਰ ਦਾ ਏਰੀਆ ਹੈ, ਉੱਥੇ ਮੈਗਜ਼ੀਨ ਆਉਂਦੇ ਹੁੰਦੇ ਸੀ ਪੰਜਾਬ ਤੋਂ, ਅਖਬਾਰ ਵੀ ਆਉਂਦੇ ਸੀ, ਸਾਰੇ ਮੈਗਜ਼ੀਨ ਵੀ ਆਉਂਦੇ ਸੀ। ਹਾਲਾਂਕਿ ਉਹ ਵੇਚਣ ਵਾਲਾ ਇੱਕ ਬਿਹਾਰੀਆ ਸੀ ਜਿਹੜਾ ਉੱਥੇ ਸਾਰੇ ਬੰਗਲਾਦੇਵੀ ਸਾਰੇ ਫੁੱਟਪਾਥ ਦੇ ਤੇ ਰੱਖ ਕੇ ਵੇਚਦਾ ਹੁੰਦਾ ਸੀ। ਉੱਥੇ ਨਾਗਮਣੀ ਚੁੱਕ ਲੈਣੀ ਜਾਂ ਪ੍ਰੀਤ ਲੜੀ ਚੁੱਕ ਲੈਣੀ ਜਾਂ ਟ੍ਰਿਬਿਊਨ ਲੈ ਕੇ ਪੜ੍ਹਨ ਲੱਗ ਜਾਣਾ। ਤੇ ਉੱਥੇ ਇੱਕ ਮੈਗਜ਼ੀਨ ਮਿਲਿਆ ਪਿਆ ਸੀ ਸੱਜਰੀ ਪੈਡ। ਸੱਜਰੀ ਪੈਡ ਉੱਥੋਂ ਮੈਂ ਦੇਖਿਆ ਐਡਰੈਸ ਕਲਕੱਤੇ ਤੋਂ ਨਿਕਲਦਾ। ਮੈਂ ਕਿਹਾ ਵੀ ਕਮਾਲ ਹੋ ਗਈ, ਕਲਕੱਤੇ ਅਖਬਾਰ ਤਾਂ ਜਿਹੜੇ ਸੀਗੇ ਉਹ ਤਾਂ ਦੋ ਪੰਜਾਬੀ ਦੇ ਅਖਬਾਰ ਇੱਕੋ ਇੱਕ, ਦੇਖੋ ਪੰਜਾਬ ਤੋਂ ਬਾਹਰ ਦੀ ਸਟੇਟ ਸੀ ਜਿੱਥੇ ਡੇਲੀ ਦੋ ਪੰਜਾਬੀ ਦੇ ਅਖਬਾਰ ਨਿਕਲਦੇ ਸੀ, ਦੋ, ਇੱਕ ਦੇਸ਼ ਦਰਪਣ, ਇੱਕ ਨਵੀਂ ਪ੍ਰਭਾਤ। ਤੇ ਜਦੋਂ ਮੈਂ ਐਡਰੈਸ ਪੜਿਆ ਉਹ ਮੇਰੇ ਨੇੜੇ ਸੀ ਜਿੱਥੇ ਮੈਂ ਬੈਠਾ ਸੀ, ਔਰ ਮੈਂ ਉਸੇ ਗਲੀ ਵਿੱਚ ਦੀ ਲੰਘ ਕੇ ਆਪਣੇ ਘਰ ਜਾਂਦਾ ਹੁੰਦਾ ਸੀ। ਤੇ ਮੈਂ ਉਹ ਪੁੱਛ ਕੇ ਗਿਆ ਤੇ ਦੇਖਿਆ ਉੱਥੇ ਡਾਕਟਰ ਲਿਖਿਆ ਹੋਇਆ, ਹੋਮਿਓਪੈਥੀ ਦਾ ਡਾਕਟਰ ਸੀ ਸੁਖਵੰਤ ਸਿੰਘ। ਉੱਥੇ ਮਰੀਜ਼ ਬੈਠੇ ਸੀ। ਜਦੋਂ ਮੇਰੀ ਵਾਰੀ ਆਈ ਕਹਿੰਦੇ ਹਾਂਜੀ ਦੱਸੋ ਕੀ ਤਕਲੀਫ ਹੈ। ਮੈਂ ਕਿਹਾ ਤਕਲੀਫ ਤਾਂ ਕੁਛ ਨਹੀਂ, ਮੈਂ ਆਹ ਮੈਗਜ਼ੀਨ ਪੁੱਛਣਾ ਵੀ ਕਿੱਥੋਂ ਕੱਢਦੇ ਹੋ। ਉਸ ਦੀ ਮੈਂ ਗੱਲ ਇਹਨੂੰ ਛੋਟੀ ਕਰਦਾ, ਹੋਰ ਗੱਲਾਂ ਆਪਣੀਆਂ ਕਰਨੀਆਂ ਹੋਣਗੀਆਂ। ਤੇ ਜਾਣੀ ਉਸ ਵੇਲੇ ਉਹ ਮੈਨੂੰ ਕਹਿੰਦਾ ਤੂੰ ਕੀ ਕਰਦਾ? ਮੈਂ ਕਿਹਾ ਮੈਂ ਡਰਾਈਵਰ ਹੈ, ਟਰੱਕ ਚਲਾਉਣਾ। ਤੇ ਕਹਿੰਦਾ ਜਦੋਂ ਕਿਤੇ ਵਿਹਲਾ ਹੋਇਆ ਐਤਵਾਰ ਨੂੰ ਮਹੀਨੇ ਦੇ ਇੱਕ ਐਤਵਾਰ ਸਾਡੀ ਮੀਟਿੰਗ ਹੁੰਦੀ ਹੈ ਖਾਲਸਾ ਸਕੂਲ ਚ, ਸਾਹਿਤ ਸਭਾ ਬਣਾਈ ਹੋਈ ਹੈ, ਤੂੰ ਉੱਥੇ ਆਇਆ ਕਰ। ਮੈਂ ਇੱਕ ਦੋ ਮੀਟਿੰਗਾਂ ਉੱਥੇ ਗਿਆ। ਇੱਕ ਵਾਰੀ ਮੈਨੂੰ ਕਹਿੰਦਾ ਕੁਝ ਲਿਖ ਕੇ ਲਿਆਇਆ ਕਰ। ਤੇ ਮੈਂ ਡਰਾਈਵਰਾਂ ਬਾਰੇ ਵੀ ਜਿਹੜਾ ਕੁਛ ਸਾਡੇ ਨਾਲ ਵਾਪਰਦਾ ਜਾਂ ਹੁੰਦਾ ਮੈਂ ਉਹ ਦੋ ਤਿੰਨ ਸਭੇ ਲੈ ਕੇ ਲੈ ਗਿਆ। ਔਰ ਬਾਅਦ ਵਿੱਚ ਮੈਂ ਉਹ ਨਾਗਮਣੀ ਨੂੰ ਭੇਜਤਾ ਵੈਸੇ ਹੀ, ਜਾਣੀ ਕੋਈ ਨੀ ਮਨ ਦੇ ਵਿੱਚ ਇਹ ਸੀਗਾ ਵੀ ਚਲੋ ਭੇਜ ਦਿੰਨੇ ਆ। ਤੇ 8-10 ਦਿਨਾਂ ਬਾਅਦ ਇੱਕ ਪੋਸਟ ਕਾਰਡ ਆਇਆ ਉਦੋਂ ਵੀ ਮੈਨੂੰ ਤੇਰਾ ਲਿਖਿਆ ਇਹ ਚੰਗਾ ਲੱਗਾ ਤੇ ਮੈਂ ਇਹਨੂੰ ਨਾਗਮਣੀ ਵਿੱਚ ਛਾਪੂਗੀ ਅਗਲੇ ਅੰਕ ਵਿੱਚ, ਅਮਰਤਾ ਪ੍ਰੀਤਮ ਦਾ। ਅੱਛਾ, ਇਹ ਨਾ ਮੇਰੇ ਵਾਸਤੇ ਸਮਝੋ ਇੱਕ ਬਹੁਤ ਵੱਡਾ ਤੋਹਫਾ ਸੀ। ਮੈਂ ਆਪਣੇ ਉਹ ਡਾਕਟਰ ਨੂੰ ਤੇ ਸਾਹਿਤ ਸਭਾ ਵਾਲਿਆਂ ਨੂੰ ਦਿਖਾਉਂਦਾ ਫਿਰਾਂ ਵੀ ਦੇਖੋ ਮੈਂ ਇੱਕ ਛੋਟਾ ਜਿਹਾ ਲੇਖ ਲਿਖਿਆ ਸੀ ਤੇ ਉਹ ਨਾਗਮਣੀ ਚ ਛਪੂਗਾ। ਤੇ ਉਹ ਹਾਲਾਂਕਿ ਟਰੱਕ ਡਰਾਈਵਰ ਮੈਨੂੰ ਮਜ਼ਾਕ ਕਰਦੇ ਰਹੇ ਵੀ ਇਹ ਕਿਹੜਾ ਕੋਈ ਏਡੀ ਵੱਡੀ ਗੱਲ ਹੈ, ਤੂੰ ਐਵੇਂ ਇਹਨੂੰ ਲਈ ਫਿਰਦਾ, ਚਿੱਠੀ ਨੂੰ ਜੇਬ ਚ ਪਾਈ ਫਿਰਦਾ, ਦਿਖਾਉਂਦਾ ਫਿਰਦਾ। ਚਲੋ ਮੇਰੇ ਉਦੋਂ ਨਾਗਮਣੀ ਮੈਗਜ਼ੀਨ ਇਸ ਤਰ੍ਹਾਂ ਦਾ ਸੀਗਾ ਵੀ ਉਹਦੇ ਵਿੱਚ ਛਪਣਾ ਵੀ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਸੀਗੀ, ਔਰ ਬਹੁਤ ਵੱਡਾ ਨਾਂ ਸੀ ਪੰਜਾਬੀ ਮੈਗਜ਼ੀਨਾਂ ਵਿੱਚ ਉਸਦਾ। ਅਮਰਤਾ ਪ੍ਰੀਤਮ ਦਾ ਨਾਂ ਤਾਂ ਸਹੀ ਸੀ, ਔਰ ਉਹਦੇ ਵਿੱਚ ਛਪਣ ਲਈ ਨਾ ਇੱਕ ਤਰ੍ਹਾਂ ਦੀ ਮੇਰਾ ਖਿਆਲ ਹੈ ਵੀ ਇਹ ਧਾਰਨਾ ਬਣੀ ਹੋਈ ਸੀ ਲੇਖਕਾਂ ਵਿੱਚ, ਜਿਹੜਾ ਨਾਗਮਣੀ ਛਪਦਾ ਉਹ ਲੇਖਕ ਬਣ ਜਾਂਦਾ ਹੈਗਾ। ਹਾਂਜੀ, ਮੈਂ ਜੋਸ਼ ਚ ਆ ਕੇ ਜਦੋਂ ਅਗਲੇ ਮਹੀਨੇ ਫੇਰ ਇੱਕ ਲੇਖ ਲਿਖਿਆ, ਉਹਨੂੰ ਫੇਰ ਉਹਨੇ ਖਤ ਲਿਖਿਆ। ਇੱਕ ਬੜੀ ਵੱਡੀ ਇਹ ਮੈਂ ਸਮਝਦਾ ਵੀ ਇਹ ਨਾ ਇੱਕ ਗੁਣ ਸੀ ਅਮਰਤਾ ਪ੍ਰੀਤਮ ਚ ਵੀ ਮੈਂ ਕੋਈ ਬਲਦੇਵ ਸਿੰਘ ਨੂੰ ਕੋਈ ਜਾਣਦਾ ਨਹੀਂ ਸੀ, ਸਾਹਿਤ ਵਿੱਚ ਕੋਈ ਨਾਂ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਸੀ ਕੌਣ ਹੈ, ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿੱਥੇ ਰਹਿੰਦਾ ਹੈ। ਉਸਨੇ ਕਿਸੇ ਨਵੇਂ ਬੰਦੇ ਦੀ ਕੋਈ ਰਚਨਾ ਪੜ੍ਹਨੀ, ਫਿਰ ਉਹਨੂੰ ਖਤ ਲਿਖਣਾ, ਫਿਰ ਉਹਨੂੰ ਕਹਿਣਾ ਵੀ ਮੈਨੂੰ ਚੰਗਾ ਲੱਗਿਆ। ਔਰ ਜਿਸ ਲੈਵਲ ਦੇ ਉੱਤੇ ਇੰਡੀਆ ਵਿੱਚ ਉਹਦੇ ਇੱਕ ਸਾਹਿਤਕਾਰ ਵਜੋਂ ਜਾਂ ਇੱਕ ਲੇਖਕ ਜਿਹੜੇ ਜਿਸ ਤਰ੍ਹਾਂ ਦਾ ਉਹਦਾ ਰੁਤਬਾ ਸੀ। ਹਾਂਜੀ, ਹੈਲੋ, ਹਾਂਜੀ ਸਰ। ਤੇ ਹਾਂ, ਤੇ ਉਹਨੇ ਕਿਹਾ ਵੀ ਮੈਨੂੰ ਨੀ ਪਤਾ ਤੂੰ ਕੌਣ ਹੈ, ਪਰ ਜੇ ਤੂੰ ਇਸ ਕਿੱਤੇ ਬਾਰੇ ਜਾਣਦਾ ਹੈ, ਜੇ ਤੈਨੂੰ ਪਤਾ ਹੈ ਜਾਂ ਤੇਰਾ ਕੋਈ ਇਹੋ ਜਿਹਾ ਅਨੁਭਵ ਹੈ, ਤੂੰ ਲਗਾਤਾਰ ਇਹਦੇ ਤੇ ਲਿਖ ਸਕਦਾ ਹੈ
ਤਾਂ ਨਾਗਮਣੀ ਤੈਨੂੰ ਹਰ ਮਹੀਨੇ ਛਾਪੂਗੀ, ਇਹਦਾ ਕੋਈ ਨਾਂ ਰੱਖ ਲੈ। ਕੀ ਬਾਤ ਹੈ। ਅੱਛਾ ਦੇਖੋ ਤੁਸੀਂ ਵੀ ਉਦੋਂ ਖਬਰਨਾਮਾ, ਜ਼ਿੰਦਗੀਨਾਮਾ ਅਮਰਤਾ ਪ੍ਰੀਤਮ ਦੇ ਨਾਂ ਤੇ ਨਾ ਇੱਕ ਉਦੋਂ ਕਾਫੀ ਵਿਵਾਦ ਉੱਠਿਆ ਹੋਇਆ ਸੀਗਾ, ਕ੍ਰਿਸ਼ਨਾ ਸੋਭਤੀ ਨਾਲ ਵੀ ਇਹ ਨਾਂ ਮੇਰਾ, ਇਹਦੇ ਕਾਫੀ ਚੱਲਿਆ ਹੋਇਆ ਸੀਗਾ ਇਹ। ਤੇ ਮੈਂ ਕਿਹਾ ਜ਼ਿੰਦਗੀਨਾਮਾ, ਖਬਰਨਾਮਾ, ਸਾਹਿਤਨਾਮਾ, ਹਦਾਇਤਨਾਮਾ, ਮੈਂ ਕਿਹਾ ਸੜਕਾਂ ਦੀ ਗੱਲ ਆ, ਸੜਕਨਾਮੇ ਰੱਖ ਲੈਂਦੇ ਆ। ਤੇ ਕੋਈ ਪਤਾ ਨਹੀਂ ਹੁੰਦਾ, ਮੈਂ ਕਹਿੰਦਾ ਉਹਨਾਂ ਵੀ ਨੀਹਾਂ ਨੂੰ ਪਤਾ ਨਹੀਂ ਹੁੰਦਾ ਇਹਦੇ ਤੇ ਕੀ ਉਸਰਨਾ ਹੈ ਵੀ। ਤੇ ਇਹ ਨਾਂ ਨੇ ਵੀ ਆਉਣ ਵਾਲੇ ਸਮੇਂ ਵਿੱਚ ਤੇ ਮੇਰੀ ਪਛਾਣ ਬਣਨਾ ਹੈ, ਜਾਂ ਮੇਰੇ ਇਸ ਨਾਂ ਨਾਲ ਮੈਨੂੰ ਜਾਣਿਆ ਜਾਣਾ ਹੈ। ਤੇ ਕਈ ਵਾਰੀ ਬਹੁਤ ਹੈਰਾਨ ਹੁੰਦੇ ਨੇ ਜਿਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਸੜਕਨਾਮਾ ਕੀ ਹੈ, ਤੇਰਾ ਕੋਈ ਗੋਤ ਹੈ, ਕੀ ਹੈ। ਮੈਂ ਕਿਹਾ ਵੀ ਇਹ ਹੁਣ ਤੇ ਉਹ ਸੜਕਨਾਮਾ ਦੇਖੋ ਵੀ ਇੰਨਾ ਪਾਪੂਲਰ ਹੋਇਆ, ਨਾਗਮਣੀ ਦੇ ਵਿੱਚ ਲਗਾਤਾਰ ਛਪਿਆ, ਇੱਥੋਂ ਤੱਕ ਵੀ ਅਮਰਤਾ ਪ੍ਰੀਤਮ ਖਾਸ ਕਰਕੇ ਉਸਦੀ ਇੰਨੀ ਪ੍ਰਸ਼ੰਸਕ ਰਹੀ, ਜੇ ਉਹਨੂੰ ਬਹੁਤ ਚੰਗਾ ਲੱਗਣਾ ਤੇ ਉਹਦਾ ਖਾਤ ਆਉਣਾ ਵੀ ਇਹ ਤਾਂ ਮੈਂ ਸਾਂਭ ਲਿਆ, ਕਿਸੇ ਵਿਸ਼ੇਸ਼ ਅੰਕ ਚ ਛਾਪਾਂਗੇ ਵੀ, ਜਲਦੀ ਇੱਕ ਹੋਰ ਭੇਜ। ਇਸ ਤਰ੍ਹਾਂ ਦੇ ਜਾਣੀ ਸੜਕਨਾਮਾ ਬਾਰੇ ਜਿਹੜੇ ਮੇਰੇ ਕੋਲੇ ਖਤ ਪਏ ਹੋਏ ਨੇ ਸਾਂਭੇ। ਤੇ ਉਸ ਤੋਂ ਬਾਅਦ ਫਿਰ ਜਿਹੜਾ ਵੀ ਕੋਈ ਪੰਜਾਬ ਵਿੱਚ ਪੁੱਛਦਾ ਹੋਣਾ ਵੀ ਇਹ ਕੌਣ ਹੈ, ਫਿਰ ਕਹਾਣੀਆਂ ਵੀ ਛਪਣ ਲੱਗੀਆਂ ਨਾਗਮਣੀ ਚ, ਇਵਨ ਸਿਰਜਣਾ ਵਿੱਚ ਵੀ ਕਹਾਣੀਆਂ ਛਪਣ ਲੱਗੀਆਂ, ਹੋਰ ਮੈਗਜ਼ੀਨਾਂ ਵਿੱਚ ਵੀ ਕਹਾਣੀਆਂ ਛਪਣ ਲੱਗੀਆਂ। ਉਹ ਪੁੱਛਣੇ ਵੀ ਹੈ ਬਲਦੇਵ ਸਿੰਘ ਦੀ ਕਹਾਣੀ ਆਈ ਹੈ, ਤੇ ਉਹਨੇ ਕਹਿਣਾ ਕੌਣ ਹੈ ਇਹ, ਕਹਿੰਦਾ ਸੜਕਨਾਮੇ ਵਾਲਾ ਹੈ। ਅੱਛਾ ਉਹ ਸੜਕਨਾਮਾ ਮੇਰੇ ਨਾਲ ਉੱਥੋਂ ਜੁੜਦਾ ਹੁਣ ਤਾਂ ਵੀ ਅਜੇ ਵੀ ਜਦੋਂ ਮੇਰੇ ਕੋਲ ਟੈਲੀਫੋਨ ਆਉਂਦੇ ਨੇ ਵੀ ਬਲਦੇਵ ਸਿੰਘ ਨਾਲ ਗੱਲ ਕਰਨੀ ਸੀ, ਮੈਂ ਕਿਹਾ ਜੀ ਬੋਲਦਾ ਹੈ, ਫਿਰ ਕਹਿਣਗੇ ਵੀ ਸੜਕਨਾਮਾ ਵਾਲੇ ਹੋ, ਮੈਂ ਕਿਹਾ ਹਾਂ ਉਹੀ ਹੈ। ਫਿਰ ਉਹ ਤਸੱਲੀ ਹੋ ਜਾਂਦੀ ਉਹਨਾਂ ਦੀ, ਹਾਂ ਬੰਦਾ ਉਹੀ ਹੈ ਜਿਹਦੇ ਨਾਲ ਗੱਲ ਕਰਨੀ ਹੈ। ਤੇ ਕਈ ਵਾਰੀ ਔਰ ਚੰਗਾ ਵੀ ਲੱਗਦਾ ਹੈ, ਔਰ ਕਈ ਵਾਰੀ ਚਿੰਤਾ ਵੀ ਹੁੰਦੀ ਸੀ ਜਦੋਂ ਮੈਨੂੰ ਸੜਕਨਾਮਾ ਬਹੁਤ ਪਾਪੂਲਰ ਹੋ ਗਿਆ ਸੀ। ਮੈਂ ਕਿਹਾ ਵੀ ਸ਼ਾਇਦ ਇਹ ਰਚਨਾ ਜਿਹੜੀ ਹੈ ਇੰਨੀ ਜ਼ਿਆਦਾ ਭਾਰੂ ਹੋ ਗਈ ਹੈ, ਤੇ ਸ਼ਾਇਦ ਮੇਰੀਆਂ ਦੂਜੀਆਂ ਰਚਨਾਵਾਂ ਦੇ ਉੱਤੇ ਇਹ ਅੰਬਰ ਵੇਲ ਵੀ ਸ਼ਾਇਦ ਹਾਵੀ ਹੋ ਜਾਊਗੀ, ਤੇ ਸ਼ਾਇਦ ਉਹਨਾਂ ਦੀ ਚਰਚਾ ਨਾ ਹੋਵੇ। ਇਹ ਮਨ ਚ ਸੀ ਮੇਰੇ, ਇਸ ਤਰ੍ਹਾਂ ਦੀਆਂ ਇਹ ਚਿੰਤਾ ਸੀਗੀ ਵੀ ਬਹੁਤ ਜ਼ਿਆਦਾ ਸੜਕਨਾਮਾ ਜਿਹੜਾ ਹੈ ਹੁੰਗਾਰਾ ਮਿਲਿਆ ਮੈਨੂੰ ਪਾਠਕਾਂ ਵੱਲੋਂ। ਬਿਲਕੁਲ ਜੀ ਬਿਲਕੁਲ। ਔਰ ਨਾਲ ਹੀ ਹਾਂਜੀ ਹੁੰਗਾਰੇ ਦੇ ਨਾਲ ਹੀ ਇੱਕ ਪ੍ਰਸ਼ਨ ਵੀ ਪੈਦਾ ਹੋਇਆ ਆਪਣੇ ਪੰਜਾਬੀ ਸਾਹਿਤ ਦੇ ਵਿੱਚ ਕਿ ਲੋਕਾਂ ਨੂੰ ਇਹ ਸੀ ਵੀ ਚੀਜ਼ ਤਾਂ ਬਹੁਤ ਸੋਹਣੀ ਹੈ, ਪਰ ਇਹਨੂੰ ਕਹੀਏ ਕਿ ਨਾ ਇਹ ਸਫ਼ਰਨਾਮਾ ਹੈ, ਨਾ ਇਹ ਜੀਵਨੀ ਹੈ, ਨਾ ਕਹਾਣੀ ਹੈ, ਨਾ ਨਾਵਲ ਹੈ। ਔਰ ਇਸ ਤਰੀਕੇ ਦੀ ਵੀ ਚਰਚਾ ਜਿਹੜੀ ਹੈਗੀ ਕਾਫੀ ਤੁਸੀਂ ਦੇਖੋ ਵੀ ਇਸ ਕੱਲੀ ਕਿਤਾਬ ਦੇ ਉੱਤੇ ਡਾਕਟਰ PR ਵਿਨੋਦ ਨੇ MPhil ਕਰਵਾਈ ਇੱਕ ਲੜਕੀ ਤੋਂ, ਮੈਨੂੰ ਕਹਿੰਦਾ ਸੀ। ਔਰ ਬਹੁਤ ਮੇਰੇ ਅੱਛੇ ਮਿੱਤਰਾਂ ਵਰਗੇ ਪ੍ਰਸ਼ੰਸਕ ਸੀਗੇ ਉਹ। ਤੇ ਮੈਨੂੰ ਇੱਕ ਦਿਨ ਕਹਿੰਦਾ ਵੀ ਬਲਦੇਵ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਹਨੂੰ ਸਾਹਿਤ ਦੀ ਕਿਹੜੀ ਵਿਧਾ ਵਿੱਚ ਰੱਖੀ, ਇਹਦੇ ਚ ਨਾਟਕੀਕਰਨ ਵੀ ਹੈ, ਇਹਦੇ ਚ ਜੀਵਨੀ ਵੀ ਹੈ, ਇਹਦੇ ਚ ਕਹਾਣੀ ਵੀ ਹੈ, ਤੇ ਇਹਦੇ ਚ ਇੰਨਾ ਕੁਛ ਰਲਿਆ ਮਿਲਿਆ ਹੈਗਾ, ਇਹਦੇ ਚ ਵਾਰਤਕ ਵੀ ਹੈ, ਵੀ ਸਾਹਿਤ ਦੀ ਇੱਕ ਵੱਖਰੀ ਵਿਧਾ ਹੈਗੀ ਹੈ। ਤੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਸਾਹਿਤ ਦੀਆਂ ਵਿਧਾਵਾਂ, ਕਵਿਤਾ, ਵਾਰਤਕ, ਨਾਵਲ, ਕਹਾਣੀ ਤਾਂ ਹੈਗੀ ਹੈ। ਤੇ ਮੈਂ ਮਾਣ ਨਾਲ ਕਹਿੰਦਾ ਹੁੰਦਾ ਵੀ ਸੜਕਨਾਮਾ ਵੀ ਇੱਕ ਵਿਧਾ ਹੈ ਵੀ ਜਿਹੜੀ ਇਹਨਾਂ ਵਿਧਾਵਾਂ ਤੋਂ ਪਾਸੇ ਹੈ, ਜਿਹਦੇ ਚ ਸਾਰਾ ਕੁਝ ਹੀ ਹੈਗਾ, ਤੇ ਅੱਛਾ ਵੀ ਲੱਗਦਾ ਹੈਗਾ ਸਾਰਾ। ਬਿਲਕੁਲ ਜੀ। ਬਲਦੇਵ ਸਿੰਘ ਜੀ, ਆਪਣੇ ਤੁਹਾਡੇ ਪਾਠਕ ਬੜੀ ਮਤਲਬ ਭਾਰੀ ਗਿਣਤੀ ਦੇ ਵਿੱਚ ਜੁੜ ਰਹੇ ਨੇ ਆਪਣੇ ਨਾਲ। ਅਵਤਾਰ ਸਿੰਘ ਜੀ ਜੁੜੇ ਹੋਏ ਨੇ, ਜਸਪ੍ਰੀਤ ਕੌਰ, ਬੇਅੰਤ ਜੋਤ, ਜਸਪ੍ਰੀਤ ਧਨੋਆ ਜੀ, ਜਸਮਨਪ੍ਰੀਤ, ਬੂਟਾ ਸਿੰਘ ਜੀ, ਰਜਨੀ ਜੀ, ਅਰਵਿੰਦਰ ਜੀ, ਸਿੱਧੂ, ਗੁਰਮੀਤ ਜੀ, ਹਰੀਮਾ। ਤਾਂ ਇਹ ਆਪਣੇ ਅਸੀਂ ਦਰਸ਼ਕਾਂ ਨੂੰ ਇਸ ਵਾਰੀ ਇਹ ਵੀ ਕਿਹਾ ਹੋਇਆ, ਪਹਿਲਾਂ ਵੀ ਇਹ ਫੈਸਿਲਿਟੀ ਸੀਗੀ ਕਿ ਤੁਸੀਂ ਆਪਣੇ ਪ੍ਰਸ਼ਨ ਵੀ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਉਹ ਪੁੱਛਾਂਗੇ। ਪ੍ਰਸ਼ਨ ਵੀ ਆ ਰਹੇ ਹੈ ਜੀ। ਤੇ ਇਸੇ ਤਰੀਕੇ ਨਾਲ ਨਾ ਸਾਨੂੰ ਇਹਨਾਂ ਨੇ ਸਿੱਧੂ ਗੁਰਮੀਤ ਜੀ ਨੇ ਪੁੱਛਿਆ, ਕਹਿੰਦੇ ਬਾਸ਼ੇ ਡਰਾਈਵਰ ਬਾਰੇ ਜ਼ਰੂਰ ਪੁੱਛੋ ਬਲਦੇਵ ਜੀ ਨੂੰ, ਕਿ ਥੋੜਾ ਜਿੰਨਾ ਵੀ ਮਤਲਬ। ਅੱਛਾ ਉਹ ਦੇਖੋ ਕਈ ਵਾਰੀ ਨਾ ਇੱਕ ਆਮ ਇੱਕ ਧਾਰਨਾ ਜੀ ਬਣੀ ਹੁੰਦੀ ਹੈ ਵੀ ਬਹੁਤ ਲੇਖਕ ਆਪਣੇ ਜੀਵਨੀਆਂ ਵਿੱਚ ਜਾਂ ਕਿਤੇ ਨਾ ਕਿਤੇ ਆਪਣੀਆਂ ਰਚਨਾਵਾਂ ਦੱਸਦੇ ਨੇ ਵੀ ਮੈਂ ਪਾਤਰਾਂ ਦੇ ਮਗਰ ਲੱਗ ਗਿਆ, ਫਿਰ ਉਹਦੇ ਮਗਰ ਤੁਰਿਆ ਗਿਆ, ਮੈਂ 1.5 ਮਹੀਨਾ 2 ਮਹੀਨੇ ਉਹਦੀ ਖੋਜ ਕੀਤੀ। ਔਰ ਮੈਂ ਨਾ ਬੜੇ ਗਰਵ ਨਾਲ ਕਹਿ ਸਕਦਾ ਵੀ ਪਾਤਰ ਮੇਰੇ ਮਗਰ ਤੁਰੇ ਫਿਰਦੇ ਹੁੰਦੇ ਸੀ, ਮੇਰੇ ਆਲੇ ਦੁਆਲੇ, ਲੱਭਣ ਨਹੀਂ ਜਾਣਾ ਪੈਂਦਾ ਸੀ ਮੈਨੂੰ। ਔਰ ਭਾਸ਼ਾ ਸਾਡਾ ਏਡਾ ਜਿੰਦਾ ਦਿਲ ਪਾਤਰ ਹੈ ਨਾ ਸਾਡੇ ਸੜਕਨਾਮੇ ਦਾ। ਔਰ ਪਾਤਰ ਵੀ ਕੋਈ ਕਲਪਿਤ ਪਾਤਰ ਨਹੀਂ ਹੈ, ਜਿਉਂਦਾ ਜਾਗਦਾ ਪਾਤਰ ਅਜੇ ਵੀ ਹੈਗਾ।
ਅਜੇ ਵੀ ਮੈਨੂੰ ਕਦੇ ਕਦੇ ਫੋਨ ਕਰਦਾ ਹੁੰਦਾ, ਅਜੇ ਵੀ। ਹੁਣ ਕੈਨੇਡਾ ਚਲਾ ਗਿਆ ਉਹ, ਤੇ ਉਹ ਜਾਣੀ ਦੇਖੋ ਵੀ ਕਿੱਤਾ ਸਾਡਾ ਕਿਸ ਤਰ੍ਹਾਂ ਦਾ ਵੀ ਹੈ ਜੀ। ਉਹ ਜਾਣੀ ਹਾਦਸਿਆਂ ਵਿੱਚੋਂ ਵੀ ਹਾਸੇ ਕੱਢ ਲੈਂਦਾ ਸੀ। ਇਹ ਬੜੀ ਵੱਡੀ ਗੱਲ ਸੀ ਵੀ ਕਿੰਨੇ ਵੀ ਸੰਕਟ ਵਿੱਚ ਹੋਵੇ ਕਿਸੇ ਵੀ ਹੈ, ਔਰ ਪਰੇਸ਼ਾਨ ਡਰਾਈਵਰਾਂ ਹੋਣ ਸਾਰਿਆਂ ਨੂੰ ਇਹੋ ਜਿਹੇ ਖੇੜੇ ਵਿੱਚ ਲੈ ਆਉਂਦਾ ਸੀ। ਇੱਕ ਵਾਰੀ ਮੈਨੂੰ ਅਸੀਂ ਗਏ, ਮੈਂ ਇੱਧਰੋਂ ਮਾਲ ਲੈ ਕੇ ਜਾ ਰਿਹਾ ਸੀ, ਤੇ ਗਾਂ ਬਹੁਤ 3 ਮੀਲ ਲੰਮੀ ਲਾਈਨ ਲੱਗੀ ਹੋਈ। ਉਹ ਪੁੱਛਿਆ ਵੀ ਹੋ ਕੀ ਗਿਆ, ਉਹ ਕਹਿੰਦੇ ਵੀ ਗਾਂ ਨਾ ਇੱਕ RTA ਖੜਾ ਵੀ ਕਿਸੇ ਨੂੰ ਬਖਸ਼ਦਾ ਨਹੀਂ, ਕਿਸੇ ਨੂੰ 2000 ਕਿਸੇ ਨੂੰ 1500 ਚਲਾਨ ਹਰ ਕਦੇ ਕਰੀ ਜਾਂਦਾ। ਕਈ ਗੱਡੀਆਂ ਉਹਨੇ ਬੰਦ ਕਰਤੀਆਂ। ਉਦੋਂ ਨੂੰ ਉਹ ਬਾਸ਼ਾ ਟਰੱਕ ਲੈ ਕੇ ਆ ਗਿਆ, ਕਹਿੰਦਾ ਐਂ ਖੜੇ ਆ ਹੈ। ਉਹ ਕਹਿੰਦਾ ਕਮਾਲ ਹੋ ਗਈ ਯਾਰ। ਉਹ ਤੁਸੀਂ ਦੇਖੋ, ਉਹ ਆਪਣੇ ਹੈਲਪਰ ਨੂੰ ਕਹਿੰਦਾ, ਖਲਾਸੀ ਕਹਿੰਦੇ ਅਸੀਂ ਉੱਥੇ ਬੰਗਾਲ ਚ, ਹੈਲਪਰ ਨੂੰ ਕਹਿੰਦਾ ਤੂੰ ਉੱਪਰ ਹੁੱਡ ਤੇ ਚੜ ਜਾ। ਉਹ ਕਹਿੰਦਾ ਕੀ ਗੱਲ ਆ ਉਸਤਾਦ, ਕਹਿੰਦਾ ਤੈਨੂੰ ਕਿਹਾ ਹੁੱਡ ਤੇ ਚੜ ਜਾ। ਉਹ ਹੁੱਡ ਤੇ ਚੜ ਗਿਆ। ਉਹਨੇ ਪਹਿਲਾਂ ਕਮੀਜ਼ ਲਾਇਆ, ਸਾਰਾ ਕੁਛ ਨੰਗਾ ਹੋ ਕੇ ਸੀਟ ਤੇ ਬੈਠ ਗਿਆ, ਔਰ ਪਾਸੇ ਦੀ ਕੱਢ ਕੇ ਗੱਡੀ ਮੂਹਰੇ ਲੈ ਗਿਆ। ਤੇ ਗਾਂ ਉਹਦੇ ਸਿਪਾਹੀ ਨੇ ਰੋਕਿਆ ਉਹਨੂੰ, ਕਹਿੰਦਾ ਰੋਕ ਰੋਕ, ਤੁਹਾਨੂੰ ਦਿਸਦਾ ਨੀ ਗਾ ਪਿੱਛੇ 2 ਮੀਲ 2.5 ਮੀਲ ਲਾਈਨ ਲੱਗੀ ਹੋਈ ਹੈ। ਉਹ ਕਹਿੰਦਾ ਕੀ ਹੋਇਆ? ਉਹ ਕਹਿੰਦਾ ਮੈਂ ਠੀਕ ਨਹੀਂ ਆ। ਉਹ ਕਹਿੰਦਾ ਤੈਨੂੰ ਹੋਇਆ ਕੀ? ਸਾਈਡ ਗੱਡੀ ਕਰ। ਉਹ ਜਦੋਂ ਉਹਨੇ 2 ਵਾਰੀ ਕਿਹਾ ਮੈਂ ਠੀਕ ਨਹੀਂ ਆ, ਉਹ ਅਫਸਰ ਉੱਠ ਕੇ ਆ ਗਿਆ। ਉਹ ਕਹਿੰਦਾ ਕੀ ਗੱਲ ਹੈ? ਕਹਿੰਦਾ ਮੇਰਾ ਸਿਪਾਹੀ ਤੈਨੂੰ ਕਹਿ ਰਿਹਾ ਵੀ ਮੇਰਾ ਗੱਡੀ ਕਿਉਂ ਨਹੀਂ ਰੋਕਦਾ? ਉਹ ਕਹਿੰਦਾ ਸਾਹਿਬ ਮੈਂ ਠੀਕ ਨਹੀਂ ਹੈ। ਉਹਨੇ ਜਦੋਂ ਖਿੜਕੀ ਖੋਲੀ, ਉਹ ਦੇਖਿਆ ਨੰਗਾ ਪਿਆ, ਨੰਗਾ ਬੈਠਾ ਹੋਇਆ ਸੀਟ ਤੇ। ਉਹ ਖਿੜਕੀ ਬੰਦ ਕਰਕੇ ਤੇ ਭਾਗ ਸਾਲਾ ਕਹਿੰਦਾ ਜਾ ਸੀ। ਉਹਨੇ ਕਲਕਾਰੀ ਮਾਰੀ, ਕਹਿੰਦਾ ਆ ਚੱਲੇ ਅਸੀਂ ਤੁਹਾਡੇ ਸਾਰਿਆਂ ਨੂੰ, ਤੁਸੀਂ ਖੜੇ ਰਹੋ। ਯਾਨੀ ਇਸ ਤਰ੍ਹਾਂ ਦੀਆਂ ਉਹਦੀਆਂ ਆਦਤਾਂ ਸੀ। ਹੋਰ ਬੜੀਆਂ ਨੇ ਉਹਦੀਆਂ ਗੱਲਾਂ ਜਿਹੜੀਆਂ ਇੱਥੇ ਆਪਾਂ ਹੁਣ ਸਮਾਂ ਉਹਦੇ ਤੇ ਨਿਕਲ ਜੂਗਾ। ਔਰ ਸਰੀਰ ਪੱਖੋਂ ਭਾਰਾ ਹੋਏ ਪਹਿਲਵਾਨਾਂ ਵਰਗਾ ਸੀਗਾ। ਕੱਦ ਕਾਠ 6 ਫੁੱਟ ਦੇ ਨੇੜੇ ਤੇੜੇ ਸੀ। ਔਰ ਜੋ ਬੰਗਾਲੀ ਲੋਕ ਜਿਹੜੇ ਆ ਸੁੱਕੇ ਸੱਕੇ ਹੁੰਦੇ ਨੇ, ਉਹ ਦੇਖ ਦੇਖ ਕੇ ਉਹਨੂੰ ਡਰਦੇ ਹੁੰਦੇ ਸੀ ਵੀ ਇਹੋ ਜਿਹੇ ਪੰਜਾਬੀ ਲੋਕ ਵੀ ਹੈਗੇ ਆ। ਔਰ ਕਮਾਲ ਦਾ ਉਹ ਬਾਸ਼ਾ ਡਰਾਈਵਰ ਸੀ ਹੈਗਾ ਉਹ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂਜੀ। ਤਾਂ ਇਸੇ ਤਰੀਕੇ ਨਾਲ ਉਸ ਤੋਂ ਬਾਅਦ ਤੁਹਾਡੀਆਂ ਕਹਾਣੀਆਂ ਛਪਣੀਆਂ ਸ਼ੁਰੂ ਹੋ ਗਈਆਂ, ਹੈ ਨਾ ਜੀ। ਤੇ ਕਈ ਮਤਲਬ ਬੜੀਆਂ ਜ਼ਬਰਦਸਤ ਕਹਾਣੀਆਂ ਹੈਲੋ। ਹਾਂਜੀ ਹਾਂਜੀ। ਹੈਲੋ। ਹਾਂ ਹਾਂ, ਆ ਰਹੀ ਆਵਾਜ਼? ਹਾਂਜੀ। ਤੇ ਤੁਸੀਂ ਲਿਖੀਆਂ ਹੋਈਆਂ ਇੱਕ ਜਿਵੇਂ ਵੰਡ ਦੇ ਨਾਲ ਸੰਬੰਧਿਤ ਕਹਾਣੀਆਂ ਹੈਗੀਆਂ ਜੀ। ਹਾਂਜੀ ਹਾਂਜੀ। ਜਿਵੇਂ ਆ ਭੈਣ ਫਾਤਿਮਾ। ਹਾਂ, ਦੇਖ ਕਈ ਜਿਹੜੀਆਂ ਮੈਂ ਕਹਾਣੀਆਂ ਲਿਖੀਆਂ ਵੰਡ ਤੋਂ ਬਾਅਦ ਦੀਆਂ, ਕਿਉਂਕਿ ਵੰਡ ਵੇਲੇ ਮੇਰੀ ਉਮਰ 4.5 ਸਾਲ ਦੀ ਸੀਗੀ। ਮੈਨੂੰ ਇੰਨੀ ਕੁ ਤਾਂ ਹੈਗੀ ਹੈ ਸੋਝੀ ਵੀ ਘਰ ਤੋਂ ਬਾਹਰ ਜਿਹੜੇ ਬਹੁਤ ਲੋਕ ਜਾਣੀ 400-500 ਲੋਕ ਜਿੱਥੇ ਵੱਗ ਹੁੰਦੇ ਸੀ ਉਦੋਂ ਸਾਡੇ ਉਹਨਾਂ ਵੇਲਿਆਂ ਦੇ ਵਿੱਚ, ਜਿੱਥੇ ਵੱਗ ਖੜਦੇ ਹੁੰਦੇ ਸੀ ਉੱਥੇ ਉਹ ਸਾਰੇ ਇਕੱਠੇ ਹੋਏ ਸੀ ਤੇ ਰੋ ਰਹੇ ਸੀ ਲੋਕ ਸਾਰੇ, ਚੀਕ ਬੂ ਕਾਂ ਕੁਰਲਾ ਰਹੇ ਸੀ। ਤੇ ਮੈਂ ਦੇਖਦਾ ਸੀ ਵੀ ਘਰਾਂ ਚੋਂ ਉਹਨਾਂ ਦੇ ਹੁੰਦਿਆਂ ਹੋਇਆਂ ਵੀ ਕੋਈ ਖਿੜਕੀ ਖੋਲੀ ਭੱਜੀ ਜਾ ਰਿਹਾ, ਕੋਈ ਭਾਂਡੇ ਚੁੱਕੀ ਜਾ ਰਿਹਾ, ਲੋਕ ਕੋਈ ਇਸ ਤਰ੍ਹਾਂ ਦੇ ਲੋਕ ਵੀ ਮੈਂ ਦੇਖੇ ਉੱਥੇ। ਤੇ ਮੈਂ ਉਹ ਜਿਹੜੀਆਂ ਕਹਾਣੀਆਂ ਲਿਖੀਆਂ, ਮੈਂ ਉਹ ਲਿਖੀਆਂ ਵੀ ਜਿਨ੍ਹਾਂ ਨੂੰ ਵੰਡ ਵੇਲੇ ਕੋਈ ਬਹੁਤੀ ਸੁਰਤ ਨਹੀਂ ਸੀ ਤੇ ਸੁਣੀਆਂ ਸੁਣਾਈਆਂ ਗੱਲਾਂ ਸੀਗੀਆਂ। ਆ ਭੈਣ ਫਾਤਿਮਾ ਜਿਹੜੀ ਕਹਾਣੀ ਆ ਉਹ ਮੇਰੀ ਮਾਂ ਦੀ ਕਹਾਣੀ ਹੈ। ਚਰਖਾ ਸੀ ਸਾਡੇ ਕੋਲੇ, ਉਹ ਹੁਣੇ ਉਹ ਸਿਉਂਕ ਲੱਗ ਕੇ ਖਤਮ ਹੋ ਗਿਆ, ਬਹੁਤ ਸਾਲ ਸਾਂਭਿਆ ਰਿਹਾ। ਤੇ ਉਹ ਕਹਾਣੀ ਹੈ ਵੀ ਜਦੋਂ ਅਸੀਂ ਨਾ ਉਹ ਇੱਕ ਵਾਰੀ ਚਰਖਾ ਸਿੱਟਣ ਲੱਗੇ, ਕਹਿੰਦੀ ਵੀ ਇਹ ਤਾਂ ਮੇਰੀ ਫਾਤਿਮਾ ਭੈਣ ਦੀ ਅਮਾਨਤ ਹੈ, ਮੈਨੂੰ ਜਾਂਦੀ ਹੋਈ ਕਹਿ ਗਈ ਸੀ। ਔਰ ਇੰਨਾ ਖੂਬਸੂਰਤ ਚਰਖਾ ਸੀ, ਸ਼ੀਸ਼ੇ ਉਹਦੇ ਚ ਜੜੇ ਹੋਏ ਤੇ ਉਹ ਸਾਰਾ, ਤੇ ਉਹ ਕਹਿੰਦੀ ਮੈਂ ਤਾਂ ਪਤਾ ਨੀ ਕਦੋਂ ਆ ਕੇ ਲੈ ਜਾਏ। ਤੇ ਉਹ ਇੰਨਾ ਮਾਂ ਨੇ ਜਾਣੀ ਉਸਨੂੰ ਸਾਂਭਿਆ ਹੋਇਆ ਸੀ ਚਰਖੇ ਨੂੰ, ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ। ਉਸ ਲੈ ਕੇ ਕਹਾਣੀ ਲਿਖੀ ਹੈ। ਫਿਰ ਇੱਕ ਕਹਾਣੀ ਸੀਗੀ ਮੇਰੀ ਪਾਕਿਸਤਾਨ, ਜਿਨ੍ਹਾਂ ਨੇ ਨਹੀਂ ਸੀ ਦੇਖਿਆ ਸਾਰਾ 47 ਦਾ, ਜਾਂਦੀ ਵਾਰ ਦੀਆਂ ਹਾਕਾਂ। ਉਹਦੇ ਚ ਸੀਗਾ ਵੀ, ਉਹਦੇ ਚ ਵੀ ਇੱਕ ਔਰਤ ਦੀ ਕਹਾਣੀ ਹੈ। ਉਹ ਇੱਧਰ ਰਹਿ ਜਾਂਦੀ ਹੈ, ਉਹ ਇੱਧਰਲੇ ਕਿਸੇ ਆਦਮੀ ਨਾਲ ਵਿਆਹ ਕਰ ਲੈਂਦੀ ਹੈ। ਉਹ ਬੰਦਾ ਪਿੰਡ ਦਾ ਸਰਪੰਚ ਵੀ ਬਣ ਜਾਂਦਾ ਹੈ, ਉਹ ਪਿੰਡ ਦੀ ਸਰਪੰਚਣੀ ਵੀ ਬਣ ਜਾਂਦੀ ਹੈ। ਉਹਦੇ ਪੁੱਤ ਜਿਹੜੇ ਆ ਕੈਨੇਡਾ ਵੱਡੇ ਵੱਡੇ ਅਹੁਦਿਆਂ ਤੇ, ਵੱਡੇ ਵੱਡੇ ਜ਼ਮੀਨਾਂ ਦੇ ਮਾਲਕ ਬਣੇ ਹੋਏ ਨੇ। ਪਰ ਜਦੋਂ ਉਹ ਬਿਮਾਰ ਹੁੰਦੀ ਹੈ ਆਖਰ ਦੇ ਵਿੱਚ, ਤੇ ਜਦੋਂ ਬੇਸੁਰਤੀ ਦੇ ਵਿੱਚ ਉਹ ਆਵਾਜ਼ਾਂ ਮਾਰਦੀ ਹੈ, ਉਹ ਫਿਰ ਆਪਦੇ ਪਿਓ ਨੂੰ, ਆਪਣੇ ਭਰਾਵਾਂ ਨੂੰ, ਮੇਰੇ ਉਹਨਾਂ ਨੂੰ ਆਵਾਜ਼ਾਂ ਮਾਰਦੀ ਹੈ। ਇੱਧਰਲੇ ਕਿਸੇ ਬੰਦੇ ਨੂੰ ਨਹੀਂ ਆਵਾਜ਼ਾਂ ਮਾਰਦੀ। ਤੇ ਉਹ ਜਦੋਂ
ਉਹਨਾਂ ਦੀ ਜਿਹਦੀ ਉਹ ਘਰ ਵਾਲੀ ਹੁੰਦੀ, ਉਹਦੀ ਭੈਣ ਜਦੋਂ ਉੱਥੇ ਹੁੰਦੀ ਹੈ ਤੇ ਉਹ ਕਹਿੰਦੀ ਵੀ ਇਹ ਬੇਸਰਤੀ ਵਿੱਚ ਕਿਹਨੂੰ ਆਵਾਜ਼ਾਂ ਮਾਰੀ ਜਾਂਦੀ ਹੈ। ਤੇ ਉਹ ਬੜੀ ਉਹ ਹਿਰਦੇ ਵਿੱਚ ਇੱਕ ਕਹਾਣੀ ਹੈ ਵੀ ਸਾਰੀ ਉਮਰ ਇੰਨਾ ਸੁੱਖ ਭੋਗ ਕੇ ਵੀ ਉਹਦੇ ਅਵਚੇਤਨ ਦੇ ਵਿੱਚ ਉੱਥੇ ਹੀ ਉਹੀ ਉਹਦੇ ਭਰਾ, ਉਹਦੇ ਮਾਂ ਪਿਓ, ਸਾਰਾ ਕੁਝ ਉੱਥੇ ਬੈਠਾ ਹੋਇਆ ਸੀ, ਜਿਹੜਾ ਉਸ ਅੰਤਲੇ ਸਮੇਂ ਉਹਨੂੰ ਉਹ ਯਾਦ ਕਰਦਾ। ਇਸ ਤਰ੍ਹਾਂ ਦੀਆਂ ਕਹਾਣੀਆਂ ਸੀ। ਬਹੁਤ ਹਾਂਜੀ ਮਾਰਮਿਕ ਕਹਾਣੀਆਂ ਜਿਹੜੀਆਂ ਹੈਗੀਆਂ ਹੈ ਇਹ ਵੰਡ ਦੇ ਨਾਲ ਸੰਬੰਧਿਤ। ਔਰ ਫਿਰ ਤੁਹਾਡਾ ਨਾਵਲ ਆਉਂਦਾ ਜੀ, ਜਿਵੇਂ ਤੁਸੀਂ ਕਹਾਣੀ ਤੋਂ ਨਾਵਲ ਵੱਲ ਵਧੇ, ਦੂਸਰਾ ਹੀਰੋਸ਼ੀਮਾ, ਕਲਰੀ ਧਰਤੀ, ਹੈਨਾ, ਇੱਧਰ ਵੱਲ। ਤੇ ਕਹਾਣੀ ਤੋਂ ਨਾਵਲ ਵੱਲ ਦਾ ਸਫ਼ਰ ਮਤਲਬ ਕਿਵੇਂ ਤੁਸੀਂ ਉੱਧਰ ਜਾਣ ਦਾ ਸੋਚਿਆ ਤੇ ਕਿਵੇਂ ਤੁਹਾਡੇ ਮਨ ਚ ਆਈ ਇਹ ਗੱਲ? ਵੈਸੇ ਤਾਂ ਮੇਰਾ ਖਿਆਲ ਹੈ ਨਾ, ਇੱਕ ਆਮ ਹੀ ਕਹਿ ਦਿੱਤਾ ਜਾਂਦਾ ਵੀ ਜਿਹੜੀ ਕਹਾਣੀ ਚ ਨਹੀਂ ਅਸੀਂ ਸਮੇਟ ਸਕਦੇ, ਉਸ ਨੂੰ ਅਸੀਂ ਨਾਵਲ ਦੀ ਵਿਧਾ ਵਰਤ ਕੇ ਕਰਦੇ ਆ ਪੂਰਾ ਹੈਗਾ। ਤੇ ਪਰ ਮੈਂ ਸਮਝਦਾ ਵੀ ਜਿਵੇਂ ਕਹਾਣੀ ਤੇ ਨਾਵਲ ਦੇ ਵਿੱਚ ਹੈਗਾ ਵੀ, ਕਹਾਣੀ ਜਿਵੇਂ ਸਰੀਰ ਦੇ ਕਿਸੇ ਇੱਕ ਅੰਗ ਦੀ ਗੱਲ ਕਰਨੀ ਹੋਵੇ, ਅਸੀਂ ਕਿਸੇ ਬਾਂਹ ਦੀ, ਕਿਸੇ ਲੱਤ ਦੀ, ਤੇ ਨਾਵਲ ਹੈ ਜਿਵੇਂ ਤੁਸੀਂ ਟੋਟਲ ਕਿਸੇ ਪੂਰੇ ਜਿਸਮ ਦੀ ਗੱਲ ਕਰਨੀ ਹੋਵੇ, ਹਰਕ ਦੀ, ਜਾਂ ਕਿਸੇ ਪਿੰਡ ਦੇ ਕਿਸੇ ਇੱਕ ਘਰ ਦੀ ਕਹਾਣੀ ਬਣ ਸਕਦੀ ਹੈ। ਤੇ ਜੇ ਸਾਰੇ ਪਿੰਡ ਦੇ ਨੂੰ ਲੈਣਾ ਨਾਲ, ਤੇ ਤੁਸੀਂ ਨਾਵਲ ਨਾਲ ਹੀ ਉਹ ਗੱਲ ਜਿਹੜੀ ਹੈ ਜਸਟ ਇਨਸਾਫ ਕਰ ਸਕੋਗੇ ਉਸ ਪਿੰਡ ਨਾਲ। ਤੇ ਇਸ ਕਰਕੇ ਲੋੜ ਬਣ ਜਾਂਦੀ ਹੈ ਵੀ ਤੁਸੀਂ ਉਹਦੇ ਚ ਤੁਹਾਡਾ ਵਿਸ਼ਾ ਕੀ ਹੈ, ਔਰ ਤੁਸੀਂ ਕਿੰਨਾ ਕੁ ਉਸ ਦਾ ਫੈਲਾਓ ਕਰਨਾ, ਕਿੰਨੇ ਕੁ ਵਿਸਥਾਰ ਵਿੱਚ ਜਾਣਾ, ਇਸ ਕਰਕੇ ਨਾਵਲ ਦੀ ਲੋੜ ਪੈਂਦੀ ਹੈ। ਤੇ ਦੂਸਰਾ ਹੀਰੋਸ਼ੀਮਾ ਮੇਰਾ ਇੱਕ ਅਭਿਆਸ ਵਜੋਂ ਹੀ ਲਿਆ ਜਾਣਾ ਚਾਹੀਦਾ ਸੀ, ਕਿਉਂਕਿ ਮੈਂ ਉਦੋਂ ਉਹ ਸਾਰੀ ਘਟਨਾ ਨੂੰ ਜਿਵੇਂ ਬਿਆਨਿਆ ਸੀਗਾ, ਤੇ ਉਹ ਛੋਟਾ ਨਾਵਲਟ ਬਣ ਗਿਆ। ਤੇ ਮੈਨੂੰ ਖੁਸ਼ੀ ਹੁਣ ਇਸ ਗੱਲ ਦੀ ਹੈ ਵੀ ਉਸ ਮੇਰੀ ਪਹਿਲੀ ਰਚਨਾ ਉੱਤੇ ਪੰਜਾਬੀ ਫਿਲਮ ਬਣੀ ਹੈ, ਦਾਰਾ। ਪੰਮੀ ਬਾਈ ਨੇ ਬਣਾਈ ਹੈ, ਉਹ ਪਟਿਆਲੇ ਵਾਲੇ ਨੇ। ਤੇ ਚੰਗਾ ਵੀ ਲੱਗਦਾ ਹੈ ਵੀ ਤੁਹਾਡੀ ਉਹ ਪਹਿਲੀ ਰਚਨਾ ਸੀ ਤੇ ਉਹਦੇ ਤੇ ਪੰਜਾਬੀ ਫਿਲਮ ਵੀ ਬਣੀ ਹੋਈ ਹੈ ਜੀ। ਬਹੁਤ ਖੂਬ। ਹਾਂਜੀ। ਤੇ ਫਿਰ ਇਸ ਤੋਂ ਬਾਅਦ ਤੁਹਾਡਾ ਬਹੁਤ ਚਰਚਿਤ ਨਾਵਲ ਜਿਹੜਾ ਕਿ ਤੁਹਾਡੇ ਨਾਮ ਦੇ ਨਾਲ ਫਿਰ ਜੁੜਿਆ, ਮੈਂ ਪ੍ਰਸ਼ਨ ਦੇ ਵਿੱਚ ਸਿਰਫ ਇਹ ਗੱਲ ਕਹੂੰਗਾ ਕਿ ਡਾਕਟਰ ਕੇਸਰ ਸਿੰਘ ਕੇਸਰ ਨੇ ਉਹਦੇ ਬਾਰੇ ਕਿਹਾ ਸੀ ਕਿ ਤੇਰਾ ਨਾਵਲ ਪੜ੍ਹ ਕੇ ਇਹਨਾਂ ਨੂੰ ਵੇਸਵਾਵਾਂ ਕਹਿਣ ਨੂੰ ਦਿਲ ਨਹੀਂ ਕਰਦਾ। ਹਾਂਜੀ 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 ਹਾਂਜੀ। ਉਹ ਦਰਅਸਲ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਵੀ ਜਦੋਂ ਸੜਕਨਾਮਾ ਬਹੁਤ ਚਰਚਿਤ ਹੋਇਆ ਪਾਠਕਾਂ ਦੇ ਵਿੱਚ, ਉਸ ਵੇਲੇ ਮੈਨੂੰ ਇਹ ਇੰਨਾ ਅਹਿਸਾਸ ਹੋ ਗਿਆ ਸੀਗਾ ਵੀ ਜਿਹੜੀ ਰਚਨਾ ਤੁਹਾਡੇ ਅਨੁਭਵ ਚੋਂ ਨਿਕਲਦੀ ਹੈ, ਜਿਹੜੀ ਰਚਨਾ ਨਾਲ ਤੁਸੀਂ ਜੁੜੇ ਹੁੰਦੇ ਹੋ ਬਹੁਤ ਨੇੜੇ ਤੋਂ, ਉਹ ਰਚਨਾ ਦਾ ਹੁੰਗਾਰਾ ਵੀ ਤੁਹਾਨੂੰ ਨਹੀਂ ਭਰਪੂਰ ਮਿਲਦਾ ਹੈ। ਔਰ ਇਹ ਸਬੱਬ ਹੀ ਇਹੋ ਜਿਹਾ ਸੀ ਵੀ ਜਦੋਂ ਸਾਡੇ ਕੋਲ ਵੇਲ ਹੁੰਦਾ ਸੀ, ਸਾਡੇ ਤੋਂ ਮਤਲਬ ਹੈ ਸਾਡੇ ਡਰਾਈਵਰ ਭਾਈਚਾਰੇ ਕੋਲੇ 2-4 ਦੋਸਤ ਇਕੱਠੇ ਹੋ ਜਾਣਾ ਐਤਵਾਰ ਨੂੰ, 2-4 ਉੱਥੇ ਜਾਣਾ ਆਪਣੇ ਮਨੋਰੰਜਨ ਲਈ। ਵਿਕਟੋਰੀਆ ਮੈਮੋਰੀਅਲ ਬਹੁਤ ਵੱਡਾ ਸਥਾਨ ਹੈ ਕਲਕੱਤੇ ਦੇ ਵਿੱਚ, ਖੁੱਲੀਆਂ ਪਾਰਕਾਂ ਨੇ, 100 ਏਕੜਾਂ ਦੇ ਵਿੱਚ ਹੈ। ਔਰ ਹਿਊਮਸ ਇੰਨਾ ਹੁੰਦਾ ਸੀ ਕਲਕੱਤੇ 'ਚ, ਜਿਹੜੇ ਉੱਥੇ ਬੰਗਾਲੀ ਪਰਿਵਾਰ ਵੀ ਹੈ ਆਪਣੇ ਬੱਚਿਆਂ ਨਾਲ ਲੈ ਕੇ ਉੱਥੇ ਸ਼ਾਮ ਦੇ ਵੇਲੇ ਖੁੱਲੀ ਹਵਾ ਵਿੱਚ ਜਾਂਦੇ ਸੀ, ਔਰ ਸਾਰੇ ਅਸੀਂ ਲੋਕ ਵੀ ਜਾਂਦੇ ਸੀ ਉੱਥੇ ਨਾਲ ਨਾਲ। ਉੱਥੇ ਜਿਹੜੇ ਉਹ ਲੜਕੀਆਂ ਜਿਹੜੀਆਂ ਜਿਨ੍ਹਾਂ ਦੀ ਕਦਰ ਜਿਹੜੀ ਹੈ ਆਪਣੇ ਖਾਸ ਜਿਹੜੇ ਉਹਨਾਂ ਦੇ ਸਥਾਨ ਬਣਾਏ ਹੁੰਦੇ ਆ, ਜਿਸ ਨੂੰ ਸੋਨਾਗਾਚੀ ਕਹਿੰਦੇ ਨੇ ਬੰਗਲਾ ਦੀ ਉੱਥੇ ਭਾਸ਼ਾ ਦੇ ਵਿੱਚ, ਤੇ ਉੱਥੋਂ ਜਦੋਂ ਉਹਨਾਂ ਦੀ ਕਦਰ ਘਟਦੀ ਆ ਉਹ ਫਿਰ ਸੜਕਾਂ ਤੇ ਨਿਕਲ ਆਉਂਦੀਆਂ ਆਪਣੇ ਗਾਹਕ ਪਾਲਣ ਲਈ। ਤੇ ਇੱਕ ਵਾਰੀ ਇਹ ਹੋਇਆ ਵੀ ਅਸੀਂ ਜੀਪ 'ਚ ਬੈਠੇ ਸੀ 2-3 ਜਾਣੇ, ਤੇ ਉਸਨੇ ਆ ਕੇ ਕਿਹਾ ਵੀ ਮੈਂ ਤੁਹਾਨੂੰ ਖੁਸ਼ ਕਰਦੀ ਹਾਂ, ਮੈਨੂੰ ਪੈਸਿਆਂ ਦੀ ਲੋੜ ਹੈਗੀ ਆ। ਅਸੀਂ ਕਿਹਾ ਵੀ ਨਹੀਂ। ਉਹ ਸਾਡਾ ਇੱਕ ਡਰਾਈਵਰ ਸੀਗਾ, ਉਹ ਕਹਿੰਦਾ ਮੈਂ ਪੀਣੀ ਆ ਤਾਂ ਪੀ ਲੈ। ਉਹ ਕਹਿੰਦੇ ਨਹੀਂ, ਮੈਨੂੰ ਤਾਂ ਪੈਸਿਆਂ ਦੀ ਲੋੜ ਹੈਗੀ ਆ। ਅਸੀਂ ਕਿਹਾ ਉਹ ਤੇ ਹੋਰ ਅੱਗੇ ਜੀਪਾਂ ਖੜੀਆਂ, ਚਲੋ ਉੱਥੇ ਚਲੇ ਜਾਓ, ਹੋਰ ਗੱਡੀਆਂ ਖੜੀਆਂ ਨੇ ਉੱਥੇ ਚਲੇ ਜਾਓ, ਉਧਰ ਮੈਦਾਨ 'ਚ ਬੈਠੇ ਨੇ ਲੋਕ ਉਧਰ। ਇਹ ਉਦੋਂ 10-15 ਮਿੰਟ ਬਾਅਦ ਮੈਂ ਉੱਠ ਕੇ ਬਾਹਰ ਗਿਆ। ਉੱਥੇ ਵਿਕਟੋਰੀਆ ਮੈਮੋਰੀਅਲ ਦੇ ਨਾਲ ਹੀ ਕੁਝ ਜਿਹੜੇ ਉਹਨਾਂ ਦੇ ਸ਼ਿੰਗਾਰੇ ਹੋਏ ਬੂਟੇ, ਜਿਹੜੇ ਉਹਨਾਂ ਨੇ ਖੂਬਸੂਰਤੀ ਲਾਏ ਹੋਏ ਨੇ, ਮੈਂ ਦੇਖਿਆ ਉੱਥੇ ਤੌਲੀਏ ਦੇ ਉੱਤੇ ਇੱਕ ਕੋਈ 6-7 ਮਹੀਨਿਆਂ ਦੀ ਬੱਚੀ ਪਈ ਹੋਈ ਹੈ। ਉਹ ਲੜਕੀ ਜਿਹੜੀ ਸਾਡੇ ਕੋਲੋਂ ਗਈ ਸੀ ਨਾ, ਉਹਦੇ ਕੋਲੇ ਬੈਠੀ ਆ ਔਰ ਉਸਨੂੰ ਦੁੱਧ ਚੁਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ।
ਉਹ ਇੱਕ ਮੈਨੂੰ ਸਮਝ ਲਓ ਵੀ ਇਸ ਵਿਸ਼ੇ ਨੂੰ ਲੱਭਣ ਦੀ ਇੱਕ ਨਾ ਉਹ ਇੱਕ ਬੀਜ ਸੀ ਮੇਰੇ ਲਈ, ਉਹ ਵੀ ਇਹ ਬਾਹਰੀ ਵਿਖਾਵਾ ਕੀ ਹੈ, ਇਹਨਾਂ ਦੇ ਪਿੱਠ ਪਿੱਛੇ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਜੂਨ ਭੋਗਦੀਆਂ ਨੇ, ਵੀ ਉਹ ਆਪਣੀ ਬੱਚੀ ਵੀ ਨਾਲ ਲੈ ਕੇ ਆਈ ਹੈ ਔਰ ਕਿਸ ਤਰ੍ਹਾਂ ਦੀ ਮਜਬੂਰੀ ਹੋਊਗੀ, ਉਹ ਇੱਥੋਂ ਤੱਕ ਜਿਹੜਾ ਉਹ ਵੀ ਉਹ ਉੱਥੋਂ 10 ਰੁਪਏ 5 ਰੁਪਏ ਇਹ ਇੰਨੀ ਗੱਲ ਹੁੰਦੀ ਸੀ ਉਦੋਂ, ਜਦੋਂ ਜਿਹੜੇ ਵੇਲੇ ਦੀ ਮੈਂ ਗੱਲ ਕਰਦਾ, 10 ਰੁਪਏ 5 ਰੁਪਏ 15 ਰੁਪਏ। ਬਿਲਕੁਲ। ਤੇ ਉਹ ਮੈਂ ਨਾ ਉਹਦੇ ਪਿੱਛੇ ਰਿਸਰਚ ਕਰਨੀ ਸ਼ੁਰੂ ਕਰਤੀ ਜਦੋਂ ਵੀ ਵੇਲ ਮਿਲਦਾ ਸੀ, ਜਦੋਂ ਆਉਣਾ 15ਵੀਂ ਮਹੀਨੇ ਛੁੱਟੀਆਂ ਹੋਣੀਆਂ ਜਾਂ ਮਾਲ ਲੈ ਮਿਲਣਾ ਵਿਹਲਾ ਹੋਣਾ, ਮੈਂ ਉਹਨਾਂ ਦੇ ਪਿੱਛੇ ਉਹਨਾਂ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰ ਲਈ, ਇਹਨਾਂ ਤੋਂ ਪੁੱਛਾਂ ਵੀ ਸਾਰਾ ਕੀ ਵਰਤਾਰਾ ਹੈ, ਕਿੱਥੋਂ ਜਨਮ ਤੋਂ ਇੱਥੇ ਹੋ ਜਾਂ ਮਜਬੂਰੀ ਨਾਲ ਇਸ ਕਿੱਤੇ ਆਈਆਂ, ਜਾਂ ਕੋਈ ਤੁਹਾਨੂੰ ਲੈ ਕੇ ਆਇਆ, ਜਾਂ ਕੋਈ ਧੋਖੇ ਨਾਲ ਤੁਹਾਨੂੰ ਇੱਥੇ ਰੱਖ ਗਿਆ, ਜਾਂ ਤੁਹਾਡਾ ਆਪਣਾ ਕੋਈ ਸ਼ੌਕ ਹੈ, ਇਹ ਸਾਰਾ ਕੁਝ ਮੈਂ ਲੱਭਣਾ ਚਾਹੁੰਦਾ ਸੀ। ਔਰ ਇਸ ਲੱਭਦੇ ਨੂੰ ਮੈਨੂੰ 6-7 ਸਾਲ ਲੱਗ ਗਏ। ਟਾਈਮ ਤਾਂ ਮਿਲਦਾ ਨਹੀਂ ਸੀ, ਕਿਤੇ ਮਹੀਨੇ ਚ ਇੱਕ ਅੱਧੀ ਵਾਰੀ ਆਉਣਾ, 2 ਵਾਰੀ ਆਉਣਾ, ਫਿਰ ਨਿਕਲ ਜਾਣਾ। ਅਖੀਰ ਮੈਂ 85 ਤੱਕ ਮੈਂ ਕੁਝ ਨਾ ਕੁਝ ਪ੍ਰਾਪਤ ਕਰ ਲਿਆ ਸੀ, ਜਿੰਨਾ ਕੁ ਮੈਨੂੰ ਸਮੱਗਰੀ ਚਾਹੀਦੀ ਸੀ। ਫਿਰ ਮੈਂ ਪੰਜਾਬ ਚ ਆ ਗਿਆ ਸੀ ਔਰ ਇੱਥੇ ਆ ਕੇ ਮੈਂ ਉਹ ਨਾਵਲ ਲਿਖਿਆ। ਔਰ ਫਿਰ ਮੈਨੂੰ ਸਮੱਸਿਆ ਇਹ ਸੀ ਵੀ ਜਿਹੜੇ ਕਿੱਤੇ ਦੇ ਵਿੱਚ ਸ਼ੁਰੂਆਤ ਹੀ ਕੱਪੜੇ ਉਤਾਰਨ ਤੋਂ ਹੁੰਦੀ ਹੈ, ਮੈਂ ਇਹਨੂੰ ਸ਼ਬਦਾਂ ਦੇ ਲਿਬਾਸ ਕਿਵੇਂ ਦੇਵਾਂ, ਕਿਸ ਤਰ੍ਹਾਂ ਹੋਏਗਾ ਸ਼ਬਦਾਂ ਦਾ ਲਿਬਾਸ। ਤੇ ਬੜੀ ਦੁਬਿਧਾ ਵਿੱਚ ਰਿਹਾ ਬਹੁਤ ਚਿਰ ਵੀ ਇਹਨੂੰ ਲਿਖਾਂ ਨਾ ਲਿਖਾਂ। ਜਦੋਂ ਲਿਖਣ ਲੱਗਿਆ ਤੇ ਇਹ 350 ਸਫ਼ੇ ਬਣ ਗਏ, ਵੇਰਵੇ ਵਿਸਥਾਰ ਸਾਰਾ ਕੁਛ। ਫਿਰ ਕੁਝ ਸਾਲ ਭਰ ਰੋਕੀ ਰੱਖਿਆ ਮੈਂ ਵੀ ਨਹੀਂ ਛਪਾਉਣਾ ਇਹ। ਹੋ ਸਕਦਾ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਾਂ ਸਾਡੇ ਪੰਜਾਬੀ ਸਾਹਿਤ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਿਸ ਤਰ੍ਹਾਂ ਸਵੀਕਾਰੀਆਂ ਜਾਣ, ਨਾ ਸਵੀਕਾਰੀਆਂ ਜਾਣ, ਇਹ ਸਾਰਾ ਕੁਝ ਸੀ। ਫਿਰ ਮੈਂ ਉਹਨੂੰ ਐਡਿਟ ਕਰਨ ਬੈਠ ਗਿਆ, ਆਪ ਹੀ ਐਡਿਟ ਕਰਨ ਬੈਠ ਗਿਆ ਤੇ ਉਹ ਸਾਰਾ ਹੀ ਮੇਰਾ ਖਿਆਲ 120 ਪੇਜ ਦਾ ਰਹਿ ਗਿਆ। ਜਿੰਨੇ ਵੇਰਵੇ ਰਿਪੀਟ ਹੁੰਦੇ ਸੀ, ਬਾਰ-ਬਾਰ ਦੁਹਰਾਉਂਦੇ ਸੀ, ਉਹ ਸਾਰੇ ਵੇਰਵੇ ਕੱਟਤੇ। ਸਿਰਫ ਮਾਡਲ ਵਜੋਂ ਕੁਝ ਲੜਕੀਆਂ ਦੀ ਚੋਣ ਕੀਤੀ ਵੀ ਹਾਂ ਆਹ ਜਿਹੜੀਆਂ ਆਪਣੇ ਆਪਣੇ ਕਿੱਤੇ ਦੀ ਪ੍ਰਤੀਨਿਧਤਾ ਕਰਨਗੀਆਂ ਔਰ ਇਹ ਜਿਸ ਤਰ੍ਹਾਂ ਦੀ ਵੀ ਹੈ। ਫਿਰ ਵੀ ਮੈਂ ਬੈਠਾ ਰਿਹਾ। ਸਬੱਬ ਨਾਲ ਮੇਰੇ ਕੋਲੇ ਪ੍ਰੋਫੈਸਰ ਹਰਭਜਨ ਸਿੰਘ ਅੱਜ ਕੱਲ੍ਹ ਅਮਰੀਕਾ 'ਚ ਹੈ, ਚੰਡੀਗੜ੍ਹ, ਉਹ ਕਾਫਲੇ ਪ੍ਰਕਾਸ਼ਨ ਉਹਦਾ ਸੀਗਾ। ਉਹ ਇੱਕ ਦਿਨ ਮੈਨੂੰ ਮਿਲਣ ਆਏ ਮੋਗੇ, ਮੈਨੂੰ ਕਹਿੰਦੇ ਕੀ ਕਰ ਰਹੇ ਹੈ? ਮੈਂ ਕਿਹਾ ਕਰ ਤਾਂ ਰਿਹਾ, ਪਰ ਮੈਂ ਯਾਰ ਪਿਛਲੇ ਸਮਝ ਲਓ ਵੀ 9-10 ਸਾਲ ਤੋਂ ਲੱਗਿਆ ਹੋਇਆ ਹੈ ਕਲਕੱਤੇ ਤੋਂ ਹੀ, ਇੱਥੇ ਆ ਕੇ ਨਾਵਲ ਪੂਰਾ ਕੀਤਾ ਔਰ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਮੈਂ। ਕਹਿੰਦਾ ਕਿੱਥੇ? ਮੈਂ ਕਿਹਾ ਮੇਰੇ ਕੋਲੇ ਪਿਆ। ਕਹਿੰਦਾ ਮੈਨੂੰ ਦੇ ਦੇ। ਮੈਂ ਕਿਹਾ ਲੈ ਜਾ ਕੇ ਪੜ੍ਹ। ਉਹਦਾ ਫੋਨ ਆ ਗਿਆ ਮੈਨੂੰ ਕੋਈ ਪੜ੍ਹਨ ਤੋਂ ਬਾਅਦ 20 ਦਿਨਾਂ ਬਾਅਦ ਹੀ। ਕਹਿੰਦਾ ਇਹਨੂੰ ਮੈਂ ਛਾਪੂਗਾ। ਅੱਛਾ। ਤੇ ਮੈਂ ਕਿਹਾ ਠੀਕ ਹੈ। ਔਰ ਉਸਨੇ ਛਾਪਿਆ ਜਦੋਂ ਨਾਵਲ, ਤੇ ਚੰਡੀਗੜ੍ਹ ਹੀ ਗੋਸ਼ਟੀ ਰੱਖੀ ਉਹਦੇ ਤੇ। ਈਵਨ ਯੂਨੀਵਰਸਿਟੀਆਂ ਦੇ ਇੱਕ ਮੈਡਮ ਡਾਕਟਰ ਆਈ ਸੀ ਉੱਥੇ ਉਸ ਫੰਕਸ਼ਨ ਦੇ ਵਿੱਚ, ਤੇ ਉਸਨੇ ਵੀ ਨਾਵਲ ਪੜ੍ਹ ਲਿਆ ਸੀ, ਉਹਨਾਂ ਨੇ ਪੜ੍ਹਾਇਆ ਸੀ ਸਾਰਿਆਂ ਨੂੰ। ਔਰ ਉਸ ਜਿਹੜਾ ਕੁਝ ਉਹਦੇ ਚ ਸੀਗਾ, ਉਹ ਇੱਕ ਕਿਸਮ ਦੀ ਮੈਨੂੰ ਉਸ ਸਾਰੀ ਦੀ ਸਵੀਕ੍ਰਿਤੀ ਮਿਲ ਗਈ ਵੀ ਹਾਂ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਉਸ ਤੋਂ ਬਾਅਦ ਤਾਂ ਫਿਰ ਤੁਸੀਂ ਦੇਖੋ ਵੀ ਉਸਦੇ ਲਗਾਤਾਰ ਹੁਣ ਐਡੀਸ਼ਨ ਛਪੀ ਜਾ ਰਹੇ ਨੇ। ਫਿਰ ਜਦੋਂ ਕੇਵਲ ਧਾਲੀਵਾਲ ਨੇ ਉਹ ਨਾਵਲ ਪੜ੍ਹਿਆ, ਕਹਿੰਦਾ ਇਹਦੇ ਤੇ ਮੈਨੂੰ ਤੁਸੀਂ ਸਕ੍ਰਿਪਟ ਲਿਖ ਕੇ ਦੇ, ਮੈਂ ਇਹਦੇ ਤੇ ਨਾਟਕ ਖੇਡਣਾ। ਮੈਂ ਕਿਹਾ ਲਿਖ ਲੈ, ਤੂੰ ਤਾਂ ਨਾਟਕਕਾਰ ਬੰਦਾ ਹੈ। ਕਹਿੰਦੇ ਨਹੀਂ ਨਾਟਕ, ਕਿਉਂਕਿ ਮੈਂ ਮੋਗੇ ਆ ਕੇ ਵੀ ਨਾਟਕ ਵੀ ਕਰਦਾ ਸੀ, ਰੰਗਮੰਚ ਮੋਗਾ ਦੀ ਸਾਡੀ ਇੱਕ ਮੰਡਲੀ ਬਣਾਈ ਹੋਈ ਸੀ। ਕਹਿੰਦਾ ਨਹੀਂ ਨਾਟਕਾਂ ਦਾ ਤੈਨੂੰ ਵੀ ਪਤਾ ਹੈ, ਤੂੰ ਕਰ ਸਕਦਾ। ਤੇ ਮੈਂ ਉਹ ਨਾਟਕ ਲਿਖਿਆ ਉਹਦੇ ਤੇ। ਇਹ ਸਿਲਸਿਲਾ ਚੱਲਦਾ ਰਹੇਗਾ ਜੀ। ਤੇ ਉਸਨੇ ਅੰਮ੍ਰਿਤਸਰ ਨਾਟਕ ਖੇਡਿਆ ਨਾਟਸ਼ਾਲਾ ਵਿੱਚ, ਫਿਰ ਉਹਨੇ ਜਲੰਧਰ ਨਾਟਕ ਖੇਡਿਆ 10,000 ਦੇ ਇਕੱਠ ਵਿੱਚ। ਔਰ ਹੈਰਾਨ ਹੋਵੋਗੇ ਸਰਾਂ ਜੀ ਵੀ ਸਾਰਾ ਪੰਡਾਲ ਉੱਠ ਕੇ ਤਾੜੀਆਂ ਮਾਰ ਕੇ ਉਸਦਾ ਜਦੋਂ ਨਾਟਕ ਖਤਮ ਹੋਇਆ ਉਹਦਾ ਉਹਨੇ ਪ੍ਰਸ਼ੰਸਾ ਕੀਤੀ। ਔਰ ਗੁਰਸ਼ਰਨ ਭਾਜੀ ਤਾਂ ਇੰਨੇ ਭਾਵੁਕ ਹੋ ਗਏ ਸਟੇਜ ਤੇ, 2 ਮਿੰਟ ਅੱਖਾਂ ਭਰ ਕੇ ਹੰਝੂ ਕੇਰਦੇ ਰਹੇ ਵੀ ਅਸੀਂ ਮੁਲਕ ਵਿੱਚ ਜਿਉਂਦੇ ਆ ਜਿੱਥੇ ਆਹ ਕੁਝ ਹੋ ਰਿਹਾ। ਤੇ ਇਹ ਕਿਸਮ ਦੀ ਮੈਨੂੰ ਸਮਝ ਲਓ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਇਹ, ਵੀ ਜਿਹੜੇ ਮੈਂ ਉਸ ਵਿਸ਼ੇ ਤੋਂ ਡਰਦਾ ਸੀ
ਵੀ ਇਸ ਦਾ ਸਾਡਾ ਸਮਾਜ ਕਿਸ ਤਰ੍ਹਾਂ ਇਸ ਨੂੰ ਇਹਦਾ ਸਵਾਗਤ ਕਰੇਗਾ। ਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਮੈਂ ਸਮਝਦਾ ਵੀ ਲਾਲ ਬੱਤੀ ਨਾਵਲ ਨੇ ਮੈਨੂੰ ਇੱਕ ਨਾਵਲਕਾਰ ਵਜੋਂ ਜਿਹੜੀ ਮਾਨਤਾ ਦਵਾਈ ਹੈ, ਇਹ ਸਿਰਫ ਲਾਲ ਬੱਤੀ ਨਾਵਲ ਦੇ ਹਿੱਸੇ। ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ ਔਰ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਔਰ ਬਹੁਤ ਸਰਾਹਿਆ ਤੇ ਮੰਨਿਆ ਗਿਆ ਨਾਵਲ ਤੁਹਾਡਾ ਇਹ। ਤੇ ਇਸੇ ਤਰੀਕੇ ਨਾਲ ਉਸ ਤੋਂ ਬਾਅਦ ਜਿਹੜਾ ਤੁਹਾਡਾ ਫਿਰ ਨਾਵਲ ਆਉਂਦਾ ਜੀ ਅੰਨਦਾਤਾ। ਹਾਂਜੀ ਹਾਂਜੀ। ਫਿਰ ਉਸ ਦਾ ਦੂਸਰਾ ਭਾਗ ਤੁਸੀਂ ਲਿਖਿਆ ਖਾਕ ਜੇਡਨਾ ਕੋਏ। ਖਾਕ ਜੇਡਨਾ ਕੋਏ, ਹਾਂਜੀ ਹਾਂਜੀ। ਕਿਸਾਨੀ ਨਾਲ ਸੰਬੰਧਿਤ, ਆਪਣੇ ਪਿੰਡਾਂ ਨਾਲ ਸੰਬੰਧਿਤ, ਉਸ ਸਾਡੇ ਵਰਗ ਨਾਲ ਸੰਬੰਧਿਤ, ਸਾਰੀ ਇਕੋਨਮੀ ਖੜੀ ਹੈ ਤੇ ਸਾਡਾ ਦੇਸ਼ ਖੜਾ ਹੈ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਦਾ ਮਾਹੌਲ ਹੈ ਸਾਡੇ ਦੇਸ਼ ਦੇ ਵਿੱਚ, ਇੱਕ ਵਾਰੀ ਫੇਰ ਕਿਸਾਨੀ ਤੇ ਬਹੁਤ ਵੱਡਾ ਜਿਹੜਾ ਸੰਕਟ ਹੈ ਉਹ ਆਇਆ ਹੋਇਆ। ਆਪਣੇ ਇਹਨਾਂ ਨਾਵਲਾਂ ਦੇ ਨਾਲ ਸੰਬੰਧਿਤ ਕਰਕੇ ਅੱਜ ਦੇ ਸਮੇਂ ਨੂੰ ਨਾਲ ਜੋੜ ਕੇ ਤੁਸੀਂ ਆਪਣੇ ਕੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋਗੇ? ਦੇਖੋ, ਜੇ ਬਿਲਕੁਲ ਹੀ ਜਿਸ ਤਰ੍ਹਾਂ ਦੇ ਪ੍ਰਚਾਰ ਕੀਤੇ ਜਾ ਰਹੇ ਨੇ, ਦੋ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਅੱਜ ਦੇ ਸਮੇਂ 'ਚ ਸਾਡੇ 'ਚ। ਇੱਕ ਪ੍ਰਚਾਰ ਸੱਤਾਧਰ ਵੱਲੋਂ ਹੋ ਰਿਹਾ ਹੈ, ਇੱਕ ਪ੍ਰਚਾਰ ਹੋ ਰਿਹਾ ਜਿਨ੍ਹਾਂ ਨਾਲ ਇਹ ਵਾਪਰਨਾ ਸਾਰਾ ਕੁਛ। ਔਰ ਸੱਚੀ ਗੱਲ ਇਹ ਹੈ ਵੀ ਮੈਂ ਇੱਕ ਕਲਿੱਪ ਦੇਖ ਰਿਹਾ ਸੀ, ਸ਼ਾਇਦ ਕੱਲ, ਇੱਕ ਕਿਸਾਨ ਆਪਣੀ ਝੋਨੇ ਦੀ ਢੇਰੀ ਤੇ ਬੈਠਾ ਹੈ, ਖੁੱਲੀ ਮੰਡੀ, ਕਹਿੰਦਾ ਮੈਂ ਖੁੱਲੀ ਮੰਡੀ 'ਚ ਵੇਚੂਗਾ। ਔਰ ਉਹ ਬੰਦਾ, ਇੱਕ ਵਪਾਰੀ ਆਉਂਦਾ, ਕਹਿੰਦਾ ਕੀ ਭਾਅ ਵੇਚਣਾ? ਕਹਿੰਦਾ 3500 ਰੁਪਏ ਕੁਆਂਟਲ ਵੇਚਣਾ। ਕਹਿੰਦਾ 2000 ਲੈਣਾ? ਕਹਿੰਦਾ ਗਾਂਹ ਜਾ। ਉਹ ਫਿਰ ਨਾਲ ਦਾ ਲਲਕਾਰੇ ਮਾਰਦਾ, ਕਹਿੰਦਾ 3500 ਨੂੰ ਵੇਚ ਕੇ ਜਾਵਾਂਗੇ। ਇੱਕ ਹੋਰ ਵਪਾਰੀ ਆਉਂਦਾ, ਕਹਿੰਦਾ ਕੀ ਭਾਅ ਬਈ? ਕਹਿੰਦਾ 3500। ਕਹਿੰਦਾ 1500 ਨੂੰ ਵੇਚਣਾ। ਹੌਲੀ ਹੌਲੀ ਇੱਕ ਹੋਰ ਵਪਾਰੀ ਆਉਂਦਾ, ਫਿਰ ਆਉਂਦਾ 700 ਰੁਪਏ ਕੁਆਂਟਲ ਤੇ ਆ ਜਾਂਦਾ। ਉਹ ਇਹ ਖੁੱਲੀ ਮੰਡੀ ਦਾ ਜਿਹੜਾ ਹੈ ਅਸਲ ਸੱਚ ਹੈ ਇਹ। ਔਰ ਇਹ ਜਿਹੜਾ ਹੋਣਾ ਹੈ, ਇਹ ਲੋਕਾਂ ਨਾਲ, ਕਿਸਾਨਾਂ ਨਾਲ, ਮੈਂ ਕਹਿੰਦਾ ਵੀ ਕਿਸਾਨਾਂ ਨਾਲ ਇੱਕ ਬਹੁਤ ਵੱਡਾ ਇੱਕ ਖਤਰਨਾਕ ਰੁਝਾਨ ਜਿਹੜਾ ਹੈ ਸੱਤਾ ਖੇਡ ਜਾ ਰਹੀ ਹੈ। ਔਰ ਇਸ ਲਈ ਮੈਂ ਕਿਸਾਨਾਂ ਦੇ ਨਾਲ ਹੈ। ਔਰ ਜਿਹੜੀ ਇਹ ਖੁੱਲੀ ਮੰਡੀ ਦਾ ਜਿਹੜਾ ਇੱਕ ਜਿਹੜਾ ਜੁਮਲਾ ਦੇ ਰਹੇ ਨੇ, ਮੈਂ ਤਾਂ ਇਹੀ ਕਹੂੰਗਾ ਵੀ ਇਹ ਸਿਰਫ ਵਕਤੀ ਹੈ, ਸਾਲ ਭਰ ਹੈ। ਔਰ ਉਸ ਤੋਂ ਬਾਅਦ ਅਗਲੇ ਸਾਲ, ਉਸ ਤੋਂ ਬਾਅਦ ਅਗਲੇ ਸਾਲ ਜਿਹੜਾ ਹੈ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਹੋਣ ਦੇ ਵੀ ਖਤਰੇ ਹੈਗੇ ਨੇ। ਔਰ ਇਸ ਦਾ ਜਿੰਨਾ ਵਿਰੋਧ ਕੀਤਾ ਜਾਵੇ, ਮੈਂ ਸਮਝਦਾ ਵੀ ਉਹ ਥੋੜਾ ਹੈਗਾ ਜੀ। ਬਿਲਕੁਲ। ਹੋਣਾ ਕੀ ਹੈ, ਮੈਂ ਤੁਹਾਨੂੰ ਹੋਰ ਇੱਕ ਹੋਰ ਉਦਾਹਰਨ ਦੇਣਾ ਵੀ ਹੋਣਾ ਕੀ ਹੈ। ਦੋ ਬੰਦੇ ਬੈਠੇ ਹੈ, ਇੱਕ ਆਪਣੀ ਢੇਰੀ ਦੇ ਉੱਤੇ ਫਰਜ਼ ਕਰੋ 2000 ਕੁਆਂਟਲ ਲਿਖ ਕੇ ਬੈਠਾ ਹੈ, ਇੱਕ ਆਪਣੀ ਢੇਰੀ ਦੇ ਉੱਤੇ 500 ਰੁਪਏ ਕੁਆਂਟਲ ਲਿਖ ਕੇ ਬੈਠਾ ਹੈ। ਉਹ 2000 ਵਾਲਾ 500 ਵੀ ਖਰੀਦ ਲੈਂਦਾ, ਉਹ ਚਲਾ ਜਾਂਦਾ, ਫਿਰ ਆਪਣੀ ਢੇਰੀ ਤੇ ਉਹ 2500 ਰੁਪਏ ਕੁਆਂਟਲ ਆਉਂਦਾ ਹੈ, ਕਿਉਂਕਿ ਹੋਰ ਕੋਈ ਵੇਚਣ ਵਾਲੇ ਹੈ ਨਹੀਂ। ਤੇ ਇਹ ਹੋਣਾ ਵੀ ਸਾਰਾ ਮਾਲ ਇੱਕ ਜਗ੍ਹਾ ਇਕੱਠਾ ਹੋ ਜਾਣਾ, ਸਸਤਾ ਖਰੀਦਿਆ ਜਾਣਾ, ਫਿਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਰੇਟਾਂ ਨਾਲ ਵੇਚਣਾ। ਇਹੀ ਆਲੂ ਜਿਹੜੇ ਆ ਸਾਨੂੰ, ਜਿਹੜੇ 2 ਰੁਪਏ ਵਿਕਦੇ ਨੇ ਸੀਜ਼ਨ ਦੇ ਵਿੱਚ, ਔਰ ਜਿਹੜੇ 2 ਵੀ ਨਹੀਂ ਵਿਕਦੇ, ਸੜਕਾਂ ਤੇ ਸਿੱਟ ਕੇ ਜਾਂਦੇ ਬੋਰੀਆਂ ਖਾਲੀ ਕਰਕੇ, ਉਹ ਵਿਆ ਵੀ। ਤੇ ਜਦੋਂ ਸਾਨੂੰ 80 ਰੁਪਏ ਕੁਆਂਟਲ ਲੈਣੇ ਪੈਣਗੇ ਜਾਂ 100 ਰੁਪਏ ਕਿਲੋ ਲੈਣੇ ਪੈਣਗੇ, ਉਹ ਵੇਲੇ ਵੀ ਸਾਡੇ ਸਾਹਮਣੇ ਆਉਣ ਵਾਲੇ ਨੇ। ਇਸ ਕਰਕੇ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਔਰ ਸਾਰੀਆਂ ਜਥੇਬੰਦੀਆਂ ਨੂੰ ਇੱਕ ਹੋਣ ਦੀ ਲੋੜ ਹੈ। ਔਰ ਜਿਹੜੇ ਜਥੇਬੰਦੀਆਂ ਤਾਰ ਪੀਡੋ ਕਰਦੀਆਂ ਨੇ, ਔਰ ਜਿਹੜੇ ਲੀਡਰ ਤਾਰ ਪੀਡੋ ਕਰਦੇ ਨੇ ਇਸ ਮੂਵਮੈਂਟ ਨੂੰ, ਉਸ ਤੋਂ ਬਚਣ ਦੀ ਲੋੜ ਹੈ, ਉਹਨਾਂ ਤੋਂ ਦੂਰੀ ਕਰਨ ਦੀ ਲੋੜ ਹੈ, ਮੈਂ ਇਹ ਸਮਝਦਾ ਜੀ। ਬਿਲਕੁਲ ਬਿਲਕੁਲ। ਔਰ ਬੜੇ ਸਾਡੇ ਸੰਘਰਸ਼ ਦਾ ਦੌਰ ਚੱਲ ਰਿਹਾ ਹੈ, ਔਰ ਸਾਡੀ ਨੌਜਵਾਨੀ ਵੀ ਸਾਥ ਦੇ ਰਹੀ ਹੈ ਪੂਰੇ ਵਧੀਆ ਤਰੀਕੇ ਨਾਲ, ਜਿਸ ਨੂੰ ਬਦਨਾਮ ਹੀ ਕਰ ਦਿੱਤਾ ਗਿਆ ਸੀ ਪੂਰੇ ਤਰੀਕੇ ਨਾਲ ਕਿ ਨਸ਼ਿਆਂ 'ਚ ਗਲਤਾਨ ਹੋ ਗਈ ਹੈ ਪੰਜਾਬ ਜਿਹੜਾ ਹੈ। ਇਸ ਸਰਾਂਜੀ ਪ੍ਰਮਾਣ ਇਸ ਚੀਜ਼ ਦਾ ਵੀ ਦੁਨੀਆ ਵਿੱਚ ਅੱਜ ਤੱਕ ਜਿੰਨੀਆਂ ਵੀ ਕ੍ਰਾਂਤੀਆਂ ਆਈਆਂ ਨੇ, ਉਹ ਨੌਜਵਾਨਾਂ ਨੇ ਲਿਆਂਦੀਆਂ ਨੇ। ਇਸ ਕਰਕੇ ਨੌਜਵਾਨਾਂ ਦੇ ਸਿਰਾਂ ਤੇ, ਮੋਢਿਆਂ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ, ਔਰ ਉਹਨਾਂ ਨੂੰ ਹੁਣ ਜਿਹੜਾ ਹੈ ਉਹ ਖੜਨਾ ਚਾਹੀਦਾ ਹੈ। ਔਰ ਇਹ ਮੇਰੀ ਉਹਨਾਂ ਨੂੰ ਬੇਨਤੀ ਹੈਗੀ। ਬਿਲਕੁਲ ਜੀ, ਜੋਸ਼ ਦੇ ਨਾਲ ਹੋਸ਼ ਦੀ ਵੀ ਬਿਲਕੁਲ ਲੋੜ ਹੈ ਨਾ ਜੀ, ਤਾਂ ਕਿ ਕੋਈ ਭੜਕਾ ਨਾ ਦੇਵੇ ਮੁੱਦੇ ਤੋਂ ਜਾਂ ਧਿਆਨ ਨਾ ਪੱਟ ਦੇਵੇ। ਤਾਂ ਸਮਾਂ ਬੜੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਹੈ ਤੇ ਸਵਾਲ ਗੱਲਾਂ ਕਾਫੀ ਹੈਗੀਆਂ ਕਰਨ ਵਾਲੀਆਂ। ਫਿਰ ਤੁਸੀਂ ਇਸ ਤੋਂ ਬਾਅਦ ਤੁਸੀਂ ਆਉਣੇ ਹੈਗੇ ਜੀ ਇੱਧਰ ਆਪਣੇ ਇਤਿਹਾਸਕ ਨਾਵਲਾਂ ਵੱਲ। ਹਾਂਜੀ ਹਾਂਜੀ।
ਤੁਸੀਂ ਪੰਜਵਾਂ ਸਾਹਿਬਜ਼ਾਦਾ ਲਿਖਿਆ, ਫਿਰ ਸਤਲੁਜ ਵਹਿੰਦਾ ਰਿਹਾ ਲਿਖਿਆ, ਫਿਰ ਢਾਵਾਂ ਦਿੱਲੀ ਦੇ ਕਿੰਗਰੇ, ਫਿਰ ਮਹਾਬਲੀ ਸੂਰਾ ਆਉਂਦਾ ਹੈ, ਔਰ ਹਾਂਜੀ 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 ਸੂਰਜ ਦੀ ਹਾਂਜੀ ਅੱਖ, ਔਰ ਲੇਟੈਸਟ ਜਿਹੜਾ ਬਿਲਕੁਲ ਤੁਹਾਡਾ ਸੂਰਜ ਕਦੇ ਮਰਦਾ ਨਹੀਂ ਊਧਮ ਸਿੰਘ ਤੇ, ਹਾਂਜੀ ਹੈ ਨਾ ਜੀ। ਤਾਂ ਹਾਂਜੀ ਹਾਂਜੀ ਇੱਧਰ ਹਾਂਜੀ ਕਿਵੇਂ ਆਏ, ਇਹਦੇ ਬਾਰੇ ਵੀ ਤੁਸੀਂ ਕਾਫੀ ਰਿਸਰਚ ਜਿਹੜਾ ਹੈਗਾ ਅਸੀਂ ਪੜ੍ਹਿਆ ਸੁਣਿਆ ਵੀ ਕੀਤੀ, ਤੇ ਪਰ ਇੱਧਰ ਦੇਖੋ ਆਉਣ ਦਾ ਸਬਬ ਕਿਸ ਚੀਜ਼ ਤੋਂ? ਸਬੱਬ ਤਾਂ ਇੱਧਰ ਆਉਣ ਦਾ ਇਹੀ ਹੈ ਵੀ ਇੱਕ ਤਾਂ ਮੇਰਾ ਇਹ ਸੁਭਾਅ ਸੀ ਵੀ ਮੈਂ ਅਨੁਭਵ ਚੋਂ ਲਿਖਦਾ ਜੋ ਵੀ ਹੈਗਾ, ਤੇ ਜਦੋਂ ਮੈਨੂੰ ਇਹ ਲੱਗਦਾ ਸੀਗਾ ਵੀ ਮੈਂ ਅਨੁਭਵ ਚੋਂ ਜਾਂ ਮੇਰੇ ਕੋਲੇ ਜਿਹੜੇ ਉਸ ਤਰ੍ਹਾਂ ਦੇ ਵਿਸ਼ੇ ਜਿਹੜੇ ਹੈ ਉਹ ਸੀਮਿਤ ਹੁੰਦੇ ਜਾ ਰਹੇ ਨੇ, ਔਰ ਮੈਨੂੰ ਥੋੜਾ ਜਿਹਾ ਟਰੈਕ ਬਦਲਣ ਦੀ ਲੋੜ ਸੀਗੀ, ਔਰ ਟਰੈਕ ਬਦਲਣ ਦੀ ਲੋੜ ਦਾ ਇੱਕ ਸਬੱਬ ਵੀ ਬਣ ਗਿਆ ਵੀ ਡਾਕਟਰ TR ਵਿਨੋਦ ਕਹਿੰਦੇ, ਇੱਕ ਵਾਰੀ ਬਠਿੰਡੇ ਅਸੀਂ ਬੈਠੇ ਸੀ ਉਹਨਾਂ ਦੇ ਘਰੇ, ਕਹਿੰਦੇ ਇੱਕ ਕੰਮ ਜੇ ਤੂੰ ਮੇਰਾ ਕਰੇ। ਮੈਂ ਕਿਹਾ ਜਾਣੀ ਉਹਨਾਂ ਨੇ ਦੇਖੋ ਵੀ ਜੀ ਕਿੰਨਾ ਉਹਨਾਂ ਨੂੰ ਫਿਕਰ ਸੀ ਇਤਿਹਾਸ ਦਾ, ਜਿਹੜਾ ਉਹਨੂੰ ਆਪਣੇ ਉੱਪਰ ਲੈ ਰਹੇ ਸੀ। ਕਹਿੰਦੇ ਜੀ ਤੂੰ ਮੇਰਾ ਇੱਕ ਕੰਮ ਕਰੇ। ਮੈਂ ਕਿਹਾ ਦੱਸੋ। ਕਹਿੰਦਾ ਯਾਰ ਭਾਈ ਜੈਤੇ ਤੇ ਤੂੰ ਨਾਵਲ ਲਿਖ, ਕਿਉਂਕਿ ਅੰਨਦਾਤਾ ਨਾਵਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ, ਬਹੁਤ ਜ਼ਿਆਦਾ। ਤੇ ਕਹਿੰਦੇ ਸੀ ਵੀ ਜਿਸ ਤਰ੍ਹਾਂ ਕਿਸਾਨੀ ਦਾ ਨਿਘਾਰ ਇਹਦੇ ਚ ਪੇਸ਼ ਹੋਇਆ ਵੀ ਉਸ ਤਰ੍ਹਾਂ ਬਹੁਤ ਘੱਟ ਪੇਸ਼ ਹੋਇਆ। ਤੇ ਮੈਂ ਕਿਹਾ ਜੀ ਮੇਰਾ ਅਜੇ ਤਾਈਂ ਸਿੱਖ ਇਤਿਹਾਸ ਬਾਰੇ ਜਿਹੜਾ ਉਸ ਤਰ੍ਹਾਂ ਦੀ ਜਾਣਕਾਰੀਆਂ ਨਹੀਂ ਗੀਆਂ, ਮੇਰੀ ਰੁਚੀ ਵੀ ਇੱਧਰ ਘੱਟ ਰਹੀ ਹੈ, ਔਰ ਮੈਨੂੰ ਮੌਕੇ ਵੀ ਘੱਟ ਮਿਲਦੇ ਰਹੇ ਨੇ। ਮੇਰਾ ਫੀਲਡ ਵੀ ਹੋਰ ਸੀਗਾ ਟਰਾਂਸਪੋਰਟ ਦਾ, ਤੇ ਮੈਂ ਕਿਤਾਬਾਂ ਨਾਲੋਂ ਟੁੱਟਿਆ ਵੀ ਰਿਹਾ ਜਾਂ ਇਤਿਹਾਸ ਨਾਲੋਂ ਟੁੱਟਿਆ ਰਿਹਾ। ਉਹ ਕਹਿੰਦੇ ਤੂੰ ਕਰ ਸਕਦਾ। ਮੇਰੇ ਨਾਲ ਮੇਰਾ ਮਿੱਤਰ ਵੀ ਸੀ ਡਾਕਟਰ ਸੁਰਜੀਤ ਬਰਾੜ, ਮੇਰਾ ਬ੍ਰਦਰ ਵੀ ਸੀ ਛੋਟਾ ਗੁਰਮੇਲ ਸਿੰਘ, ਤੇ ਉਹ ਕਹਿੰਦੇ ਜੇ ਕਰੂਗਾ ਇਹ ਕੋਈ ਨਹੀਂ ਅਸੀਂ ਕਰਾਵਾਂਗੇ। ਤੇ ਉਹ ਮੈਂ ਚਲੋ ਸਮਝ ਲਓ ਵੀ ਮਲਮੀ ਜੀਵ ਨਾਲ ਕਹਿਤਾ ਜੀ ਚਲੋ ਜੀ ਮੈਂ ਕਰੂੰਗਾ। ਨਹੀਂ ਕਰਨਾ ਹੈ, ਕਹਿੰਦੇ ਜ਼ਰੂਰ ਕਰਨਾ। ਮੈਂ ਕਿਹਾ ਠੀਕ ਹੈ ਜੀ, ਮੈਂ ਵੇਖਣਾ ਚਾਹੁੰਦਾ, ਕਹਿੰਦੇ ਆਪਣੇ ਜਿਉਂਦੇ ਜੀ। ਤੇ ਮੈਂ ਜਦੋਂ ਆ ਕੇ ਲੱਭਣ ਲੱਗਿਆ ਭਾਈ ਜੈਤੇ ਬਾਰੇ ਕੀ ਕੁਝ ਮਿਲਦਾ ਹੈ, ਕਿੱਥੋਂ ਮਿਲੂਗਾ, ਕਿਸ ਤਰ੍ਹਾਂ ਦੇ ਇਤਿਹਾਸ ਨੂੰ ਪੜ੍ਹਿਆ ਵਾਚਿਆ ਕਿਤੋਂ, ਔਰ ਜਿੰਨਾ ਕੁਝ ਮੈਂ ਲੱਭਿਆ ਸਿੱਖ ਇਤਿਹਾਸ ਦੀਆਂ ਪੁਸਤਕਾਂ ਚੋਂ, ਔਰ ਜਿੱਥੇ ਵੀ ਮੈਨੂੰ ਲੱਭਦਾ ਸੀ ਜਾਂ ਪਤਾ ਲੱਗਦਾ ਸੀ ਜਾਂ ਕਿਸੇ ਲਾਇਬ੍ਰੇਰੀ ਵਿੱਚ ਸੀ, ਮੈਨੂੰ ਲੁਧਿਆਣੇ ਦੀ ਰੈਫਰੈਂਸ ਲਾਇਬ੍ਰੇਰੀ ਜਿਹੜੀ ਪੰਜਾਬੀ ਭਵਨ ਚ ਹੈ, ਜਾਂ ਪਟਿਆਲੇ ਯੂਨੀਵਰਸਿਟੀ ਵਿੱਚ, ਜਾਂ ਹੋਰ ਕਿਤੋਂ ਵੀ ਜਿੱਥੋਂ ਕਿ ਮੈਨੂੰ ਦੱਸ ਪੈਂਦੀ ਸੀ, ਮੈਂ ਕਿਤਾਬਾਂ ਇਕੱਠੀਆਂ ਕਰਦਾ ਰਿਹਾ। ਤੇ ਫਿਰ ਨਾਂ ਦੀ ਸਮੱਸਿਆ ਆ ਗਈ ਵੀ ਮੈਂ ਇਸ ਦਾ ਨਾਂ ਕੀ ਰੱਖੂੰਗਾ, ਕਿਉਂਕਿ ਭਾਈ ਜੈਤਾ ਜਾਂ ਬਾਬਾ ਜੀਵਨ ਸਿੰਘ ਨਾਂ ਰੱਖਣਾ ਮੈਂ ਚਾਹੁੰਦਾ ਨਹੀਂ ਸੀਗਾ। ਜਿਸ ਤਰ੍ਹਾਂ ਦੀ ਉਹਦੀ ਕੁਰਬਾਨੀ ਸੀ, ਮੈਂ ਚਾਹੁੰਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਮੈਨੂੰ ਕੋਈ ਨਾਂ ਲੱਭੇ, ਜਾਂ ਜਿਸ ਤਰ੍ਹਾਂ ਦੀ ਉਹਦਾ ਸਮਰਪਣ ਸੀ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਾਰਾ ਉਮਰ ਜਿਵੇਂ ਉਹਨਾਂ ਦੇ ਪਰਛਾਵੇਂ ਬਣ ਕੇ ਰਹੇ, ਜਿਸ ਤਰ੍ਹਾਂ ਦਾ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਹਦਾਇਤ ਕੀਤੀ ਸੀ, ਤੇ ਉਹਨਾਂ ਨੇ ਵਚਨ ਨਿਭਾਇਆ ਸੀ ਵੀ ਉਹਨਾਂ ਦੀ ਆਯੂ ਥੋੜੀ ਹੈ ਔਰ ਤੇਰਾ ਜੁਮਾ ਹੈ ਉਹਨਾਂ ਦੇ ਗਾਰਡ ਬਣਨਾ। ਤੇ ਉਹ ਸਾਰੀ ਉਮਰ ਜਿਹੜੀ ਉਹਨਾਂ ਦੇ ਨਾਲ ਉਹ ਰਹੇ। ਉਹ ਤੇ ਮੈਂ ਸਬੱਬ ਨਾਲ ਇੱਕ ਕਿਤਾਬ ਪੜ੍ਹ ਰਿਹਾ ਸੀ ਸ਼ਮਸ਼ੇਰ ਸਿੰਘ ਅਸ਼ੋਕ ਦੀ, ਮਜ਼੍ਹਬੀ ਸਿੱਖਾਂ ਦਾ ਇਤਿਹਾਸ। ਉਹਦੇ ਵਿੱਚ ਇੱਕ ਤਾਂ ਕੋਈ ਜਦੋਂ ਆਪਣਾ 1699 ਵਿੱਚ ਖਾਲਸਾ ਪੰਥ ਸਾਜਿਆ ਜਾ ਰਿਹਾ ਹੈ ਅਨੰਦਪੁਰ ਦੀ ਧਰਤੀ ਤੇ ਉਹਦੇ ਚ ਇੱਕ ਉਹਨਾਂ ਨੇ ਪਤਾ ਨਹੀਂ ਇਸ ਤਰ੍ਹਾਂ ਵੇਰਵਾ ਆਉਂਦਾ ਹੈ, ਜਦੋਂ 4 ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਤਾ, ਹੁਰੋਂ ਛਕਾਤਾ, ਤੇ ਭਾਈ ਜੈਤੇ ਨੂੰ ਅੰਮ੍ਰਿਤ ਛਕਾਇਆ, ਤੇ ਉਹਨਾਂ ਨੇ ਕਿਹਾ ਵੀ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਜਾਣੋ, ਅੱਜ ਤੋਂ ਇਹਨਾਂ ਦਾ ਨਾਮ ਬਾਬਾ ਜੀਵਨ ਸਿੰਘ ਹੈ, ਤੇ ਇਹ ਵੀ 5ਵਾਂ ਸਾਹਿਬਜ਼ਾਦਾ ਹੈ। ਉਹ ਇੱਕ ਵਾਕ ਨੇ ਮੇਰਾ ਜਾਣੀ ਸਾਰਾ ਜਿਹੜਾ ਸਮਝ ਲਓ ਚਿੰਤਾ ਦੂਰ ਕਰਤੀ। ਮੈਂ ਕਿਹਾ 5ਵਾਂ ਸਾਹਿਬਜ਼ਾਦਾ ਦਾ ਨਾਂ ਰੱਖਿਆ ਜਾ ਸਕਦਾ, ਤੇ ਉਹ 5ਵਾਂ ਸਾਹਿਬਜ਼ਾਦਾ ਨਾਂ ਜਿਹੜਾ ਹੈ ਉਹ ਨਾਵਲ ਛਪਿਆ, ਔਰ TR ਵਿਨੋਦ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਪੜ੍ਹ ਕੇ, ਔਰ ਅਜੇ ਵੀ ਉਸ ਨਾਵਲ ਦੇ ਅਨੇਕਾਂ ਐਡੀਸ਼ਨ ਛਪੇ ਨੇ, ਔਰ ਇੱਥੋਂ ਤੱਕ ਕਿ ਇਕੱਠੀਆਂ 200 ਕਿਤਾਬਾਂ ਲੈ ਕੇ ਵੰਡਤੀਆਂ, 500 ਕਿਤਾਬਾਂ ਲੈ ਕੇ ਵੰਡਤੀਆਂ। ਜਦੋਂ ਭਾਈ ਜੈਤੇ ਦੀ ਆਉਂਦੀ ਹੈ, ਬਰਸੀ ਆਉਂਦੀ ਹੈ, ਜਾਂ ਉਹਦਾ ਜਨਮ ਦਿਨ ਆਉਂਦਾ, ਇਹ ਸਾਰਾ ਕੁਝ ਹੋ ਰਿਹਾ ਹੈ, ਔਰ ਬੜੇ ਐਡੀਸ਼ਨ ਉਹਦੇ ਛਪ ਰਹੇ ਨੇ। ਔਰ ਇੱਕ ਤਾਂ ਮੈਨੂੰ ਉਸ ਪਾਸੇ ਇਤਿਹਾਸ ਨਾਲ ਜੋੜਨ ਦਾ ਜਿਹੜਾ ਮੁੱਢਲਾ ਜਿਹੜੀ ਹੋਇਆ ਸੀ 5ਵਾਂ ਸਾਹਿਬਜ਼ਾਦਾ ਤੋਂ ਹੋਇਆ। ਫਿਰ ਮੈਨੂੰ ਇਤਿਹਾਸ ਪੜ੍ਹਨ ਚ ਆਨੰਦ ਆਉਣ ਲੱਗਿਆ। ਫਿਰ ਮੈਂ ਉਹ ਸਤਲੁਜ ਵਹਿੰਦਾ ਰਿਹਾ ਲਿਖਿਆ ਭਗਤ ਸਿੰਘ ਬਾਰੇ, ਫਿਰ ਮਹਾਬਲੀ ਸੂਰਾ, ਫਿਰ ਦੁੱਲਾ ਭੱਟੀ ਬਾਰੇ।
ਹਾਂਜੀ ਹਾਂਜੀ ਬੜੀ ਰਿਸਰਚ ਕੀਤੀ ਆ ਸਾਰੇ ਨਾਵਲਾਂ ਤੇ ਬਹੁਤ ਔਰ ਹਾਂਜੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਤੇ ਕਾਫੀ ਤੁਹਾਨੂੰ ਘੁੰਮਣਾ ਵੀ ਪਿਆ ਬਹੁਤ ਉਸ ਪੜ੍ਹਨਾ ਜਗ੍ਹਾ ਪੈਂਦਾ ਜੀ, ਜਗ੍ਹਾ ਤੇ ਬਹੁਤ ਜਾਣਾ ਪਿਆ। 40 ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ। ਇੱਕ ਮੇਰੇ ਚ ਇੱਕ ਨਾ ਇਹ ਸਮਝ ਲਓ ਜਾਂ ਤਾਂ ਭੈੜ ਸਮਝ ਲਓ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਉਹ ਭੂਗੋਲਿਕ ਥਾਂ ਦੇਖਣਾ ਚਾਹੁੰਦਾ ਹੁੰਦਾ ਜਿੱਥੋਂ ਦਾ ਮੈਂ ਵੇਰਵੇ ਕੁਝ ਕਰਨੇ ਨੇ। ਦੁੱਲਾ ਭੱਟੀ ਵੇਲੇ ਮੈਂ ਉਹਦੇ ਪਿੰਡ ਗਿਆ, ਪਿੰਡੀ ਭੱਟੀਆਂ। ਹਾਲਾਂਕਿ ਮੇਰੇ ਨਾਲ ਗਏ ਜਿਹੜੇ ਸਾਰੇ ਲੇਖਕ ਮਿੱਤਰ ਸੀਗੇ ਉਹ ਮੇਰੇ ਨਾਲ ਜਾਣ ਤੋਂ ਗੁਰੇਜ਼ ਕਰ ਗਏ, ਪਰ ਮੈਂ ਉੱਥੇ ਗਿਆ ਇਕੱਲਾ ਟੈਕਸੀ ਕਰਕੇ। ਮੇਰੇ ਨਾਲ ਇੱਕ ਪਾਕਿਸਤਾਨੀ ਲੇਖਕ ਨਸਰੀਨ ਭੱਟੀ ਗਈ ਹੋਈ ਸੀ ਤੇ ਔਰ ਉਹ ਜਿੰਨਾ ਚਿਰ ਤੁਸੀਂ ਉਹ ਸਾਰਾ ਦੇਖਦੇ ਨਹੀਂ ਅੱਖੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਲਿਖਣ ਵੇਲੇ ਮੈਂ ਗੁਜਰਾਂਵਾਲਾ ਗਿਆ, ਉੱਥੇ ਲਾਲ ਕਿਲ੍ਹਾ ਦੇਖਿਆ। ਭਗਤ ਸਿੰਘ ਲਿਖਣ ਵੇਲੇ ਮੈਂ ਉਹ ਨਿੰਮ ਦੇਖ ਕੇ ਆਇਆ ਜਿਹਦੇ ਉਹਲੇ ਖੜ ਕੇ ਗੋਲੀ ਮਾਰੀ ਸੀ ਸਾਂਡਰਸ ਨੂੰ, ਉਹ ਚੌਂਕ ਦੇਖਿਆ ਜਿਹੜਾ ਉੱਥੋਂ ਦਾ ਬਾਜ਼ਾਰ ਸਾਰਾ ਕੁਝ। ਜਿੰਨਾ ਚਿਰ ਤੁਸੀਂ ਉਸਨੂੰ ਇੱਕ ਵਾਰੀ ਦੇਖ ਲੈਂਦੇ ਹੋ। ਜਾਂ ਭਾਈ ਜੈਤਾ ਲਿਖਣ ਵੇਲੇ ਮੈਂ ਚਾਂਦਨੀ ਚੌਕ ਤੋਂ ਲੈ ਕੇ ਜਿਹੜਾ ਉੱਥੋਂ ਤੱਕ ਜਿਹੜਾ ਸਾਰਾ ਜਿਹੜੇ ਰਾਹ ਤੇ ਉਹ ਗੁਰੂ ਜੀ ਦੇ ਸੀਸ ਲੈ ਕੇ ਆਇਆ, ਰੱਦਬ ਨਾਲ ਲੈ ਕੇ ਆਇਆ, ਉਹ ਸਾਰੇ ਦੇਖਦੇ ਆ। ਜਦੋਂ ਤੁਸੀਂ ਦੇਖਦੇ ਹੋ ਤਾਂ ਉਸ ਨੂੰ ਜਦੋਂ ਬਾਅਦ ਚ ਤੁਸੀਂ ਉਸ ਨੂੰ ਫਿਕਸ਼ਨ ਕਰਦੇ ਹੋ ਤਾਂ ਜ਼ਰੂਰ ਹੈ ਵੀ ਤੁਸੀਂ ਇੱਕ ਉਸ ਤੁਹਾਡੀਆਂ ਅੱਖਾਂ ਮੂਹਰੇ ਉਹ ਸਮਾਂ ਸਾਰਾ ਉਤਰ ਜਾਂਦਾ ਹੈ। ਤੇ ਖੈਰ ਇਤਿਹਾਸ ਲਿਖਣਾ ਮੈਂ ਸਮਝਦਾ ਵੀ ਦੂਸਰੇ ਜਿਹੜੇ ਸਾਡੇ ਸੋਸ਼ਲ ਨਾਵਲ ਹੈ ਉਹਨਾਂ ਨਾਲੋਂ ਥੋੜਾ ਜਿਹਾ ਔਖਾ ਇਸ ਕਰਕੇ ਹੈਗਾ, ਸੰਕਟਾਂ ਵਾਲਾ ਵੀ ਹੈ ਇਹਦੇ ਕਰਕੇ ਵੀ ਸਾਡੇ ਕੁਝ ਸਮਾਜ ਦੇ ਬੰਦਿਆਂ ਦੀ ਉਹਦਾ ਬਾਰੇ ਖਾਸ ਲਗਾਓ ਹੁੰਦਾ ਉਹਨਾਂ ਨਾਇਕਾਂ ਨਾਲ, ਉਹਨਾਂ ਪਾਤਰਾਂ ਨਾਲ, ਇਤਿਹਾਸਕ ਪਾਤਰਾਂ ਨਾਲ। ਔਰ ਇੱਕ ਜਿਹੜੀ ਨਾ ਮੈਂ ਸਮਝਦਾ ਵੀ ਇੱਕ ਸਕੀਜ਼ੋਫਰੇਨੀਆ ਇੱਕ ਬਿਮਾਰੀ ਹੈ, ਜਿਹੜਾ ਇੱਕੋ ਵੇਲੇ ਨਾ ਉਹਦਾ ਇੱਕ ਹੈਗਾ ਵੀ ਇੱਕੋ ਵੇਲੇ ਤੁਸੀਂ ਦੋ ਉਲਟ ਦਿਸ਼ਾਵਾਂ ਵਿੱਚ ਤੁਹਾਡੀ ਸੋਚ ਕੰਮ ਕਰਦੀ ਹੁੰਦੀ ਹੈ। ਤੁਸੀਂ ਸਿਰੇ ਦੇ ਆਧੁਨਿਕ ਵੀ ਹੁੰਦੇ ਆ ਔਰ ਸਿਰੇ ਦੇ ਪਰੰਪਰਾਵਾਦੀ ਵੀ ਤੁਸੀਂ ਹੁੰਦੇ ਆ। ਜਿਵੇਂ ਕ੍ਰਿਕਟ ਦਾ ਮੈਚ ਤਾਂ ਖੇਡਦੇ ਅੱਜ ਤੇ ਹਵਨ ਯੱਗ ਕਰ ਰਹੇ ਹੁੰਦੇ ਆ ਉਹਨੂੰ ਜਿਤਾਉਣ ਦੀ ਖਾਤਰ। ਸਾਡੀ ਇਹ ਮਾਨਸਿਕਤਾ ਹੁੰਦੀ ਹੈ ਜਿਹੜੀ ਇੱਕ ਬਿਮਾਰੀ ਹੁੰਦੀ ਹੈ। ਤੇ ਇਹਨੇ ਕੁਝ ਸਾਡੇ ਜਿਹੜੇ ਵਿਦਵਾਨਾਂ ਦਾ ਕਿਸੇ ਨਾਇਕ ਬਾਰੇ ਇੰਨੇ ਉਲਾਰ ਹੁੰਦੇ ਆ ਵੀ ਉਹਨਾਂ ਦੀ ਪ੍ਰਸ਼ੰਸਾ ਤੋਂ ਬਿਨਾਂ ਹੋਰ ਕੁਝ ਸੁਣ ਨਹੀਂ ਸਕਦੇ, ਤੇ ਕੁਝ ਇੰਨੇ ਕਿਸੇ ਪਾਤਰ ਬਾਰੇ ਘਿਰਣਾ ਕਰਦੇ ਹੁੰਦੇ ਆ ਵੀ ਉਹਨਾਂ ਦੀ ਪ੍ਰਸ਼ੰਸਾ ਸੁਣ ਹੀ ਨਹੀਂ ਸਕਦੇ। ਤੇ ਲੇਕਿਨ ਮਨੁੱਖੀ ਮਨੋਵਿਗਿਆਨ ਤਾਂ ਇਹ ਕਹਿੰਦਾ ਵੀ ਮਨੁੱਖ ਦੇ ਅੰਦਰ ਦੋਵੇਂ ਪ੍ਰਵਿਰਤੀਆਂ ਹੁੰਦੀਆਂ ਨੇ, ਬਿਲਕੁਲ ਚੰਗੇ ਵੀ ਹੁੰਦੀਆਂ ਨੇ, ਮਾੜੀਆਂ ਵੀ ਹੁੰਦੀਆਂ ਨੇ। ਤੇ ਲੇਕਿਨ ਸੁਭਾਅ ਜਿਸ ਤਰ੍ਹਾਂ ਦੀ ਮਾਨਸਿਕਤਾ ਬਣ ਜਾਂਦੀ ਹੈ ਉਹਦੇ ਵਿੱਚ ਕੋਈ ਕੀ ਕਹਿ ਸਕਦਾ। ਠੀਕ ਹੈ, ਲੇਖਕ ਨੂੰ ਬੜੀਆਂ ਗੱਲਾਂ ਕਈ ਵਾਰੀ ਸਹਿਣੀਆਂ ਵੀ ਪੈਂਦੀਆਂ ਨੇ। ਔਰ ਮੈਂ ਜਦੋਂ ਪੜ੍ਹਦਾ ਇਤਿਹਾਸ ਦਾ ਤੇ ਮੈਂ ਸਮਝਦਾ ਵੀ ਅੱਜ ਤਾਈਂ ਵਿਸ਼ਵ ਦੇ ਇਤਿਹਾਸ ਵਿੱਚ ਮੈਨੂੰ ਕੋਈ ਵੀ ਇਹੋ ਜਿਹਾ ਲੇਖਕ ਪੀਰ ਗੁਰੂ ਨਹੀਂ ਮਿਲਿਆ ਜੋ ਆਪਣੇ ਵੇਲੇ ਕਿਸੇ ਵੀ ਜਾਂ ਸਾਰੇ ਸਮਾਜ ਦੇ ਸਾਰੇ ਵਰਗਾਂ ਨੂੰ ਖੁਸ਼ ਕਰ ਸਕਿਆ ਹੋਵੇ। ਜ਼ਰੂਰ ਕੋਈ ਨਾ ਕੋਈ ਵਿਰੋਧੀ ਹਰ ਸਮੇਂ ਹਰ ਵਿਅਕਤੀ ਦਾ ਹੁੰਦਾ ਹੀ ਰਿਹਾ। ਜਿਵੇਂ ਕਿ ਤੁਹਾਡੀ ਗੱਲ ਦੇ ਵਿੱਚੋਂ ਇਸ਼ਾਰਾ ਮਿਲਦਾ ਕਿ ਜਿਵੇਂ ਸੂਰਜ ਦੀ ਅੱਖ ਤੇ ਕਾਫੀ ਜਿਹੜਾ ਸੀਗਾ ਬਾਬੇਲਾ ਖੜਾ ਹੋਇਆ, ਬਹੁਤ ਸਾਰੇ ਇਤਰਾਜ਼ ਉਸ ਤੇ ਲੱਗੇ। ਤੁਸੀਂ ਵੀ ਬਿਲਕੁਲ ਮੇਰਾ ਖਿਆਲ ਹੈ ਵੀ ਮੈਂ ਤੁਹਾਡੇ ਸਵਾਲ ਨੂੰ ਮੇਰਾ ਖਿਆਲ ਹੈ ਮੈਂ ਇਸੇ ਕਰਕੇ ਪਹਿਲਾਂ ਹੀ ਕਾਊਂਟਰ ਕਰ ਦਿੱਤਾ ਵੀ ਸਾਡੇ ਵਿਦਵਾਨਾਂ ਦੇ ਵਿੱਚ ਵੀ ਜ਼ਰੂਰ ਜਿਹੜਾ ਇਤਿਹਾਸ ਜਦੋਂ ਕਿਸੇ ਨਾਇਕ ਬਾਰੇ ਉਲਾਰ ਹੁੰਦੇ। ਹਾਂਜੀ ਹਾਂਜੀ। ਤੇ ਹੁਣ ਮਤਲਬ ਉਸ ਤੇ ਗੱਲ ਕਲੀਅਰ ਹੋ ਚੁੱਕੀ ਹੈ ਪੂਰੇ ਤਰੀਕੇ ਨਾਲ, ਜਾਂ ਤੁਸੀਂ ਕੋਈ ਸੋਧ ਕੀਤੀ ਹੈ ਉਸ ਨਾਵਲ ਦੇ ਵਿੱਚ, ਜਾਂ ਕੋਈ ਨਹੀਂ ਕੁਝ ਨਹੀਂ, ਸਾਰਾ ਕੁਝ ਜੋ ਹੈ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸੀ ਔਰ ਉਸ ਤਰ੍ਹਾਂ ਹੀ ਸਵੀਕਾਰਿਆ ਵੀ ਜਾ ਰਿਹਾ ਹੈ। ਔਰ ਮੈਨੂੰ ਕੱਲ ਹੀ ਮੈਨੂੰ UK ਤੋਂ ਇੱਕ ਫੋਨ ਆਇਆ, ਮਤਲਬ ਆਉਂਦੇ ਰਹਿੰਦੇ ਨੇ ਮੈਨੂੰ ਇੱਕ ਦੋ ਬਾਹਰੋਂ, ਉਹ ਜਾਣੀ ਮੇਰਾ ਖਿਆਲ ਹੈ ਵੀ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ ਜਾਂ ਜਿਹੜੇ ਲੋਕ ਇਤਿਹਾਸ ਪੜ੍ਹਨਾ ਜਾਣਦੇ ਹੈ ਜਾਂ ਜਿਹੜੇ ਇਤਿਹਾਸਕ ਨਾਵਲ ਪੜ੍ਹਨਾ ਜਾਣਦੇ ਹੈ, ਕਿਉਂਕਿ ਇਤਿਹਾਸ ਤੇ ਇਤਿਹਾਸਕ ਰਚਨਾ ਜਿਹੜੀ ਹੈ ਨਾ ਫਿਕਸ਼ਨ ਹੈ, ਇਹ ਬਿਲਕੁਲ ਹੀ ਵੱਖਰੋ ਵੱਖਰੀ ਤਰ੍ਹਾਂ ਦੇ ਹੈ। ਇਤਿਹਾਸ ਨੇ ਤਾਂ ਇਹ ਦੱਸਣਾ ਹੁੰਦਾ ਵੀ ਮੈਦਾਨ ਦੇ ਵਿੱਚ ਕਿੰਨੇ ਲੋਕ ਮਾਰੇ ਗਏ, ਕੌਣ ਜਿੱਤਿਆ ਕੌਣ ਹਾਰਿਆ। ਲੇਕਿਨ ਜਦੋਂ ਲੇਖਕ ਇਤਿਹਾਸਕ ਨਾਵਲ ਲਿਖਦਾ ਹੈ ਉਸਨੇ ਉਸ ਤੋਂ ਵੀ ਬਹੁਤ ਗਾਂਹ ਜਾਣਾ ਹੁੰਦਾ ਹੈ। ਉਸਨੇ ਮਨੁੱਖ ਦੇ ਚਿਹਰੇ ਨਾਲੋਂ ਉੱਥੇ ਸਿਪਾਹੀਆਂ ਦੇ ਮਰਨ ਨਾਲੋਂ ਉਹਨਾਂ ਦੇ ਸਿਪਾਹੀਆਂ ਦੇ ਪਿੱਛੇ ਕੀ ਵਾਪਰਿਆ, ਉਹਨਾਂ ਦੇ ਪਰਿਵਾਰਾਂ 'ਚ ਕੀ ਵਾਪਰਿਆ, ਉਹਨਾਂ ਦੇ ਪਰਿਵਾਰਾਂ ਦੇ ਚੁੱਲ੍ਹੇ ਬਲੇ ਆ ਕਿ ਨਹੀਂ ਬਲੇ, ਉਹਨਾਂ ਦੇ ਮਾਂ ਪਿਓ ਦੀ ਕੀ ਹਾਲਤ ਹੈ, ਉੱਥੇ ਲਾਸ਼ਾਂ ਕਿਵੇਂ ਰੁਲਦੀਆਂ ਨੇ, ਜੰਗਾਂ ਤੁਰਦੀਆਂ ਤੇ ਆਸੇ ਪਾਸੇ ਦੇ ਕਿਸਾਨਾਂ ਦੇ ਖੇਤ ਉੱਜੜ ਜਾਂਦੇ ਨੇ, ਉਹਨਾਂ ਕਿਸਾਨਾਂ ਦਾ ਕੀ ਹਾਲਤ ਹੈ। ਇਹ ਇਤਿਹਾਸਕ ਲੇਖਕ ਨੇ ਪੜ੍ਹਨਾ ਹੁੰਦਾ ਉਸ ਵੇਲੇ, ਇਤਿਹਾਸਕਾਰਾਂ ਨੇ ਨਹੀਂ ਇਹ ਪੜ੍ਹਨਾ ਹੁੰਦਾ। ਤੇ ਇਸ ਕਰਕੇ ਬਹੁਤ ਜ਼ਿਆਦਾ ਇਤਿਹਾਸਕ ਨਾਵਲ ਦਾ ਇਤਿਹਾਸ ਨਾਲੋਂ ਫਰਕ ਹੈਗਾ ਔਰ ਉਸ ਨੂੰ ਉਸ ਤਰ੍ਹਾਂ ਹੀ ਪੜ੍ਹਨ ਦੀ ਲੋੜ ਹੁੰਦੀ ਹੈ।
ਇਹ ਮੈਂ ਜ਼ਰੂਰ ਬੇਨਤੀ ਕਰੂੰਗਾ ਉਹਨਾਂ ਵਿਦਵਾਨਾਂ ਨੂੰ। ਮੈਂ ਤਾਂ ਕਹਿੰਦਾ ਉਹਨਾਂ ਵਿਦਵਾਨਾਂ ਨੂੰ ਜਿਨ੍ਹਾਂ ਨੇ ਇਹ ਵਿਵਾਦ ਖੜਾ ਕੀਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਸ ਵਿਵਾਦ ਨੇ ਜਿਨ੍ਹਾਂ ਨੇ ਨਹੀਂ ਨਾਵਲ ਪੜ੍ਹਨਾ ਸੀ ਉਹਨਾਂ ਨੂੰ ਵੀ ਪੜ੍ਹਾਇਆ, ਔਰ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਵੀ ਪੜ੍ਹਿਆ ਨਹੀਂ ਸੀ ਕੋਈ ਕਿਤਾਬ, ਉਹਨਾਂ ਨੇ ਵੀ ਲੱਭ ਕੇ ਉਹ ਕਿਤਾਬ ਪੜ੍ਹੀ ਤੇ ਬਹੁਤ ਜਿਉਂਦੇ ਵਸਦੇ ਰਹਿਣ। ਇਸ ਤਰ੍ਹਾਂ ਦਾ ਵਿਵਾਦ ਖੜਾ ਕਰਦੇ ਰਹਿਣ, ਮੈਂ ਕਹਿੰਦਾ ਕੋਈ ਗੱਲ ਨਹੀਂ। ਤੇ ਬਾਕੀ ਹਰ ਇੱਕ ਦੀ ਸੋਚ ਆਪਣੀ ਆਪਣੀ ਹੁੰਦੀ ਹੈ, ਇਹਦੇ 'ਚ ਅਸੀਂ ਕਿਸੇ ਨੂੰ ਨਹੀਂ ਸੁਝਾਅ ਦੇ ਸਕਦੇ, ਔਰ ਉਹਨਾਂ ਨੂੰ ਹੱਕ ਹੈ। ਨਹੀਂ, ਪਾਠਕਾਂ ਨੂੰ ਕਿਸੇ ਵੀ ਰਚਨਾ ਨੂੰ ਰੱਦ ਕਰਨ ਦਾ, ਕਿਸੇ ਵੀ ਰਚਨਾ ਤੇ ਕਿੰਤੂ ਪਰੰਤੂ ਕਰਨ ਦਾ, ਕਿਸੇ ਵੀ ਰਚਨਾ ਤੇ ਵਿਵਾਦ ਖੜਾ ਕਰਨ ਦਾ ਹੱਕ ਹੈ। ਮੈਂ ਕਹਿੰਦਾ ਉਹ ਆਪਣਾ ਹੱਕ ਜਿਹੜਾ ਹੈ ਉਹ ਠੀਕ ਹੈ, ਪਰ ਮੈਂ ਸਮਝਦਾ ਵੀ ਜੇ ਸੁਲਝੇ ਹੋਏ ਢੰਗ ਨਾਲ ਕਿਸੇ ਵੀ ਰਚਨਾ ਤੇ ਸੰਵਾਦ ਰਚਾ ਲਈਏ, ਅਸੀਂ ਬੈਠ ਕੇ ਗੱਲ ਕਰ ਲਈਏ ਸਹੀ ਢੰਗ ਨਾਲ, ਬਿਨਾਂ ਸੋਸ਼ਲ ਮੀਡੀਆ ਦੇ ਵਰਤੇ ਤੋਂ, ਉਸ ਤਰ੍ਹਾਂ ਜਿਸ ਤਰ੍ਹਾਂ ਵਰਤਿਆ ਗਿਆ ਸੀ, ਉਹ ਗੱਲਾਂ ਵਿੱਚੋਂ ਸਾਰਥਕ ਹੱਲ ਨਿਕਲ ਸਕਦੇ ਨੇ। ਔਰ ਇੱਕ ਮੈਂ ਹੋਰ ਬੇਨਤੀ ਕਰਦਾ ਵੀ ਕੋਈ ਵੀ ਰਚਨਾ ਜਿਹੜੀ ਹੈ ਉਹ ਅੰਤਮ ਨਹੀਂ ਹੁੰਦੀ, ਉਹ ਕੋਈ ਵੀ ਕਲਾ ਅੰਤਮ ਨਹੀਂ ਹੁੰਦੀ, ਉਹਦੇ ਵਿੱਚ ਵਾਧੇ ਘਾਟਿਆਂ ਦੀ ਗੁੰਜਾਇਸ਼ ਸਦਾ ਬਣੀ ਰਹਿੰਦੀ ਹੈ। ਔਰ ਮੈਂ ਹਮੇਸ਼ਾ ਲਿਖਤੀ ਰੂਪ ਵਿੱਚ ਵੀ ਕਿਹਾ ਸੀ ਵੀ ਜੇ ਸਹੀ ਢੰਗ ਨਾਲ ਸੰਵਾਦ ਰਚਾਇਆ ਜਾਵੇ, ਜਿੱਥੇ ਕੋਈ ਇਹੋ ਜਿਹੀ ਕੋਈ ਗੱਲ ਲੱਗਦੀ ਹੈ ਤੇ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੁੰਦੀ ਵੀ ਅਸੀਂ ਉਸ ਨੂੰ ਕਿਸੇ ਹੋਰ ਰੂਪ ਚ ਦੇ ਦਈਏ, ਅਸੀਂ ਉਸ ਨੂੰ ਬਦਲ ਲਈਏ, ਅਸੀਂ ਉਸ ਨੂੰ ਵਧਾ ਲਈਏ, ਅਸੀਂ ਉਸ ਨੂੰ ਘਟਾ ਲਈਏ। ਇਹ ਅਕਸਰ ਇਸ ਤਰ੍ਹਾਂ ਹੀ ਕਿਸੇ ਮਸਲੇ ਦਾ ਹੱਲ ਹੁੰਦਾ ਹੈ। ਇੱਕ ਪਾਸੜ ਜਿਹੜੀ ਸੋਚ ਹੁੰਦੀ ਹੈ, ਇੱਕ ਪਾਸੜ ਨਿੰਦਿਆ ਨਾਲ ਕੁਝ ਵੀ ਨਹੀਂ ਪ੍ਰਾਪਤ ਨਹੀਂ ਹੁੰਦਾ। ਬਿਲਕੁਲ ਜੀ, ਕਿ ਬੈਠ ਕੇ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਬਿਲਕੁਲ ਕਰਕੇ ਕਿ ਬਿਨਾਂ ਗੱਲ ਤੋਂ ਆਪਾਂ ਜੋਸ਼ ਦੇ ਵਿੱਚ ਆ ਕੇ ਗਾਲੋ ਗਾਲੀ ਹੋਣ ਨਾਲੋਂ ਜਾਂ ਕਿਸੇ ਨਹੀਂ, ਬਿਲਕੁਲ ਵਧੀਆ ਤਰੀਕੇ ਨਾਲ ਗੱਲ ਕੀਤੀ ਜਾਵੇ। ਬਹੁਤ ਅੱਛੀ ਗੱਲ ਹੈ ਜੀ। ਅੱਛਾ ਸਰ, ਤੁਸੀਂ ਜਿਹੜੇ ਜਿਵੇਂ ਨਾਵਲ ਇਸ ਤੋਂ ਬਾਅਦ ਵੀ ਜਾਰੀ ਰਹੇ, ਹੁਣ ਤੁਹਾਡਾ ਜਿਹੜਾ ਹੈਗਾ ਊਧਮ ਸਿੰਘ ਜੀ ਤੇ ਆਇਆ ਹੈਗਾ ਸੂਰਜ ਕਦੇ ਮਰਦਾ ਨਹੀਂ, ਤੇ ਪਰ ਮੈਂ ਇੱਥੇ ਤੁਹਾਡੇ ਸਫ਼ਰਨਾਮਿਆਂ ਦੀ ਵੀ ਗੱਲ ਕਰਨੀ ਚਾਹੂੰਗਾ ਕਿ ਤੁਸੀਂ ਕਈ ਸਾਰੇ ਸਫ਼ਰਨਾਮੇ ਵੀ ਲਿਖੇ ਹੈ, ਬਹੁਤ ਸਾਰੀਆਂ ਜਗ੍ਹਾਵਾਂ ਤੁਸੀਂ ਘੁੰਮੀ ਹੈ, ਤੇ ਜਿਵੇਂ ਤੁਹਾਡੇ ਸਫ਼ਰਨਾਮਿਆਂ ਦੇ ਨਾਮ ਹੁੰਦੇ ਆ ਰੋਹਤਾਂਗ, ਮਾਊਂਟ ਆਬੂ ਵਾਇਆ ਲਾਹੌਰ, ਮੋਗਾ ਸਿੰਗਾਪੁਰ ਵਾਇਆ ਚੀਨ, ਗੋਆ ਮੁੰਬਈ ਵਾਇਆ ਯੂਕੇ। ਇਹ ਨਾਮ ਰੱਖਣ ਦੇ ਮਤਲਬ ਵਾਇਆ ਇਹ ਕੋਈ ਖਾਸ ਹੈ ਗੱਲ ਹੈ ਇਹਦੇ ਵਿੱਚ, ਜਾਂ ਕਿਵੇਂ ਕੁਦਰਤੀ? ਨਹੀਂ, ਕੁਦਰਤੀ ਨਹੀਂ, ਇਹ ਵੈਸੇ ਤਾਂ ਸਬੱਬ ਹੀ ਬਣ ਗਿਆ। ਫਰਜ਼ ਕਰੋ ਲਾਹੌਰ ਜਾ ਕੇ ਆਏ ਸੀ, ਉਹ ਇਸ ਤਰ੍ਹਾਂ ਦਾ ਸੀ, ਉਹਦੇ ਚ ਇੰਨੇ ਕੁ ਵੇਰਵੇ ਦੇਣ ਵਾਲੇ ਸੀ ਜਿਹੜੇ ਜ਼ਰੂਰੀ ਸੀ। ਪਾਣੀ ਪਾਉਣ ਨਾਲੋਂ ਮੈਂ ਕਿਹਾ ਵੀ ਇਹਦੇ ਨਾਲ ਆਪਾਂ ਮਾਊਂਟ ਆਬੂ ਦਾ ਜੋੜ ਲੈਂਦੇ ਆ, ਵੀ ਚਲੋ ਮਾਊਂਟ ਆਬੂ ਜਾਣਾ, ਲਾਹੌਰ ਮਤਲਬ ਲਾਹੌਰ ਦੀ ਵੀ ਇਹਦੇ ਚ ਜ਼ਿਕਰ ਹੈਗਾ। ਇਸੇ ਤਰ੍ਹਾਂ ਹੀ ਚੀਨ ਗਏ ਸੀ ਜਦੋਂ, ਉਦੋਂ ਵੀ ਅਸੀਂ ਸਿੰਗਾਪੁਰ ਹੁੰਦੇ ਹੋਏ ਉੱਧਰ ਜਾ ਕੇ ਮਕਾਓ ਜਾ ਕੇ ਤੇ ਮੋਗੇ ਨੂੰ ਅਸੀਂ ਨਾਲ ਸ਼ਾਮਲ ਕਰ ਲਿਆ। ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਪਰ ਮੇਰੀ ਹਮੇਸ਼ਾ ਸਫ਼ਰਨਾਮਿਆਂ ਚ ਹਮੇਸ਼ਾ ਇੱਕ ਸੁਚੇਤ ਹੋ ਕੇ ਇਹ ਰਿਹਾ ਵੀ ਅਸੀਂ ਉੱਥੇ ਕੀ ਖਾਧਾ, ਕੀ ਪੀਤਾ, ਇਸ ਦੱਸਣ ਨਾਲੋਂ ਅਸੀਂ ਕੀ ਦੇਖਿਆ, ਕਿਸ ਤਰ੍ਹਾਂ ਦਾ ਦੇਖਿਆ, ਸਾਡਾ ਇੱਥੇ ਕੀ ਹੈ, ਅਸੀਂ ਉੱਥੇ ਕੀ ਵੇਖ ਕੇ ਆਏ ਹਾਂ, ਇਹ ਦੱਸਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਔਰ ਮੈਂ ਇਹਨਾਂ ਸਫ਼ਰਨਾਮੇ ਚ ਇਹੀ ਕੋਸ਼ਿਸ਼ ਕੀਤੀ ਹੈ ਵੀ ਉੱਥੋਂ ਤੇ ਸਾਡੇ ਦੇ ਕਲਚਰ ਵਿੱਚ, ਉੱਥੋਂ ਦੇ ਸਾਡੇ ਦੇ ਖਾਣ ਪੀਣ ਦੇ ਵਿੱਚ, ਉੱਥੋਂ ਦੇ ਸਾਡੇ ਦੀਆਂ ਜਿਹੜੀਆਂ ਰਾਜਸੀ ਤੇ ਦੂਜੀਆਂ ਜਿਹੜੀਆਂ ਤਬਦੀਲੀਆਂ ਵਿੱਚ ਕਿੰਨਾ ਕੁ ਅੰਤਰ ਹੈਗਾ, ਇਹ ਜ਼ਿਆਦਾ ਕੋਸ਼ਿਸ਼ ਕੀਤੀ ਜੀ। ਔਰ ਲਾਹੌਰ ਬਾਰੇ ਤਾਂ ਆਪਣੇ ਕਹਿੰਦੇ ਯਾਰ, ਤੁਸੀਂ ਵੀ ਕਿਹਾ ਵੀ ਜੰਮਦਿਆਂ ਚ ਹੋ ਗਏ ਤੁਸੀਂ ਉੱਥੇ ਜਾ ਕੇ, ਹੈ ਨਾ, ਪਹਿਲਾਂ ਜੰਮਦੇ ਰਹਿ ਗਏ ਸੀ ਕਈ ਵਾਰੀ ਬਣਦਾ ਪ੍ਰੋਗਰਾਮ ਮਿਸ ਹੋ ਜਾਂਦਾ। ਬਿਲਕੁਲ ਆਪ ਹੀ ਜਿਹੜੇ ਸਾਡੇ ਮਿੱਤਰ ਸਾਨੂੰ ਸਟੇਸ਼ਨ ਤੇ ਲੈਣ ਆਏ ਤੇ ਉਹ ਕਹਿੰਦੇ ਅੱਜ ਤੁਸੀਂ ਜੰਮਦੇ ਹੋ ਅੱਜ। ਔਰ ਸਰ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਇੱਕ ਮੁਲਾਕਾਤਾਂ ਦੀ ਕਿਤਾਬ ਵੀ ਜਿਹੜੀ ਹੈਗੀ ਹੈ ਪੰਜਾਬੀ ਸਾਹਿਤ ਅਕਾਦਮੀ ਦੇ ਲਈ ਤੁਸੀਂ ਕੀਤੀਆਂ, ਹੈ ਨਾ ਜੀ, ਵਾਰਤਾਲਾਪ ਨਾਂ ਦੀ ਕਿਤਾਬ ਤੁਸੀਂ ਲਿਖੀ ਸੰਪਾਦਕਾਂ ਦੇ ਨਾਲ ਤੇ ਲੇਖਕਾਂ ਦੇ ਨਾਲ, ਉਹ ਤੁਸੀਂ ਤਿਆਰ ਕੀਤੀ। ਤਾਂ ਕਾਫੀ ਵਿਧਾਵਾਂ ਦੇ ਵਿੱਚ ਤੁਸੀਂ ਥੋੜੇ ਪਹਿਲਾਂ ਕਵਿਤਾ ਵੀ ਜਿਹੜੀ ਹੈਗੀ ਹੈ ਲਿਖੀ ਹੈ। ਹਾਂ, ਪਹਿਲਾਂ ਦੇਖੋ ਕਦੇ ਨਾ, ਦਰਅਸਲ ਕਲਕੱਤੇ ਕਵੀ ਵਾਲੇ ਸੀਗੇ, ਜਿਹੜੀ ਸਾਡੀ ਪੰਜਾਬੀ ਸਾਹਿਤ ਸਭਾ ਕਲਕੱਤਾ ਸੀ ਨਾ, ਉਦੋਂ ਮੈਂ ਕਹਾਣੀਆਂ ਲਿਖਦਾ ਸੀ ਜਾਂ ਸੜਕਨਾਮਾ ਵਾਲੀ ਵਾਰਤਕ ਲਿਖਦਾ ਸੀ, ਤੇ ਕਵੀ ਦਰਬਾਰ ਹੋਣੇ ਉੱਥੇ, ਮੈਂ ਉੱਥੇ ਬੈਠ ਕੇ 1.5 ਘੰਟਾ ਉਹਨਾਂ 'ਚ ਬੈਠ ਕੇ ਉਹਨਾਂ ਨੂੰ ਸੁਣ ਕੇ ਆ ਜਾਣਾ। ਉਹ ਮੈਨੂੰ ਕਹਿੰਦੇ ਯਾਰ ਤੂੰ ਕੋਈ ਕਵਿਤਾ ਲਿਖ ਲਿਆ ਕਰ ਇੱਕ ਅੱਧੀ। ਤੇ ਮੈਂ ਫਿਰ ਉਹ ਧੱਕੇ ਨਾਲ ਕਈ ਵਾਰੀ ਨਾ, ਕਈ ਵਾਰੀ ਮਾਣ ਹੋ ਜਾਂਦਾ, ਐਵੇਂ ਆਪਣੇ ਆਪ ਨੂੰ ਵਹਿਮ ਹੋ ਜਾਂਦਾ ਵੀ ਮੈਂ ਵੀ ਕਵਿਤਾ ਲਿਖ ਸਕਦਾ, ਤੇ ਉਸ ਵਹਿਮ ਦੇ ਵਿੱਚ ਮੈਂ ਕੁਝ ਕਵਿਤਾਵਾਂ ਲਿਖੀਆਂ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਕਦੇ ਲਿਖਦਾ ਰਹਿੰਦਾ ਵੀ ਕਈ ਗੱਲ ਜਿਹੜੀ ਤੁਹਾਨੂੰ ਕਵਿਤਾ ਵਾਂਗੂ ਹੀ ਉਤਰਦੀ ਹੈ, ਉਹ ਕਵਿਤਾ ਬਣ ਜਾਂਦੀ ਹੈ। ਪਰ ਮੈਂ ਆਪਣੇ ਆਪ ਨੂੰ ਕਦੇ ਵੀ
ਇੱਕ ਕਵੀ ਵਜੋਂ ਨਹੀਂ ਕਿਤੇ ਪੇਸ਼ ਕਰਦਾ। ਕਵੀ ਮੰਨਦੇ ਨਹੀਂ ਤੁਸੀਂ ਆਪਣੇ ਨੂੰ? ਨਹੀਂ ਕਵੀ ਨਹੀਂ, ਮੇਰਾ ਕੋਈ ਦਾਵਾ ਕਵੀ ਹੋਣ ਦਾ ਮੇਰਾ ਕੋਈ ਦਾਵਾ ਨਹੀਂ ਹੈ। ਉਹ ਠੀਕ ਹੈ, ਬਾਕੀ ਜਿਹੜੀਆਂ ਰਚਨਾਵਾਂ ਮੇਰੀਆਂ ਜਿਸ ਤਰ੍ਹਾਂ ਦੀ ਵੀ ਮੇਰੇ ਪਾਠਕਾਂ ਨੇ ਮੈਨੂੰ ਸਵੀਕਾਰਿਆ ਉਹ ਠੀਕ ਹੈ, ਪਰ ਇਹ ਹੈ ਵੀ ਮੈਂ ਕਵਿਤਾਵਾਂ ਲਿਖੀਆਂ ਜ਼ਰੂਰ ਨੇ ਕੁਝ। ਬਹੁਤ ਬਹੁਤ ਅੱਛਾ ਜੀ। ਇੱਕ ਸਰ ਇਹ ਗੱਲ ਤੁਹਾਡੇ ਨਾਲ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਅਵਾਰਡਾਂ ਬਾਰੇ ਤੁਹਾਡੇ ਕੀ ਵਿਚਾਰ ਹੈ? ਇਹਨਾਂ ਬਾਰੇ ਸੁਣਦੇ ਆਪਾਂ ਵੀ ਕਾਫੀ ਖਿੱਚਤੂ ਵੀ ਹੁੰਦੀ ਹੈ, ਕਦੇ ਕਿਹਾ ਜਾਂਦਾ ਵੀ ਆਰਾਮ ਨਾਲ ਮਿਲ ਜਾਂਦੇ, ਆਪਣੇ ਆਪ ਮਿਲ ਜਾਂਦੇ ਆ, ਕਈ ਵਾਰੀ ਨਾਮ ਕਿਸੇ ਦਾ ਪਹਿਲਾਂ ਹੋਰ ਸੁਣ ਰਹੇ ਹੁੰਦੇ ਆ, ਅਨਾਉਂਸ ਕਿਸੇ ਹੋਰ ਦਾ ਹੋ ਜਾਂਦਾ ਹੈ, ਇਹਦੇ ਬਾਰੇ ਨਹੀਂ, ਕਈ ਵਾਰੀ ਤਾਂ ਜੇ ਮੈਂ ਆਪਣਾ ਨਿੱਜੀ ਤਜਰਬਾ ਹੀ ਦੱਸਾਂ ਤੇ ਮੈਨੂੰ ਫਰਜ਼ ਕਰੋ ਮੈਨੂੰ 2011 ਵਿੱਚ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ ਨਾਵਲ ਢਾਵਾਂ ਦਿੱਲੀ ਦੇ ਕਿੰਗਰੇ ਨੂੰ। ਹਾਂਜੀ, ਤੇ ਲੇਕਿਨ ਫਰਜ਼ ਕਰੋ 7 ਨੂੰ ਕਿਸੇ ਦਾ ਫੋਨ ਆ ਗਿਆ, ਐਤਕੀ ਤੇਰਾ ਨਾਮ ਬੋਲਦਾ ਵੀ, ਮੈਂ ਹੱਸ ਛੱਡਣਾ। 8 ਨੂੰ ਫੋਨ ਆ ਗਿਆ, ਐਤਕੀ ਤੇਰਾ ਨਾਮ ਬੋਲਦਾ ਵੀ। ਅਖੀਰ ਤੁਸੀਂ ਇਹ ਦੇਖੋ ਵੀ ਐਤਕੀ ਤੇਰੀ ਕਿਤਾਬ ਸੀ। 10 ਨੂੰ ਮੈਨੂੰ ਫੋਨ ਆਇਆ ਵੀ ਰਾਤ ਦੇ 9:30 ਵਜੇ ਹਰਭਜਨ ਸਿੰਘ ਹੁੰਦਲ ਦਾ, ਤੁਸੀਂ ਜਾਣਦੇ ਹੋ ਨਾਂ ਤਾਂ, ਕਵੀ ਆ ਸਾਡੇ, ਬਲਦੇਵ ਵਧਾਈ ਲੈ ਲਾ ਮੈਥੋਂ। ਮੈਂ ਕੀ ਹੋ ਗਿਆ? ਕਹਿੰਦਾ ਮੇਰੇ ਕੋਲੇ ਹੁਣੇ ਦਿੱਲੀ ਤੋਂ ਆਇਆ ਬੈਠਾ ਬੰਦਾ, ਤੈਨੂੰ ਸਾਹਿਤ ਅਕਾਡਮੀ ਦਾ ਅਵਾਰਡ ਮਿਲ ਗਿਆ। ਉਹ ਮੈਂ ਕਿਹਾ ਸਾਹਿਬ ਛੱਡੋ ਪਰੇ। ਕਹਿੰਦਾ ਨਹੀਂ ਬੈਠਾ, ਕੱਲ ਨੂੰ ਅਖਬਾਰ 'ਚ ਖਬਰ ਪੜ੍ਹ ਲਈ। ਉਹ ਮੈਂ ਕਿਹਾ ਨਹੀਂ ਜਾਣ ਦਿਓ ਜੀ, ਕਾਹਨੂੰ, ਮੈਨੂੰ ਪਤਾ। ਮੈਂ ਕਿਹਾ ਤੁਸੀਂ ਮੈਨੂੰ ਹਰ ਸਾਲ ਹੀ ਏਦਾਂ ਹੀ ਕਹਿ ਦਿੰਦੇ ਨੇ, ਕੋਈ ਗੱਲ ਨਹੀਂ, ਠੀਕ ਹੈ। ਮੈਂ ਕਿਹਾ ਤੁਹਾਡੀ ਮਿਹਰਬਾਨੀ, ਤੁਸੀਂ ਸੋਚਿਆ। ਅਗਲੇ ਦਿਨ ਅਖਬਾਰ ਮੈਂ ਚੱਕਿਆ ਤੇ ਡਾਕਟਰ ਵਨੀਤਾ ਨੂੰ ਨਾਮ ਮਿਲਿਆ ਹੋਇਆ ਸੀ ਸਾਹਿਤ ਅਕਾਡਮੀ ਅਵਾਰਡ ਦਾ। ਤੇ ਉੱਥੇ ਵੀ ਇਸ ਤਰ੍ਹਾਂ ਹੁੰਦਾ ਹੈ। ਹੁਣ ਜਦੋਂ 11 ਦਾ ਮਿਲਿਆ ਤੇ ਮੈਨੂੰ ਦੀਪਕ ਮਨਮੋਹਨ ਡਾਕਟਰ ਨੇ ਫੋਨ ਕੀਤਾ, ਕਹਿੰਦੇ ਬਲਦੇਵ ਲੱਡੂ ਲਿਆ ਕੇ ਵੰਡਦੇ ਆਪਣੇ ਮਿੱਤਰਾਂ 'ਚ। ਮੈਂ ਕੀ ਹੋਇਆ? ਕਹਿੰਦਾ ਤੈਨੂੰ ਨਾਮ ਮਿਲ ਗਿਆ। ਮੈਂ ਕਿਹਾ ਲੱਡੂ ਮੈਂ ਤੋਂ 7-8 ਸਾਲ ਦੇ ਵੰਡਾਈ ਜਾਂਦੇ ਹੋ ਤੁਸੀਂ। ਕਹਿੰਦਾ ਨਹੀਂ ਕੋਈ ਨਹੀਂ, ਬਸ ਚੁੱਪ ਰਹਿ ਕੋਈ ਨਹੀਂ। ਔਰ ਖੈਰ ਉਹਦੀ ਉਹ ਖਬਰ ਸੱਚੀ ਸੀ। ਤੇ ਕਈ ਵਾਰੀ ਦੇਖੋ ਐ ਹੁੰਦਾ ਵੀ ਲੋਕ ਜਦੋਂ ਮੈਂ ਸੁਣਦਾ ਨਾ ਵੀ ਉਹ ਪਿੱਛੇ ਦੌੜ ਰਿਹਾ ਨਾਮਾਂ ਦੇ, ਉਹ ਭੱਜ ਰਿਹਾ, ਉਹ ਜੁਗਾੜ ਲਾ ਰਿਹਾ, ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਯਾਰ ਕੀ ਇਸ ਤਰ੍ਹਾਂ ਦੇ ਨਾਮ ਲੈ ਕੇ ਤੁਹਾਡੀ ਜ਼ਮੀਰ ਕੀ ਕਹਿੰਦੀ ਹੋਊਗੀ। ਈਵਨ ਇੱਕ ਲੇਖਕ ਨੇ ਇਹ ਦਾਅਵਾ ਕੀਤਾ ਸਾਡੀ ਮਹਿਫਲ ਦੇ ਵਿੱਚ ਵੀ ਜਦੋਂ ਮੈਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਮਿਲਿਆ ਉਦੋਂ 50,000 ਦਾ ਸੀ। ਅੱਧੇ ਦੀ ਤਾਂ ਮੈਂ ਦਾਰੂ ਹੀ ਪਿਆਤੀ ਸੀ ਪਹਿਲਾਂ, ਵੀ ਤੈਨੂੰ ਅਸੀਂ ਨਾਮ ਦੇਣਾ ਤੇ ਨਾਮ ਲੈਣਾ ਤਾਂ ਦਾਰੂ ਪਿਆ। ਤੇ ਆਹ ਹੁਣ ਹਾਲਤ ਜਦੋਂ ਸੁਣਦੇ ਅਸੀਂ ਤੇ ਫਿਰ ਬੜਾ ਮਹਿਸੂਸ ਹੁੰਦਾ ਵੀ ਇਨਾਮ ਦੇ ਮਗਰ ਭੱਜਣ ਨਾਲੋਂ ਤੁਸੀਂ, ਜੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਇਨਾਮਾਂ ਲਈ ਲਿਖਦੇ ਹੋ, ਤੁਹਾਡੇ ਲਿਖੇ ਨੂੰ ਇਨਾਮ ਮਿਲਣ ਤਾਂ ਇੱਕ ਵੱਖਰੀ ਗੱਲ ਹੈ। ਪਰ ਤੁਸੀਂ ਇਨਾਮਾਂ, ਜਦੋਂ ਹੁਣ ਮੇਰੇ ਕੋਲ ਕਈ ਵਾਰੀ ਇਹੋ ਜਿਹੇ ਫੋਨ ਆ ਜਾਂਦੇ ਨੇ, 2 ਕਿਤਾਬਾਂ ਲਿਖੀਆਂ ਹੁੰਦੀਆਂ, ਭਾਈ ਜੀ ਇਹ ਮੈਂ ਭੇਜਣੇ ਨੇ ਸਾਹਿਤ ਅਕਾਡਮੀ ਦੇ ਅਵਾਰਡ ਨੂੰ, ਤਾਂ ਸਾਨੂੰ ਐਡਰੈਸ ਦੇ ਦਿਓ ਕਿੱਥੇ ਭੇਜਣੇ ਹੁੰਦੇ ਆ। ਤੇ ਇਹ ਕਿਤਾਬਾਂ ਤੁਹਾਡੀਆਂ ਉਹ ਚੁਣਨ ਜਿਨ੍ਹਾਂ ਨੂੰ ਜਿਹੜੀਆਂ ਜੋਰੀਆਂ ਬਣਾਈਆਂ ਨੇ, ਜਿਹਨਾਂ ਨੂੰ ਲੋੜ ਹੈ ਤੁਹਾਡੀਆਂ ਕਿਤਾਬਾਂ ਭੇਜਣ। ਤੇ ਇਹ ਇਸ ਤਰ੍ਹਾਂ ਦਾ ਹੁੰਦਾ ਹੈਗਾ। ਤੇ ਜਦੋਂ ਤੁਸੀਂ ਯਤਨ ਕਰਦੇ ਹੋ, ਕਿਸੇ ਨੂੰ ਸਿਫਾਰਸ਼ਾਂ ਪਾਉਂਦੇ ਹੋ, ਕਿਸੇ ਨੂੰ ਮੰਤਰੀ ਨੂੰ ਕਹਿੰਦੇ ਹੋ, ਕਿਸੇ ਡਾਇਰੈਕਟਰ ਨੂੰ ਕਹਿੰਦੇ ਹੋ, ਉਹ ਸਾਰਾ ਮੇਰੇ ਨਹੀਂ ਆਏਗਾ। ਔਰ ਮੈਂ ਸ਼ਰੇਆਮ ਅੱਜ ਤੁਹਾਡੇ ਇਸ ਮੰਚ ਤੋਂ ਕਹਿੰਦਾ ਵੀ ਮੈਨੂੰ ਸਿਰਫ ਫੋਨ ਤੇ ਪਤਾ ਲੱਗਦਾ ਰਿਹਾ ਆਹ ਢਾਹਾਂ ਅਵਾਰਡ ਵੀ ਜਿਹੜਾ ਹੈ, ਇਹ ਤੁਹਾਨੂੰ ਫੋਨ ਆਉਂਦਾ ਹੈ ਵੀ ਅਸੀਂ ਤੇਰੇ ਨਾਵਲ ਨੂੰ ਅਵਾਰਡ ਦਿੱਤਾ ਹੈ ਤੇ ਸਾਨੂੰ ਖੁਸ਼ੀ ਹੈ। ਔਰ ਮੈਨੂੰ ਤੁਸੀਂ ਇਹ ਦੇਖੋ ਵੀ ਏਡਾ ਵੱਡਾ ਅਵਾਰਡ ਮਿਲਣ ਤੇ ਚਾਅ ਨਾਲੋਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਵੀ ਹੁਣ ਜਿਹੜਾ ਮੀਡੀਆ ਉੱਤੇ ਜਿਹੜੇ ਮੇਰੇ ਨਾਲ ਕੁੱਤੇ ਖਾਣੇ ਹੋਊਗੀ, ਸ਼ਾਇਦ ਪਤਾ ਨਹੀਂ ਕਿੰਨੀ ਕੁ, ਕਿਉਂਕਿ ਉਦੋਂ ਹੋ ਰਹੀ ਸੀ। ਉਦੋਂ 1-1.5 ਸਾਲ ਦਾ ਚਰਚਾ ਇਹਦੇ ਤੇ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਮੇਰੀ ਨਿੰਦਿਆ ਕਰਨ ਦਾ। ਤੇ ਮੈਂ ਕਿਹਾ ਹੁਣ ਤਾਂ ਹੋਰ ਵੀ ਵੱਧ ਨਿੰਦਿਆ ਹੋਊਗੀ। ਮੈਨੂੰ ਇਹ ਚਿੰਤਾ ਸੀ ਮੈਂ ਅਵਾਰਡ ਲੈਣ ਜਾਣਾ ਵੀ ਆ, ਔਰ ਮੈਨੂੰ ਸੈਂਕੜੇ ਮਿੱਤਰਾਂ ਦੇ ਫੋਨ ਆਏ ਸੀ, ਤੂੰ ਕੈਨੇਡਾ ਨਾ ਜਾਈਂ, ਉੱਥੇ ਤੈਨੂੰ ਘੇਰ ਲੈਣਗੇ, ਉੱਥੇ ਤੋਂ ਤੈਨੂੰ ਮੁੜਨ ਨਹੀਂ ਦੇਣਾ ਉਹਨਾਂ ਨੇ, ਇਹ ਨਾ ਕਰੀ ਉਹ ਨਾ ਕਰੀ। ਤੇ ਸਾਰਾ ਕੁਛ ਹੈ ਵੀ ਕੋਈ ਅਵਾਰਡ ਦੀ ਖੁਸ਼ੀ ਵੀ ਹੁੰਦੀ ਹੈ। ਉੱਥੇ ਵੀ ਗਿਆ ਕੈਨੇਡਾ, ਔਰ ਸੱਚ ਪੁੱਛੋ ਵੀ ਅਸੀਂ ਖੁੱਲੇ ਨਾ ਜਾਈਂ, ਉੱਥੇ ਪਾਰਕ 'ਚ ਨਾ ਕਿਤੇ ਚਲਾ ਜਾਈਂ, ਸਾਨੂੰ ਪੁੱਛੇ ਵੀ ਉਹਨਾਂ ਨੂੰ ਤੂੰ ਕਿਤੇ ਜਾਈਂ। ਇਹ ਹਾਲਤ ਰਹੀ ਹੈ ਜਦੋਂ ਅਵਾਰਡ ਲਿਆ ਮੈਂ ਉੱਥੇ। ਤੇ ਇਹ ਜਦੋਂ ਕਈ ਵਾਰੀ ਅਵਾਰਡ ਤੁਹਾਡੇ ਤੇ ਇੱਕ ਗ੍ਰਹਿਣ ਵਾਂਗ ਵੀ ਲੱਗ ਜਾਂਦੇ ਨੇ, ਤੇ ਖੈਰ ਖੁਸ਼ੀ ਹੁੰਦੀ ਹੈ ਵੀ ਤੁਹਾਨੂੰ ਐਡਾ ਵੱਡਾ ਅਵਾਰਡ ਮਿਲਿਆ, ਔਰ ਉਸ ਰਚਨਾ ਨੂੰ ਅਵਾਰਡ ਮਿਲਿਆ
ਜਿਸ ਦੀ ਨਿੰਦਿਆ ਕੁਝ ਬੰਦਿਆਂ ਨੇ ਕੀਤੀ ਰਹੀ ਲਗਾਤਾਰ, ਤੇ ਔਰ ਹੁਣ ਉਸੇ ਰਚਨਾ ਦੀ ਔਰ ਹਰ ਪਾਸਿਓਂ ਮੈਨੂੰ ਪ੍ਰਸ਼ੰਸਾ ਆ ਰਹੀ ਹੈ। ਔਰ ਮੈਂ ਨਾਂ ਨਹੀਂ ਦੱਸਦਾ ਕਿ ਐਡੇ ਵੱਡੇ ਉੱਚੇ ਅਹੁਦਿਆਂ ਤੇ ਅਫਸਰ ਬੈਠੇ ਨੇ ਜਿਹੜੇ ਕਹਿੰਦੇ ਸੀ ਉਹ ਕਿਉਂ ਰੌਲਾ ਪਾਉਂਦੇ ਸੀ। ਮੈਂ ਕਿਹਾ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਕਿਉਂ ਰੌਲਾ ਪਾਉਂਦੇ ਸੀ। ਕਹਿੰਦੇ ਰਾਜੇ ਮਹਾਰਾਜੇ ਇਦਾਂ ਦੇ ਹੁੰਦੇ ਨੇ ਔਰ ਇਸ ਤਰ੍ਹਾਂ ਦੇ ਹੁੰਦੇ ਨੇ, ਇਵੇਂ ਹੀ ਕਰਦੇ ਨੇ। ਉਹ ਮਹਾਰਾਜੇ ਵੀ ਹੁੰਦੇ ਨੇ ਔਰ ਉਹਨਾਂ ਦੀਆਂ ਆਦਤਾਂ ਵੀ ਹੁੰਦੀਆਂ ਨੇ, ਤੇ ਉਹ ਸਾਡਾ ਮਹਾਰਾਜਾ ਸੀ, ਇਹਦੇ ਚ ਕਿਹੜੀ ਗੱਲ ਹੈ। ਮੈਂ ਕਿਹਾ ਜੀ ਇਹ ਤਾਂ ਉਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਨਿੰਦਿਆ ਸ਼ੁਰੂ ਕੀਤੀ ਸੀ। ਮੈਂ ਤਾਂ ਜੋ ਸੱਚ ਸੀ ਉਹ ਸਾਹਿਤ ਰਾਹੀਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਸੱਚ ਲਿਖਣਾ ਵੀ ਔਖਾ ਹੈ, ਸੱਚ ਸਹਿਣਾ ਵੀ ਉਨਾ ਹੀ ਔਖਾ ਹੈ, ਤੇ ਉਹਨਾਂ ਤੋਂ ਨਹੀਂ ਸਹਿਣ ਹੋਇਆ। ਇਹਦੇ ਚ ਮੇਰਾ ਤਾਂ ਕੋਈ ਕਸੂਰ ਨਹੀਂ ਹੈ, ਪਰ ਠੀਕ ਹੈ ਮੈਂ ਜੇ ਲਿਖੂੰਗਾ ਇਤਿਹਾਸਕ ਨਾਵਲ ਉਹ ਮੇਰੀ ਜਿਹੜੀ ਦ੍ਰਿਸ਼ਟੀ ਹੈ ਜਾਂ ਮੇਰਾ ਜਿਹੜਾ ਦ੍ਰਿਸ਼ਟੀਕੋਣ ਹੈ ਉਹੀ ਹੋਊਗਾ ਵੀ ਮੈਂ ਸੱਚ ਤੇ ਪਹਿਰਾ ਦਿੰਦਾ ਰਹੂੰਗਾ ਇਹਦੇ ਚ। ਜੀ ਬਿਲਕੁਲ। ਸਾਡੇ ਇੱਕ ਦਰਸ਼ਕ ਦਾ ਪਾਠਕ ਦਾ ਵੀ ਫੋਨ ਮੈਸੇਜ ਆਇਆ ਸੀਗਾ ਜੀ, ਸਵਾਲ ਤੁਹਾਡੇ ਲਈ, ਉਹਦੇ ਵਿੱਚ ਜਵਾਬ ਜਿਹੜਾ ਹੈਗਾ ਤੁਸੀਂ ਦੇ ਦਿੱਤਾ ਹੈ। ਸੰਨੀ ਜੀ ਨੇ, ਇਹਨਾਂ ਨੇ ਪੁੱਛਿਆ ਸੀਗਾ ਕਿ ਇਤਿਹਾਸਕ ਨਾਵਲ ਲਿਖਣ ਲਈ ਤੱਥਾਂ ਦੀ ਪੇਸ਼ਕਾਰੀ ਕਿਹੋ ਜਿਹੀ ਹੋਵੇ, ਹਨਾ, ਇਸ ਤਰੀਕੇ ਦਾ ਇਹਨਾਂ ਦਾ ਸਵਾਲ ਸੀਗਾ, ਤੇ ਇਹਨਾਂ ਨੇ ਆਪਣਾ ਜਵਾਬ ਇਹਨਾਂ ਨੂੰ ਮਿਲ ਗਿਆ ਹੋਣਾ। ਤੁਹਾਡੀਆਂ ਗੱਲਾਂ ਦੇ ਵਿੱਚੋਂ ਕਾਫੀ ਡਿਟੇਲ ਤੁਸੀਂ ਦੱਸਿਆ। ਔਰ ਮੈਂ ਬਸ ਆਪਾਂ ਅੰਤ ਵੱਲ ਹੀ ਵੱਧ ਰਹੇ ਹਾਂ ਜੀ ਪ੍ਰੋਗਰਾਮ ਦੇ। ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ ਕਿ ਤੁਸੀਂ ਹੁਣ ਬਿਲਕੁਲ ਨਾਵਲ ਹੀ ਲਿਖ ਰਹੇ ਹੋ, ਇਸ ਵਿਧਾ ਦੇ ਵਿੱਚ ਹੀ ਆ ਗਏ ਹੋ ਪੂਰੇ ਤਰੀਕੇ ਨਾਲ, ਤੇ ਤੁਸੀਂ ਪੰਜਾਬੀ ਨਾਵਲ ਨੂੰ ਵਿਸ਼ਵ ਪੱਧਰ ਦੇ ਨਾਵਲ ਨਾਲ ਕਿਵੇਂ ਮੇਚ ਕੇ ਦੇਖਦੇ ਹੋ, ਜਾਂ ਇਹਨਾਂ ਦੀ ਕੀ ਸਥਿਤੀ ਹੈ ਜੇ ਆਪਾਂ ਵਿਸ਼ਵ ਪੱਧਰ ਤੇ ਦੇਖੀਏ? ਦੇਖੋ ਗੱਲ ਇਹ ਹੈ ਵੀ ਆ ਰਹੀ ਹੈ ਨਾ ਆਵਾਜ਼? ਹੈਲੋ। ਹਾਂਜੀ 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 ਬਿਲਕੁਲ। ਹਾਂ, ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਵਿਸ਼ਵ ਪੱਧਰ ਦੇ ਕਹਿਣ ਤੇ ਤਾਂ ਅਸੀਂ ਕਹਿ ਦਿਆਂਗੇ ਵੀ ਹਾਂ ਸਾਡਾ ਪੰਜਾਬੀ ਨਾਵਲ ਜਿਹੜਾ ਵਿਸ਼ਵ ਪੱਧਰ ਦਾ ਹੈਗਾ ਹੈ। ਕਹਾਣੀ ਬਾਰੇ ਵੀ ਇਹੀ ਕਿਹਾ ਜਾਂਦਾ ਵੀ ਸਾਡੀ ਅੱਜ ਕਹਾਣੀ ਵਿਸ਼ਵ ਪੱਧਰ ਦੀ ਹੈਗੀ ਹੈ। ਕਵਿਤਾ ਬਾਰੇ ਵੀ ਕਿਹਾ ਜਾਂਦਾ ਹੈ। ਮੈਂ ਸਾਰੀਆਂ ਵਿਧਾਵਾਂ ਦੀ ਗੱਲ ਕਰਦਾ ਹਾਂ। ਪਰ ਜਿੰਨਾ ਚਿਰ ਸਾਡਾ ਜਿਹੜਾ ਸਾਹਿਤ ਹੈ ਜਾਂ ਸਾਡਾ ਨਾਵਲ ਹੈ ਉਹ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਨਹੀਂ ਪਹੁੰਚਦਾ ਬਾਹਰ ਤੱਕ, ਵਿਦੇਸ਼ਾਂ ਵਿੱਚ, ਉਹਨਾਂ ਚਿਰ ਕਿਵੇਂ ਅਸੀਂ ਇਹ ਮੁਲਾਂਕਣ ਕਰ ਸਕਾਂਗੇ ਵੀ ਉਹ ਕਿਸ ਤਰ੍ਹਾਂ ਸਾਡੀਆਂ ਰਚਨਾਵਾਂ ਨੂੰ ਲਿਆ ਜਾਂਦਾ ਹੈਗਾ। ਤੇ ਇਸ ਕਰਕੇ ਹਰ ਕੋਈ ਤਾਂ ਕਹਿ ਦਿੰਦਾ ਵੀ ਹਾਂ ਸਾਡਾ ਕਲਾਸਿਕ ਰਚਨਾ ਮੇਰੀ ਇਹ ਵਿਸ਼ਵ ਪੱਧਰ ਦੀ ਰਚਨਾ ਹੈ। ਤੇ ਮੈਂ ਸਮਝਦਾ ਵੀ ਠੀਕ ਹੈ, ਬਹੁਤ ਨਾਵਲ ਨੇ। ਨਾਨਕ ਸਿੰਘ ਤੋਂ ਜੇ ਅਸੀਂ ਸ਼ੁਰੂ ਕਰੀਏ ਜਾਂ ਉਸ ਤੋਂ ਪਹਿਲਾਂ ਭਾਈ ਵੀਰ ਸਿੰਘ ਤੋਂ ਵੀ ਸ਼ੁਰੂ ਕਰੀਏ, ਬਹੁਤ ਅੱਗੇ ਨਾਵਲ ਆ ਗਿਆ, ਬਹੁਤ ਅੱਗੇ ਤੁਰ ਆਦਰਸ਼ਵਾਦ ਚੋਂ ਨਿਕਲ ਗਿਆ। ਹੁਣ ਤਾਂ ਜਣੀ ਨਿੱਜ ਤੋਂ ਵੀ ਮੇਰਾ ਖਿਆਲ ਹੈ ਵੀ ਉਹ ਬਾਹਰ ਹੋ ਗਿਆ ਹੈ। ਤੇ ਬਹੁਤ ਜਿਹੜਾ ਸਾਡਾ ਜਿਹੜਾ ਅੱਜ ਦਾ ਲੇਖਕ ਹੈ ਉਹ ਸੰਵੇਦਨਸ਼ੀਲ ਹੈ ਔਰ ਵਿਸ਼ਵੀ ਜਿਹੜੇ ਪ੍ਰਭਾਵ ਨੇ ਉਹ ਸਾਰੇ ਜਿਹੜੇ ਹੈ ਉਹ ਗ੍ਰਹਿਣ ਕਰਕੇ ਰਚਨਾ ਕਰ ਰਿਹਾ ਹੈ। ਜਿਹੜਾ ਹੈ ਮਨੁੱਖ ਦੀ ਗੱਲ ਕਰ ਰਿਹਾ, ਮਨੁੱਖ ਦੇ ਅੰਦਰ ਦੀ ਗੱਲ ਕਰ ਰਿਹਾ ਹੈ। ਇਹ ਸਾਰਾ ਕੁਝ ਹੈਗਾ ਜਿੰਨਾ ਚਿਰ ਦੂਸਰੀਆਂ ਭਾਸ਼ਾਵਾਂ ਵਿੱਚ ਨਹੀਂ ਜਾਂਦਾ, ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਨਹੀਂ ਜਾਂਦਾ, ਉਹਨਾਂ ਚਿਰ ਖੈਰ ਮੇਰਾ ਖਿਆਲ ਵੀ ਅਸੀਂ ਕੋਈ ਵੀ ਧਾਰਨਾ ਨਹੀਂ ਬਣਾ ਸਕਦੇ ਕਿ ਸਾਡਾ ਨਾਵਲ ਜਿਹੜਾ ਵਿਸ਼ਵ ਪੱਧਰ ਦਾ ਹੈ। ਤੇ ਠੀਕ ਹੈ ਵੀ ਭਾਰਤ ਦੀਆਂ ਦੂਸਰੀਆਂ ਭਾਸ਼ਾਵਾਂ ਦੇ ਮੈਂ ਕਹਿ ਸਕਦਾ ਵੀ ਸਾਡਾ ਨਾਵਲ ਜਿਹੜਾ ਹੈ ਉਹ ਬਿਲਕੁਲ ਅੱਜ ਹਾਣਦਾ ਹੈ ਔਰ ਕਿਸੇ ਤਰ੍ਹਾਂ ਵੀ ਸਾਡਾ ਨਾਵਲ ਜਿਹੜਾ ਪੰਜਾਬੀ ਨਾਵਲ ਜਿਹੜਾ ਹੈ ਉਹ ਉਹਨਾਂ ਤੋਂ ਪਿੱਛੇ ਨਹੀਂ। ਠੀਕ ਹੈ ਸਰ, ਤੁਸੀਂ ਹੁਣ ਕੁੱਲ ਵਕਤੀ ਲੇਖਕ ਬਣ ਚੁੱਕੇ ਹੋ ਔਰ ਖੁੱਲ ਕੇ ਤੁਸੀਂ ਜਿਹੜਾ ਹੈਗਾ ਹੁਣ ਇਸੇ ਪਾਸੇ ਵੱਲ ਹੀ ਧਿਆਨ ਦੇ ਰਹੇ ਹੋ। ਲਗਭਗ 70 ਦੇ ਕਰੀਬ ਤੁਹਾਡੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਉਹ ਆ ਚੁੱਕੀਆਂ ਨੇ। ਕਾਫੀ ਅਹੁਦਿਆਂ ਤੇ ਵੀ ਸਾਹਿਤਕ ਜਥੇਬੰਦੀਆਂ ਦੇ ਵਿੱਚ ਤੁਸੀਂ ਰਹਿ ਚੁੱਕੇ ਹੋ, ਤੇ ਹੁਣ ਵੀ ਕੋਈ ਹੋਰ ਇਸ ਤਰੀਕੇ ਦੀ ਤਮੰਨਾ ਹੈ ਕੋਈ ਕਿਸੇ ਅਹੁਦੇ ਦੀ, ਜਿਵੇਂ ਸਾਡੇ ਸੁਰਿੰਦਰਪ੍ਰੀਤ ਘਣੀਆ ਜੀ ਨੇ ਪੁੱਛਿਆ, ਤੇ ਜਾਂ ਇਹਨਾਂ ਜਥੇਬੰਦੀਆਂ ਦੇ ਬਾਰੇ? ਨਹੀਂ, ਦੇਖੋ ਮੈਂ ਜ਼ਿੰਦਗੀ ਚ ਨਾ ਮੈਂ ਸਮਝਦਾ ਵੀ ਇੱਕੋ ਹੀ ਗਲਤ ਸਟੈਪ ਚੁੱਕਿਆ ਸੀਗਾ, ਕੇਂਦਰੀ ਲੇਖਕ ਸਭਾ ਦਾ ਪ੍ਰਧਾਨ ਬਣ ਕੇ। ਕਿਉਂਕਿ ਲੇਖਕ ਨੂੰ ਜਿਹੜਾ ਕ੍ਰੀਏਟਿਵ ਹੈ, ਜਿਹੜਾ ਸਿਰਜਣਾਤਮਕ ਲੇਖਕ ਹੈ, ਜਿਹੜਾ ਸਿਰਜਣਾ ਕਰਦਾ ਹੈ, ਉਸ ਨੂੰ ਪ੍ਰਬੰਧਕੀ ਕੰਮਾਂ 'ਚ ਨਹੀਂ ਆਉਣਾ ਚਾਹੀਦਾ ਕਦੇ ਵੀ। ਕਿਉਂਕਿ ਪ੍ਰਬੰਧਕੀ ਜਿਹੜੇ ਕਾਰਜ ਨੇ ਉਹ ਤੁਹਾਡਾ ਸਮਾਂ ਮੰਗਦੇ ਨੇ, ਉਹ ਤੁਹਾਡਾ ਇੱਕ ਤਰ੍ਹਾਂ ਦੀ ਜਿਹੜੇ ਤੁਹਾਥੋਂ ਆਸਾਂ ਵੱਡੀਆਂ ਹੁੰਦੀਆਂ ਨੇ, ਤੁਸੀਂ ਧਰਨੇ ਲਾਉਣੇ ਨੇ, ਤੁਸੀਂ ਮਾਰਚ ਕਰਨੇ ਨੇ, ਤੁਸੀਂ ਇਸ ਤਰ੍ਹਾਂ ਦੇ ਵਿਰੋਧ ਕਰਨੇ ਨੇ। ਕ੍ਰੀਏਟਿਵ ਰਾਈਟਰ ਜਿਹੜਾ ਹੈ ਇਹ ਸਾਰਾ ਕੁਝ ਜਿਹੜਾ ਇਹਦੇ ਅਭਿਆਸ 'ਚ ਨਹੀਂ ਨਿਕਲਦਾ। ਔਰ ਮੈਂ 2 ਸਾਲ ਲੰਘਾਏ ਬੜੀ ਮੁਸ਼ਕਲ ਨਾਲ, ਔਰ ਮੇਰਾ ਸਾਥੀ ਜਿਹੜਾ ਉਹ ਤਲਵਿੰਦਰ ਜਿਹੜਾ ਹੈ ਉਹ ਇੱਕ ਵਾਰੀ ਹਾਦਸੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਉਹਦੀ
ਤੇ ਉਹਦੀ ਪਤਨੀ ਦੀ ਡੈਥ ਹੋ ਗਈ ਸੀਗੀ। ਔਰ ਉਹ ਹਾਲਾਂਕਿ ਅਸੀਂ ਜਿੰਨਾ ਉਹ ਹਿੰਮਤੀ ਬਹੁਤ ਸੀ ਔਰ ਨਾਲ ਉਹ ਮੈਨੂੰ ਵੀ ਤੋਰੀ ਰੱਖਦਾ ਸੀ। ਜਦੋਂ ਅਸੀਂ ਪੰਜਾਬੀ ਮਾਰਚ ਵੀ ਕੀਤਾ ਸਾਰੇ ਇੱਕ ਵਾਰੀ ਜਦੋਂ ਪੰਜਾਬੀ ਭਾਸ਼ਾ ਲਈ, ਤੇ ਖੈਰ ਇਹ ਜਿਹੜੇ ਇਹ ਸਾਰੇ ਕੰਮ ਜਿਹੜੇ ਹੈ ਇਹ ਪ੍ਰਧਾਨਗੀਆਂ ਕਰਨੀਆਂ, ਜਨਰਲ ਸਕੱਤਰੀਆਂ ਕਰਨੀਆਂ, ਇਹ ਹੋਰ ਲੋਕਾਂ ਦੇ ਕੰਮ ਹੈ। ਸਿਰਜਣਾ ਕਰਨਾ ਹੋਰ ਲੋਕਾਂ ਦਾ ਕੰਮ ਹੈ। ਇਹ ਦੋਨੋਂ ਦੋ ਵੱਖਰੋ ਵੱਖਰੇ ਜਿਹੜੇ ਕਿੱਤੇ ਨੇ। ਮੈਂ ਕਿੱਤਾ ਸਿਰਜਣਾਤਮਕ ਨੂੰ ਕਿੱਤਾ ਨਹੀਂ ਸਮਝਦਾ, ਪਰ ਪ੍ਰਬੰਧਕ ਜਿਹੜੇ ਕਾਰਜ ਨੇ ਉਹ ਜ਼ਰੂਰ ਇੱਕ ਕਿੱਤਾ ਨੇ। ਔਰ ਉਹਨਾਂ ਲੋਕਾਂ ਨੂੰ ਇਸ ਦੀ ਮੁਹਾਰਤ ਹੁੰਦੀ ਹੈ ਔਰ ਉਹਨਾਂ ਨੂੰ ਇਸ ਦਾ ਨਸ਼ਾ ਵੀ ਹੁੰਦਾ ਵੀ ਮੈਂ ਉਹਦਾ ਸਮਾਂ ਸਥਾਨ। ਔਰ ਮੈਂ ਕਦੇ ਵੀ ਜਿਹੜਾ ਜੇ ਕਿਤੇ ਭਵਿੱਖ ਵਿੱਚ ਵੀ ਮੈਂ ਕਦੇ ਇਹ ਮੌਕੇ ਮਿਲੇ ਤੇ ਮੈਂ ਇਸ ਤਰ੍ਹਾਂ ਦੀ ਕਦੇ ਵੀ ਇਹੋ ਜਿਹੀ ਜਿਹੜੇ ਅਹੁਦੇ ਲੈਣ ਦੇ ਵਿੱਚ ਬਿਲਕੁਲ ਹੀ ਕੋਈ ਰੁਚੀ ਨਹੀਂ ਰੱਖਦਾ। ਔਰ ਮੈਂ ਨਹੀਂ ਚਾਹੁੰਦਾ, ਮੈਂ ਆਪਣਾ ਜਿੰਨੇ ਸਾਹ ਬਾਕੀ ਨੇ ਮੈਂ ਚਾਹੁੰਦਾ ਵੀ ਮੈਂ ਸਿਰਜਣਾ ਕਰਦਾ ਰਹਾਂ ਔਰ ਸਿਰਜਣਾ ਨਾਲ ਜੁੜਿਆ ਰਹਾਂ। ਬਸ ਇਸ ਤੋਂ ਬਾਅਦ ਹੋਰ ਮੇਰੀ ਕੋਈ ਤਮੰਨਾ ਨਹੀਂ। ਠੀਕ ਹੈ ਜੀ, ਤਾਂ ਬਹੁਤ ਵਧੀਆ ਗੱਲਬਾਤ ਹੋਈ ਜੀ ਤੁਹਾਡੇ ਨਾਲ। ਬਹੁਤ ਅੱਛੇ ਲੱਗੇ ਤੁਹਾਡੇ ਵਿਚਾਰ ਤੇ ਗੱਲਬਾਤ ਕਰਕੇ ਤੁਹਾਡੇ ਨਾਲ। ਤੁਹਾਨੂੰ ਪੜ੍ਹ ਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਔਰ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ, ਸਾਡੇ ਸਾਥੀਆਂ ਨੂੰ ਜਦੋਂ ਪਤਾ ਲੱਗਿਆ ਕਿ ਤੁਹਾਡੇ ਨਾਲ ਹੋ ਰਹੀ ਹੈ ਮੁਲਾਕਾਤ ਇਸ ਵਾਰ, ਤੇ ਉਹਨਾਂ ਨੇ ਤੁਹਾਡੀਆਂ ਰਚਨਾਵਾਂ ਜੋ ਪੜ੍ਹੀਆਂ ਨੇ ਉਹਨਾਂ ਦੇ ਨਾਮ ਬਹੁਤ ਖੁਸ਼ੀ ਦੇ ਨਾਲ, ਤੁਹਾਡੀ ਸ਼ੈਲੀ ਬਾਰੇ, ਤੁਹਾਡੇ ਲਿਖਣ ਬਾਰੇ ਉਹਨਾਂ ਨੇ ਸਾਡੇ ਨਾਲ ਫੇਸਬੁੱਕ ਤੇ ਸਾਂਝੇ ਕੀਤੇ ਨੇ। ਬੜੀ ਖੁਸ਼ੀ ਹੋਈ। ਤਾਂ ਅੰਤ ਤੇ ਬਸ ਮੇਰਾ ਲਾਸਟ ਜਿਹੜਾ ਪ੍ਰਸ਼ਨ ਹੈ ਤੁਹਾਨੂੰ ਇਹ ਹੈ ਸਰ, ਕਿ ਸਾਡੇ ਲਈ ਸੁਝਾਅ, ਆਪਣੀ ਕੋਈ ਨੌਜਵਾਨ ਪੀੜ੍ਹੀ ਲਈ, ਪਾਠਕਾਂ ਲਈ ਕੋਈ ਵੀ ਸੁਨੇਹਾ, ਮੈਸੇਜ ਇਹ ਸਾਨੂੰ ਦੇਣਾ ਚਾਹੋ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਜੁੜੇ ਨੇ, ਪਾਠਕ ਜੁੜੇ ਨੇ, ਇੱਕ ਗੱਲ ਮੈਂ ਕਹਿੰਦਾ ਵੀ ਕੋਈ ਵੀ ਲੇਖਕ ਜਿਹੜਾ ਉਹ ਪਾਠਕ ਐਵੇਂ ਨਾ ਵੱਡਾ ਨਹੀਂ ਹੋ ਸਕਦਾ। ਔਰ ਮੇਰੇ ਨਾਲ ਵੱਡਾ ਪਾਠਕ ਵਰਗ ਜੁੜਿਆ ਹੋਇਆ ਹੈ, ਮੈਨੂੰ ਮਾਣ ਹੈ ਇਸ ਗੱਲ ਦਾ। ਔਰ ਮੈਂ ਜੇ ਅੱਜ ਇੱਥੇ ਬੈਠਾ ਹਾਂ ਤਾਂ ਉਹ ਪਾਠਕਾਂ ਦੇ ਹੁੰਗਾਰੇ ਕਰਕੇ ਇੱਥੇ ਬੈਠਾ ਹੋਇਆ। ਦੂਸਰਾ ਹੈਗਾ ਵੀ ਹਮੇਸ਼ਾ ਤੁਸੀਂ ਉਹ ਪਾਇਆ ਵੀ ਹੈਗਾ, ਉਹਦੇ ਚ ਬਾਈਟ ਪਾਈ ਸੀ ਵੀ ਸਾਹਿਤ ਵਿੱਚ ਜਿਹੜੀ ਹੈ ਕਾਹਲ ਕਦੇ ਵੀ ਨਹੀਂ ਕਰਨੀ ਚਾਹੀਦੀ। ਇਹ ਸਹਿਜ ਵਰਤਾਰਾ ਹੈ। ਇਹ ਕਦੇ ਵੀ ਮੈਂ ਕਿਹਾ ਸਾਹਿਤ ਵਿੱਚ ਸ਼ਾਰਟਕਟ ਨਹੀਂ ਹੁੰਦੀ। ਸਾਡੇ ਜਿਹੜੇ ਅੱਜ ਦੇ ਕੋਈ ਨਵੇਂ ਲੇਖਕ ਜਿਹੜੇ ਆ ਰਹੇ ਨੇ ਉਹ ਬਹੁਤ ਕਾਹਲ ਚ ਹੁੰਦੇ ਨੇ ਔਰ ਉਸ ਕਾਹਲ ਵਿੱਚ ਜਿਵੇਂ ਮੈਂ ਕਹਿੰਦਾ ਹੈ ਵੀ ਦੇਖੋ ਜਿਹੜੇ ਬੇਮੌਸਮੀ ਫਲ ਹੁੰਦੇ ਆ ਜਦੋਂ ਮਸਾਲਿਆਂ ਨਾਲ ਪਕਾਏ ਜਾਂਦੇ ਆ ਉਹਨਾਂ ਚ ਉਹ ਸਵਾਦ ਨਹੀਂ ਹੁੰਦਾ। ਉਹ ਉਹਨਾਂ ਦਾ ਸਵਾਦ ਜਿਹੜਾ ਬਿਲਕੁਲ ਦਰਖਤ ਤੇ ਲੱਗ ਕੇ ਪੱਕਿਆ ਹੁੰਦਾ ਜਿਹੜਾ ਫਲ ਹੈ ਉਹਦਾ ਸਵਾਦ ਬਿਲਕੁਲ ਇੱਕ ਵੱਖਰਾ ਹੁੰਦਾ ਹੈ। ਉਹਦੇ ਚ ਸੁਗੰਧ ਵੱਖਰੀ ਹੁੰਦੀ ਹੈ। ਤੇ ਜਿਹੜੇ ਸਾਡੇ ਕਾਲੇ ਲੇਖਕ ਨੇ ਉਹ ਜਦੋਂ ਕਾਹਲੀ ਕਰਦੇ ਨੇ ਤੇ ਉਹ ਮਸਾਲਿਆਂ ਵਾਂਗ ਪਕਾਏ ਉਹਨਾਂ ਦੀਆਂ ਰਚਨਾਵਾਂ ਵਰਗਾ ਉਹਦੇ ਚ ਸੁਗੰਧ ਆਉਂਦੀ ਹੈ। ਮੇਰੀ ਇੱਕ ਜ਼ਰੂਰ ਬੇਨਤੀ ਹੈ ਵੀ ਸਹਿਜ ਨਾਲ ਹੌਲੀ ਹੌਲੀ ਪੱਕੋ ਔਰ ਬਹੁਤ ਖੂਬਸੂਰਤ ਸੁਗੰਧ ਆਊਗੀ। ਪਾਠਕ ਵੀ ਜੁੜਨਗੇ, ਤੁਹਾਡਾ ਚਰਚਾ ਵੀ ਹੋਊਗਾ, ਤੁਹਾਡੀਆਂ ਰਚਨਾਵਾਂ ਵੀ ਸਾਰਥਕ ਹੋਣਗੀਆਂ। ਕਾਹਲੀ ਤੋਂ ਬਚੋ, ਸਾਹਿਤ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਬਲਦੇਵ ਸਿੰਘ ਜੀ, ਗੱਲਾਂ ਬਹੁਤ ਨੇ ਤੁਹਾਡੇ ਨਾਲ ਕਰਨ ਵਾਲੀਆਂ, ਇਹ ਕਦੇ ਖਤਮ ਨਹੀਂ ਹੋ ਸਕਦੀਆਂ। ਤੁਹਾਡੇ ਕੋਲੇ ਇੰਨਾ ਮਤਲਬ ਤਜਰਬਾ ਹੈ ਔਰ ਇੰਨੀਆਂ ਤੁਹਾਡੀਆਂ ਲਿਖਤਾਂ ਨੇ। ਤੁਸੀਂ ਬੜੇ ਵਧੀਆ ਲੋਕਾਂ ਨੂੰ ਮਿਲੇ ਹੋਏ ਹੋ। ਸਤਿਆਜੀਤ ਰੇ ਨਾਲ ਤੁਹਾਡੀ ਮੁਲਾਕਾਤ ਹੋਈ ਵੀ, ਆਸ਼ਾ ਪੂਰਨਾ ਦੇਵੀ ਨਾਲ ਤੁਹਾਡੀ ਮੁਲਾਕਾਤ ਹੋਈ ਵੀ ਹੈ। ਤੁਸੀਂ ਸ਼ੇਕਸਪੀਅਰ ਦਾ ਘਰ ਦੇਖਿਆ ਹੋਇਆ ਜਾ ਕੇ, ਉੱਥੇ ਬਹੁਤ ਅੱਛੀਆਂ ਗੱਲਾਂ। ਇਹਨਾਂ ਬਾਰੇ ਬਹੁਤ ਕੁਝ ਕਰਨ ਵਾਲਾ, ਸੁਣਨ ਵਾਲਾ ਹੋ ਸਕਦਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਫੇਰ ਮੇਲ ਹੋਇਆ ਤੁਹਾਡੇ ਨਾਲ, ਫੇਰ ਜਿਹੜਾ ਹੈਗਾ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਤਾਂ ਤੁਹਾਡੇ ਨਾਲ ਨਾਲ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ, ਪਾਠਕਾਂ ਦਾ, ਦੋਨਾਂ ਪੰਜਾਬਾਂ ਦਾ, ਪੰਜਾਬੀ ਪ੍ਰੇਮੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਸ਼ੁਭ ਕਾਮਨਾਵਾਂ। ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਕਰਦੇ ਰਹੋ, ਲੇਖਕਾਂ ਨੂੰ ਜੋੜਦੇ ਰਹੋ, ਦਰਸ਼ਕਾਂ ਨੂੰ ਜੋੜਦੇ ਰਹੋ ਔਰ ਰੱਬ ਰਾਖਾ। ਥੈਂਕ ਯੂ।